ਤੇ ਤੁਸੀਂ ਦੇਖ ਰਹੇ ਹੋ ਦ ਨਵਜੋਤ ਢਿੱਲੋਂਵਾਲ। ਅੱਜ ਦ ਨਵਜੋਤ ਢਿੱਲੋਂਵਾਲ ਦੇ ਵਿੱਚ ਮੈਂ ਟਰੂ ਐਕਸਪ੍ਰੈਸ਼ਨਸ ਦੇ ਜ਼ਰੀਏ ਤੁਹਾਡੇ ਲਈ ਇੱਕ ਖਾਸ ਮੁਲਾਕਾਤ ਲੈ ਕੇ ਆਈ ਹਾਂ। ਆਪਾਂ ਸਾਰੇ ਜਾਣਦੇ ਹਾਂ ਕਿ ਭਾਰਤ ਦੇ ਵਿੱਚ ਚੱਲ ਰਹੇ ਕਿਸਾਨੀ ਅੰਦੋਲਨ ਦੇ ਦੌਰਾਨ ਦੁਨੀਆ ਭਰ ਦੇ ਵਿੱਚ ਸੋਸ਼ਲ ਮੀਡੀਆ ਦੇ ਜ਼ਰੀਏ ਵੱਖ-ਵੱਖ ਤਰ੍ਹਾਂ ਦੀਆਂ ਖਬਰਾਂ ਫੈਲ ਰਹੀਆਂ ਨੇ। ਮੈਂ ਇਸ ਲਈ ਕਹਿ ਰਹੀ ਹਾਂ ਕਿ ਕਿਉਂਕਿ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਨੇ ਜਿਹੜੀਆਂ ਅਫਵਾਹਾਂ ਵਾਂਗ ਫੈਲ ਰਹੀਆਂ ਨੇ, ਪਰ ਸੱਚਾਈ ਕੀ ਹੈ ਉਹੀ ਲੋਕ ਜਾਣਦੇ ਨੇ ਜਿਹੜੇ ਇਸ ਵੇਲੇ ਉੱਥੇ ਅੰਦੋਲਨ ਦੇ ਵਿੱਚ ਸ਼ਾਮਿਲ ਨੇ। ਤੇ ਮੈਂ ਸੋਚਿਆ ਕਿ ਉਹਨਾਂ ਦੇ ਨਾਲ ਸਿੱਧੀ ਗੱਲਬਾਤ ਕੀਤੀ ਜਾਣੀ ਚਾਹੀਦੀ ਆ, ਖਾਸ ਕਰਕੇ ਉਦੋਂ ਜਦੋਂ ਇਹ ਮੁੱਦਾ ਬਹੁਤ ਭਖਿਆ ਹੋਇਆ ਕਿ ਸ਼ਾਇਦ ਉਸ ਅੰਦੋਲਨ ਦੇ ਵਿੱਚ ਨੌਜਵਾਨਾਂ ਦੀ ਨਹੀਂ ਸੁਣੀ ਜਾ ਰਹੀ। ਤੇ ਮੈਂ ਅੱਜ ਖਾਸ ਕਰਕੇ ਇੱਕ ਨੌਜਵਾਨ ਆਵਾਜ਼ ਨੂੰ ਤੁਹਾਡੇ ਰੂਬਰੂ ਕਰ ਰਹੀ ਹਾਂ ਤੇ ਇਹ ਜਾਣਾਂਗੇ ਕਿ ਕੀ ਸੱਚਮੁੱਚ ਨੌਜਵਾਨਾਂ ਦੀ ਨਹੀਂ ਸੁਣੀ ਜਾ ਰਹੀ। ਕਿੰਨੇ ਕੁ ਲੋਕ ਨੇ ਜਿਹੜੇ ਆਪਣੇ ਆਪ ਨੂੰ ਇਸ ਗੱਲ ਨੂੰ ਦਾਅਵੇ ਨਾਲ ਕਹਿ ਸਕਦੇ ਨੇ ਕਿ ਹਾਂ ਉਹ ਨੌਜਵਾਨ ਨੇ, ਉਹ ਇਸ ਸੰਘਰਸ਼ ਦੇ ਵਿੱਚ ਸ਼ਾਮਿਲ ਨੇ, ਉਹਨਾਂ ਦੀ ਆਵਾਜ਼ ਇਸ ਸੰਘਰਸ਼ ਦੇ ਵਿੱਚ ਸੁਣੀ ਵੀ ਜਾ ਰਹੀ ਹੈ ਤੇ ਉਹਨਾਂ ਦੀ ਆਪਣੀ ਆਵਾਜ਼ ਬੁਲੰਦ ਵੀ ਹੈ। ਇੱਕ ਐਸੀ ਸ਼ਖਸੀਅਤ, ਇੱਕ ਨੌਜਵਾਨ ਆਵਾਜ਼ ਜਿਹੜੀ ਇੱਕ ਐਕਟਿਵਿਸਟ ਦੇ ਤੌਰ ਦੇ ਉੱਤੇ ਕੰਮ ਕਰ ਰਹੀ ਹੈ। ਮੈਂ ਗੱਲ ਖਾਸ ਕਰਕੇ ਦੱਸਣਾ ਚਾਹੁੰਦੀ ਹਾਂ ਕਿ ਜਦੋਂ ਟਰੋਲੀ ਟਾਈਮਜ਼ ਅਖਬਾਰ ਸ਼ੁਰੂ ਹੋਇਆ ਤੇ ਉਸ ਆਵਾਜ਼ ਦਾ ਨਾਮ ਜ਼ਿਆਦਾ ਉੱਭਰ ਕੇ ਸਾਹਮਣੇ ਆਇਆ। ਮੈਂ ਗੱਲ ਕਰ ਰਹੀ ਹਾਂ ਨਵਕਿਰਨ ਨੱਥ ਦੀ। ਇਹ ਇੱਕ ਨੌਜਵਾਨ ਲੜਕੀ ਹੈ ਜਿਹੜੀ ਪਿਛਲੇ 3-4 ਮਹੀਨਿਆਂ ਤੋਂ ਦਿੱਲੀ ਦੇ ਵਿੱਚ ਇਸ ਵੇਲੇ ਜਿਹੜਾ ਸੰਘਰਸ਼ ਚੱਲ ਰਿਹਾ ਹੈ ਉਹਦੇ ਵਿੱਚ ਸ਼ਾਮਿਲ ਹੈ। ਉਸ ਤੋਂ ਪਹਿਲਾਂ ਬਹੁਤ ਸਾਰੇ ਹੋਰ ਇਹੋ ਜਿਹੇ ਮੁੱਦੇ ਜਿਨ੍ਹਾਂ ਬਾਰੇ ਆਵਾਜ਼ ਚੁੱਕੀ ਜਾਣੀ ਚਾਹੀਦੀ ਸੀ, ਨਵਕਿਰਨ ਨੇ ਆਵਾਜ਼ ਬੁਲੰਦ ਕੀਤੀ ਹੈ। ਨਵਕਿਰਨ ਡੈਂਟਿਸਟਰੀ ਦੀ ਪੜ੍ਹਾਈ ਕਰ ਚੁੱਕੀ ਹੈ, ਡੈਂਟਲ ਸਰਜਰੀ ਦੀ, ਤੇ ਉਸ ਤੋਂ ਬਾਅਦ ਬਿਲਕੁਲ ਇੱਕ ਵੱਖਰਾ ਫੀਲਡ ਫਿਲਮ ਸਟੱਡੀਜ਼ ਦੇ ਵਿੱਚ ਉਹਨੇ ਆਪਣੀ ਮਾਸਟਰਸ ਕੰਪਲੀਟ ਕੀਤੀ ਹੈ। ਪਰ ਇਸ ਵੇਲੇ ਖਾਸ ਤੌਰ 'ਤੇ ਉਹ ਕਿਸਾਨੀ ਸੰਘਰਸ਼ ਦੇ ਵਿੱਚ ਸ਼ਾਮਿਲ ਹੈ। ਮੈਂ ਸਵਾਗਤ ਕਰ ਰਹੀ ਹਾਂ ਨਵਕਿਰਨ ਨੱਥ ਦਾ। ਨਵਕਿਰਨ ਜੀ ਆਇਆਂ ਨੂੰ। ਧੰਨਵਾਦ ਜੀ, ਬਹੁਤ ਬਹੁਤ। ਨਵਕਿਰਨ, ਸਾਡੇ ਸਭ ਤੋਂ ਪਹਿਲਾਂ ਸੁਣਨ ਵਾਲਿਆਂ ਨੂੰ ਇਹੀ ਦੱਸੋ ਕਿ ਕਿੰਨਾ ਕੁ ਸਮਾਂ ਹੋ ਗਿਆ ਤੁਹਾਨੂੰ ਇਸ ਸੰਘਰਸ਼ ਦੇ ਵਿੱਚ ਪੈਰ ਧਰਿਆਂ ਨੂੰ? ਜੀ, ਮੈਂ ਪਹਿਲੇ ਦਿਨ ਤੋਂ ਇਸ ਸੰਘਰਸ਼ ਦਾ ਹਿੱਸਾ ਹਾਂ। ਪਹਿਲਾ ਦਿਨ ਜਦੋਂ ਇਹ ਕਹਿ ਲਓ ਪੂਰਾ ਜਿਹੜਾ ਅੰਦੋਲਨ ਹੈ ਉਹ ਪੰਜਾਬ ਤੋਂ ਚੱਲ ਕੇ ਦਿੱਲੀ ਦੀਆਂ ਦਰਾਂ ਤੇ ਆਇਆ, 26 ਨਵੰਬਰ ਤੋਂ ਮੈਂ ਇਸ ਅੰਦੋਲਨ ਦੇ ਵਿੱਚ ਸ਼ਾਮਿਲ ਹਾਂ। ਉਸ ਤੋਂ ਪਹਿਲਾਂ ਰਿਮੋਟਲੀ, ਕਿਉਂਕਿ ਮੈਂ ਦਿੱਲੀ 'ਚ ਬੇਸਡ ਹਾਂ, ਉਸ ਤੋਂ ਪਹਿਲਾਂ ਰਿਮੋਟਲੀ ਮੈਂ ਕੰਮ ਕਰ ਰਹੀ ਸੀ। ਲਗਾਤਾਰ ਸਾਡੇ ਤੱਕ ਇਹ ਖਬਰਾਂ ਪਹੁੰਚ ਰਹੀਆਂ ਨੇ, ਅਸੀਂ ਵਿਦੇਸ਼ਾਂ ਦੇ ਵਿੱਚ ਬੈਠੇ ਹਾਂ, ਕਿ ਨੌਜਵਾਨਾਂ ਨੂੰ ਨਾਲ ਨਹੀਂ ਜੋੜਿਆ ਜਾ ਰਿਹਾ, ਨੌਜਵਾਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ। ਤੁਹਾਡਾ ਇਹਦੇ ਬਾਰੇ ਕੀ ਟੇਕ ਹੈ? ਮੈਨੂੰ ਲੱਗਦਾ ਕਿ ਪਹਿਲੀ ਦਫਾ ਮੈਂ ਕੋਈ ਇੱਦਾਂ ਦਾ ਅੰਦੋਲਨ ਵਿਟਨੈਸ ਕਰ ਰਹੀ ਹਾਂ ਜਿਹਦੇ 'ਚ ਇੱਕ ਬਹੁਤ ਹੀ ਸੋਹਣਾ ਇੰਟਰਜਨਰੇਸ਼ਨਲ ਬੈਲੈਂਸ ਹੈ ਜਿਹੜਾ ਉਹ ਸਾਡੇ ਸਾਹਮਣੇ ਆਇਆ ਹੈ। ਇੱਕ ਪਾਸੇ ਸਾਡੀ ਬਹੁਤ ਹੀ ਐਕਸਪੀਰੀਅੰਸਡ ਲੀਡਰਸ਼ਿਪ ਹੈ ਜਿਹੜੀ ਲਗਾਤਾਰ ਪਹਿਲੇ ਦਿਨ ਤੋਂ, ਮਤਲਬ ਜੂਨ 2020 ਤੋਂ ਜਦੋਂ ਇਹ ਬੀਜੇਪੀ ਸਰਕਾਰ ਦੁਆਰਾ ਇਹ ਤਿੰਨੋਂ ਖੇਤੀ ਕਾਨੂੰਨ ਲਿਆਂਦੇ ਗਏ ਸੀਗੇ, ਪਹਿਲੇ ਦਿਨ ਤੋਂ ਉਹ ਲੋਕਾਂ ਨੂੰ ਲਾਮਬੰਦ ਕਰਨ ਦੇ ਵਿੱਚ ਤੇ ਜਮਾਂ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਇਹਨਾਂ ਤਿੰਨੇ ਕਾਨੂੰਨਾਂ ਬਾਰੇ ਗਿਆਨ ਦੇਣ 'ਚ ਨਿੱਤਰੇ ਹੋਏ ਨੇ ਪਹਿਲੇ ਦਿਨ ਤੋਂ। ਇੱਕ ਪਾਸੇ ਤਾਂ ਉਹ ਸਾਨੂੰ ਲਗਾਤਾਰ ਲੀਡ ਕਰ ਰਹੇ ਨੇ, ਦੂਜੇ ਪਾਸੇ ਸਾਡੀ ਨੌਜਵਾਨ ਪੀੜ੍ਹੀ ਹੈ ਪੰਜਾਬ ਦੀ, ਹਰਿਆਣਾ ਦੀ, ਦਿੱਲੀ ਦੇ ਆਸੇ ਪਾਸੇ ਦੇ ਹੋਰ ਸੂਬਿਆਂ ਦੀ, ਜਿਹੜੀ ਲਗਾਤਾਰ ਨਵੀਆਂ ਤਕਨੀਕਾਂ ਦੇ ਨਾਲ ਇਸ ਅੰਦੋਲਨ ਨੂੰ ਹੋਰ ਅੱਗੇ ਲਿਜਾ ਰਹੀ ਹੈ। ਇਹਨੂੰ ਕਹਿ ਲਓ ਇੱਕ ਵਾਈਡਰ ਆਡੀਅੰਸ ਤੱਕ ਇਹਦੀ ਆਵਾਜ਼ ਨੂੰ ਚੱਕ ਰਹੀ ਹੈ। ਜਿੱਦਾਂ ਜੇ ਸ਼ਾਇਦ ਨੌਜਵਾਨ ਨਾ ਹੁੰਦੇ ਤਾਂ ਇੰਟਰਨੈਸ਼ਨਲ ਲੈਵਲ 'ਤੇ ਇਸ ਅੰਦੋਲਨ ਦੀ ਗੱਲਬਾਤ ਨਾ ਹੁੰਦੀ। ਉਹਨਾਂ ਨੇ ਸੋਸ਼ਲ ਮੀਡੀਆ ਦੇ ਥਰੂ ਜਿੱਦਾਂ ਗੱਲ ਕਹਿ ਲਓ ਦੇਸ਼ਾਂ ਵਿਦੇਸ਼ਾਂ 'ਚ ਪਹੁੰਚਾਈ ਹੈ। ਟਵਿੱਟਰ ਬਹੁਤ ਸਾਰੇ ਨੌਜਵਾਨਾਂ ਨੇ ਇਸ ਦੌਰਾਨ ਸ਼ੁਰੂ ਕੀਤਾ, ਉਹਦੀ ਇੰਪੋਰਟੈਂਸ ਨੂੰ ਸਮਝਦੇ ਹੋਏ ਕਿ ਕਿੱਦਾਂ ਜਿਹੜਾ ਬੀਜੇਪੀ ਤੇ RSS ਦਾ IT ਸੈੱਲ ਆ ਉਹ ਪੂਰੇ ਅੰਦੋਲਨ ਨੂੰ ਡੀਰੇਲ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਸਾਨੂੰ ਉਹਨੂੰ ਕਾਊਂਟਰ ਕਰਨਾ ਪੈਣਾ। ਉਹ ਵੀ ਮੈਂ ਸਮਝਦੀ ਹਾਂ ਕਿ ਇੱਕ ਪ੍ਰੋਟੈਸਟ ਦਾ ਅਹਿਮ ਹਿੱਸਾ ਹੈਗਾ ਸੋਸ਼ਲ ਮੀਡੀਆ ਦੇ ਉੱਤੇ ਆਵਾਜ਼ ਨੂੰ ਬੁਲੰਦ ਕਰਨਾ। ਉਹਦੇ 'ਚ ਟਰੈਕਟਰ ਟੂ ਟਵਿੱਟਰ ਕੈਂਪੇਨ ਨੌਜਵਾਨਾਂ ਨੇ ਚਲਾਈ। ਉਸ ਤੋਂ ਇਲਾਵਾ ਕਿੱਦਾਂ ਕਹਿ ਲਓ ਜਿਹੜਾ ਸਾਡਾ ਪ੍ਰੋ ਸਟੇਟ ਮੀਡੀਆ, ਨੈਸ਼ਨਲ ਮੀਡੀਆ, ਉਹਨੂੰ ਕਾਊਂਟਰ ਕਰਨ ਲਈ ਜਿਹੜਾ
ਅੰਦੋਲਨ ਦਾ ਆਪਣਾ ਨੈਰੇਟਿਵ ਹੈ ਉਹ ਬਾਹਰ ਦੁਨੀਆ ਤੱਕ ਲੈ ਕੇ ਜਾਣਾ, ਉਹਦੇ ਲਈ ਨਿਊਜ਼ ਲੈਟਰ ਬਹੁਤ ਸਾਰੇ ਜਿਹੜੇ ਨੇ ਮਤਲਬ ਟਰੋਲੀ ਟਾਈਮਸ ਤੋਂ ਸ਼ੁਰੂਆਤ ਕਰਕੇ ਅੱਜ ਦੀ ਗੇੜ 'ਚ 5 ਜਿਹੜੇ ਨਿਊਜ਼ ਲੈਟਰ ਆ ਉਹ ਅੰਦੋਲਨ ਦੇ ਵਿੱਚੋਂ ਨਿਕਲੇ ਨੇ। ਉਹ ਮੈਨੂੰ ਲੱਗਦਾ ਸਾਰੇ ਯੂਥ ਦਾ ਇਨੀਸ਼ੀਏਟਿਵ ਹੈ, ਨੌਜਵਾਨਾਂ ਦਾ ਇਨੀਸ਼ੀਏਟਿਵ ਹੈ। ਉਸ ਤੋਂ ਇਲਾਵਾ ਲਾਇਬ੍ਰੇਰੀਆਂ ਅੰਦੋਲਨ ਦੇ ਵਿੱਚ ਚੱਲ ਰਹੀਆਂ ਵੱਡੀ ਗਿਣਤੀ ਦੇ ਵਿੱਚ, ਉਹ ਸਾਰੀਆਂ ਯੂਥ ਦਾ ਇਨੀਸ਼ੀਏਟਿਵ ਹੈ। ਅਤੇ ਵਲੰਟੀਅਰਿੰਗ ਤੋਂ ਲੈ ਕੇ ਤੇ ਲੀਡਰਸ਼ਿਪ ਤੱਕ ਦੇ ਰੋਲਸ ਜਿਹੜਾ ਉਹ ਯੂਥ ਉਤਰਿਆ ਹੋਇਆ। ਤੇ ਇੱਕ ਪਾਸੇ ਜਿੱਥੇ ਕਹਿ ਲਓ ਇੱਕ ਐਕਸਪੀਰੀਅੰਸਡ ਕਿਸਾਨੀ ਲੀਡਰਸ਼ਿਪ ਸਾਨੂੰ ਲੀਡ ਕਰ ਰਹੀ ਹੈ, ਉਹਨਾਂ ਦੇ ਨਾਲ ਹੀ ਜਿਹੜੀ ਇੱਕ ਨੈਕਸਟ ਲੈਵਲ ਤੇ ਕਹਿ ਲਓ ਯੰਗ ਲੀਡਰਸ਼ਿਪ ਹੈ ਉਹ ਇਸ ਦੌਰਾਨ ਤਿਆਰ ਹੋ ਰਹੀ ਹੈ। ਅੱਛਾ, ਫਿਰ ਇਹ ਗੱਲ ਕਿੱਥੋਂ ਉੱਠ ਰਹੀ ਆ ਕਿ ਨੌਜਵਾਨਾਂ ਦੀ ਸੁਣਵਾਈ ਨਹੀਂ ਹੋ ਰਹੀ, ਨੌਜਵਾਨਾਂ ਦੀ ਗੱਲ ਸੁਣੀ ਨਹੀਂ ਜਾ ਰਹੀ, ਬਜ਼ੁਰਗ ਲੀਡਰ ਨੌਜਵਾਨਾਂ ਨੂੰ ਨਾਲ ਲੈ ਕੇ ਨਹੀਂ ਚੱਲ ਰਹੇ? ਇਹਨੂੰ ਤੁਸੀਂ ਕਿੱਦਾਂ ਕਾਊਂਟਰ ਕਰਦੇ ਹੋ ਫਿਰ? ਮੈਨੂੰ ਲੱਗਦਾ ਇੱਕ ਹਿੱਸਾ ਜਿਹੜਾ ਬੇਸਿਕਲੀ ਇਹ ਮਹਿਸੂਸ ਕਰ ਰਿਹਾ ਕਿ ਉਹਨਾਂ ਦੀ ਗੱਲ ਸੁਣੀ ਨਹੀਂ ਜਾ ਰਹੀ। ਉਹ ਸ਼ਾਇਦ ਮੈਨੂੰ ਲੱਗਦਾ ਕਿ ਜਿਹੜਾ ਇਸ ਅੰਦੋਲਨ ਦੇ ਵਿੱਚ ਇੱਕ ਇਹ ਵੀ ਹੈ ਨਾ ਕਿ ਕਿੰਨਾ ਅਸੀਂ ਇਹਨੂੰ ਠਰਮੇ ਨਾਲ ਚਲਾਉਣਾ ਹੈ ਜਾਂ ਕਿੰਨਾ ਛੇਤੀ ਇਹਨੂੰ ਅਸੀਂ ਖ਼ਤਮ ਕਰਨਾ ਹੈ। ਜਾਂ ਮਤਲਬ ਇੱਕ ਛੋਟੇ ਹਿੱਸੇ ਨੂੰ ਲੱਗਦਾ ਕਿ ਸ਼ਾਇਦ ਜਿੰਨਾ ਜ਼ਿਆਦਾ ਅਸੀਂ ਜਜ਼ਬੇ ਦੇ ਨਾਲ ਫੋਰਸਫੁਲੀ ਇੱਕੋ ਵਾਰ 'ਚ ਹੰਬਲਾ ਮਾਰ ਦਾਂਗੇ ਤਾਂ ਸ਼ਾਇਦ ਇਹ ਚੀਜ਼ਾਂ ਛੇਤੀ ਮੁੱਕ ਜਾਣਗੀਆਂ। ਮੈਨੂੰ ਲੱਗਦਾ ਉਹ ਚੀਜ਼ਾਂ ਬੰਦੇ ਨੂੰ ਠਰਮੇ ਨਾਲ ਹੀ ਲੰਬਾ ਸਮਾਂ ਐਕਟਿਵਿਜ਼ਮ ਕਰਕੇ ਹੀ ਸਮਝ ਆਉਂਦੀਆਂ ਨੇ ਕਿ ਕਦੇ ਵੀ ਸਟੇਟ ਨਾਲ ਲੜਾਈ ਤੁਸੀਂ ਇੱਕਦਮ ਨਹੀਂ ਲੈ ਸਕਦੇ, ਉਹਦੇ ਲਈ ਤੁਹਾਨੂੰ ਲੰਬੀ ਪਲੈਨਿੰਗ ਚਾਹੀਦੀ ਹੈ। ਤਾਂ ਮੈਨੂੰ ਲੱਗਦਾ ਉਹ ਜਿਹੜਾ ਇੱਕ ਹਿੱਸਾ ਕਹਿ ਲਓ ਉਸ ਇਮੀਡੀਏਸੀ ਦੇ ਵਿੱਚ ਬਿਲੀਵ ਕਰਦਾ, ਉਹਨੂੰ ਲੱਗਦਾ ਸ਼ਾਇਦ ਕਿ ਸਾਡੀ ਗੱਲ ਨਹੀਂ ਸੁਣੀ ਜਾ ਰਹੀ। ਅਦਰਵਾਈਜ਼ ਜਿੱਦਾਂ ਸਾਡੇ ਵਰਗੇ ਬਹੁਤ ਸਾਰੇ ਨੌਜਵਾਨ ਹੈ ਜਿਹੜੇ ਅਸੀਂ ਮੰਨਦੇ ਹਾਂ ਕਿ ਇਹ ਚੀਜ਼ਾਂ ਲੰਬੀਆਂ ਚੱਲਣਗੀਆਂ। ਅਸੀਂ ਸਮਝਦੇ ਹਾਂ ਕਿ ਜਿਹੜੀਆਂ ਸਰਕਾਰਾਂ ਨੇ ਉਸ ਟਾਈਮ 'ਤੇ ਡਰੀਆਂ ਹੋਈਆਂ ਨੇ, ਉਹਨਾਂ ਦੇ ਪ੍ਰੈਸ਼ਰ ਹੈ, ਬਟ ਸਟੇਟ ਲਈ ਵੀ ਝੁਕਣਾ ਇੰਨਾ ਸੌਖਾ ਨਹੀਂ ਹੁੰਦਾ, ਖਾਸ ਕਰਕੇ ਜਿਹੜੀ ਸਟੇਟ ਨਾਲ ਹੁਣ ਸਾਡਾ ਵਾਹ ਪਿਆ। ਕਿਉਂਕਿ ਬੀਜੇਪੀ ਨੇ ਪਿਛਲੇ ਸਾਲਾਂ 'ਚ ਕੀਤਾ ਕੀ ਆ, ਉਹਨਾਂ ਨੇ ਬੇਸਿਕਲੀ ਇੱਕ ਨਰੇਟਿਵ ਕੰਸਟਰਕਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਜੋ ਵੀ ਕਹਿੰਦੇ ਹਾਂ ਉਹ ਕਰਕੇ ਦਿਖਾਉਂਦੇ ਹਾਂ। ਉਹ ਬੇਸ਼ੱਕ ਧਾਰਾ 370 ਹਟਾਉਣਾ ਹੋਵੇ ਕਸ਼ਮੀਰ ਤੋਂ, ਉਸ ਤੋਂ ਬਾਅਦ ਮਤਲਬ ਲੱਖ ਪ੍ਰੋਟੈਸਟ ਹੋ ਲਏ, ਸਾਰਾ ਕੁਝ ਹੋ ਲਿਆ, ਉਹ ਰਿਪੀਲ ਨਹੀਂ ਹੋਈ। ਉਹ ਬੇਸ਼ੱਕ CA NRC NPR ਦਾ ਮਾਮਲਾ ਹੋਵੇ, ਐਡੇ ਵੱਡੇ ਵੱਡੇ ਅੰਦੋਲਨ ਹੋਏ, ਪਰ ਪੈਂਡੈਮਿਕ ਦੀ ਆੜ 'ਚ ਇਹਨਾਂ ਨੇ ਸਾਰੀ ਮੂਵਮੈਂਟ ਕਹਿ ਲਓ ਸਨੱਬ ਕਰਤੀ। ਤਾਂ ਬੀਜੇਪੀ ਨੇ ਉਹ ਨਰੇਟਿਵ ਕੰਸਟਰਕਟ ਕੀਤਾ ਕਿ ਸਾਨੂੰ ਕੋਈ ਰੋਕ ਨਹੀਂ ਸਕਦਾ, ਅਸੀਂ ਜੋ ਕਰਦੇ ਹਾਂ ਉਹ ਕਹਿੰਦੇ ਹਾਂ ਉਹ ਕਰਕੇ ਦਿਖਾਉਂਦੇ ਹਾਂ। ਅਤੇ ਮੈਨੂੰ ਲੱਗਦਾ ਇਸ ਕਰਕੇ ਇਸ ਟਾਈਮ 'ਤੇ ਉਹਨਾਂ ਨੂੰ ਹਾਰ ਮੰਨਣਾ, ਇਹ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣਾ ਕਹਿ ਲਓ ਥੁੱਕ ਕੇ ਚੱਟਣ ਵਾਲੀ ਗੱਲ ਹੋਈ ਪਈ ਆ ਉਹਨਾਂ ਲਈ। ਇਸ ਕਰਕੇ ਸ਼ਾਇਦ ਉਹਨਾਂ ਨੂੰ ਲੱਗ ਰਿਹਾ ਵੀ ਜਿੰਨਾ ਅੰਦੋਲਨ ਨੂੰ ਅਸੀਂ ਡਿਲੇ ਕਰ ਲਾਂਗੇ ਓਨਾ ਸ਼ਾਇਦ ਇਹ ਟੁੱਟਣਾ ਸ਼ੁਰੂ ਹੋ ਜਾਊਗਾ। ਬਟ ਉਸ ਤੋਂ ਵਿਪਰੀਤ ਅਸੀਂ ਦੇਖਿਆ ਕਿ ਜਿੰਨਾ ਇਹ ਲੰਬਾ ਚੱਲ ਗਿਆ, ਇਹਦੇ 'ਚ ਲੋਕਾਂ ਦੀ ਭਾਗੀਦਾਰੀ ਉਨੀ ਵੱਧਦੀ ਜਾ ਰਹੀ ਹੈ। ਜਿੰਨੀਆਂ ਪਿਛਲੇ ਦਿਨਾਂ 'ਚ ਕਹਿ ਲਓ ਸਾਡੇ ਸਾਹਮਣੇ ਜਿੰਨੇ ਹਿਊਜ ਮਹਾਪੰਚਾਇਤਾਂ ਦੇ ਵਿਜ਼ੂਅਲਸ ਸਾਡੇ ਸਾਹਮਣੇ ਆ ਰਹੇ ਆ, ਉਹ ਸਾਨੂੰ ਦੱਸ ਰਹੇ ਕਿ ਲਗਾਤਾਰ ਜਿਹੜੀ ਮੋਬਿਲਾਈਜੇਸ਼ਨ ਆ ਲੋਕਾਂ ਦੀ ਵੱਧ ਰਹੀ ਹੈ। ਉਹ ਇਸੇ ਕਰਕੇ ਵੱਧ ਰਹੀ ਹੈ ਕਿਉਂਕਿ ਅਸੀਂ ਬਹੁਤ ਹੀ ਪੀਸਫੁਲ ਤਰੀਕੇ ਨਾਲ, ਬਹੁਤ ਹੀ ਪੇਸ਼ੈਂਟਲੀ ਬਾਰਡਰਸ ਦੇ ਉੱਤੇ ਬੈਠੇ ਹਾਂ ਆਪਣੀਆਂ ਮੰਗਾਂ ਲੈ ਕੇ ਕਿ ਜਦੋਂ ਤੱਕ ਇਹ ਤਿੰਨੇ ਕਾਲੇ ਕਾਨੂੰਨ ਨੇ ਜਿਹੜੇ ਵਾਪਸ ਨਹੀਂ ਲਏ ਜਾਂਦੇ ਅਸੀਂ ਨਹੀਂ ਜਾਵਾਂਗੇ। ਇਸ ਕਰਕੇ ਮੈਨੂੰ ਲੱਗਦਾ ਕਿ ਹਾਂ ਇੱਕ ਛੋਟਾ ਹਿੱਸਾ ਜ਼ਰੂਰ ਹੈ ਜਿਹਨੂੰ ਲੱਗਦਾ ਕਿ ਸਾਡੀ ਨਹੀਂ ਸੁਣੀ ਜਾਂਦੀ, ਬਟ ਮੈਨੂੰ ਲੱਗਦਾ ਉਸ ਹਿੱਸੇ ਨੂੰ ਵੀ ਇਹ ਸਮਝਣਾ ਚਾਹੀਦਾ ਕਿ ਚੀਜ਼ਾਂ ਠਰਮੇ ਨਾਲ ਹੀ ਹੱਲ ਹੋਣੀਆਂ। ਕਿਉਂਕਿ ਅਦਰਵਾਈਜ਼ 26 ਵਾਲੀ ਇੱਕ ਘਟਨਾ ਨੇ ਕਿਸ ਤਰੀਕੇ ਨਾਲ ਸਾਨੂੰ ਨੁਕਸਾਨ ਪਹੁੰਚਾਇਆ। ਆਲਦੋ ਅਸੀਂ ਸਮਝਦੇ ਹਾਂ ਕਿ ਕਾਫੀ ਹੱਦ ਤੱਕ ਚੀਜ਼ਾਂ ਪ੍ਰੀ ਪਲਾਨਡ ਸੀ, ਸਟੇਟ ਵੱਲੋਂ ਫੈਬਰੀਕੇਟ ਕੀਤੀਆਂ ਗਈਆਂ ਸੀ, ਸਟਿਲ ਉਹਦਾ ਨੁਕਸਾਨ ਅਸੀਂ ਕਿੰਨਾ ਝੱਲਿਆ ਇਹ ਅਸੀਂ ਸਮਝਦੇ ਹਾਂ। ਇਸ ਕਰਕੇ ਮੈਨੂੰ ਲੱਗਦਾ ਕਿ ਪੇਸ਼ੈਂਟਲੀ ਹੀ ਅਤੇ ਲੀਡਰਸ਼ਿਪ 'ਚ ਬਿਲੀਵ ਰੱਖ ਕੇ ਹੀ ਅਸੀਂ ਇਹ ਸੰਘਰਸ਼ ਜਿੱਤ ਸਕਦੇ ਹਾਂ। ਨਵਕਿਰਨ, ਤੁਸੀਂ ਕਿਹਾ ਕਿ ਅਸੀਂ ਇਹ ਮੰਨ ਕੇ ਚੱਲ ਰਹੇ ਹਾਂ ਕਿ ਇਹ ਸੰਘਰਸ਼ ਹੋਰ ਲੰਬਾ ਚੱਲੇਗਾ, ਪਰ ਫਿਰ ਵੀ ਉਸ ਲੰਬਾਈ ਦਾ ਕੋਈ ਅੰਦਾਜ਼ਾ ਹੈ? ਤੁਸੀਂ ਸੋਚਦੇ ਹੋ ਕਿ ਕਿੰਨਾ ਕੁ ਲੰਬਾ ਚੱਲੇਗਾ? ਲੱਗਦਾ ਲੰਬਾਈ ਦਾ ਅੰਦਾਜ਼ਾ ਬੀਜੇਪੀ ਸਰਕਾਰ ਜਾਂ ਮੋਦੀ ਜੀ ਬੈਟਰ ਦੱਸ ਸਕਦੇ ਨੇ, ਕਿਉਂਕਿ ਉਦੋਂ ਤੱਕ ਚੱਲੂਗਾ ਜਦੋਂ ਤੱਕ ਉਹ ਤਿੰਨੇ ਕਾਨੂੰਨ ਵਾਪਸ ਨਹੀਂ ਲੈਂਦੇ। ਅਤੇ ਉਹ ਕਦੋਂ ਤੱਕ ਲੈਣਗੇ ਉਹਦਾ ਕਹਿ ਲਓ ਹਾਲੇ ਤੱਕ ਕੋਈ ਆਈਡੀਆ ਨਹੀਂ ਹੈ। ਬਟ ਮਤਲਬ ਫॉर द टाइम बीइंग ਵੀ ਆਰ ਪ੍ਰੀਪੇਅਰਿੰਗ ਫॉर द ਕਮਿੰਗ ਸਮਰਸ ਕਿ ਐਟਲੀਸਟ ਉਦੋਂ ਤੱਕ ਤਾਂ ਅਸੀਂ ਮੰਨ ਕੇ ਚੱਲ ਰਹੇ ਹਾਂ ਕਿ ਇਹ ਚੱਲੂਗਾ। ਵੀ ਬਾਕੀ ਜਿਹੜੇ ਕਹਿ ਲਓ ਆਉਣ ਵਾਲੀਆਂ ਸਟੇਟਸ ਦੇ ਇਲੈਕਸ਼ਨਸ ਨੇ ਉਹਨਾਂ 'ਤੇ ਵੀ ਮੈਨੂੰ ਲੱਗਦਾ ਬਹੁਤ ਸਾਰੀਆਂ ਚੀਜ਼ਾਂ ਡਿਪੈਂਡ ਕਰਦੀਆਂ ਨੇ। ਬਿਕਾਜ਼ ਆਫਟਰ ਆਲ ਬੀਜੇਪੀ ਨੇ ਇਲੈਕਟੋਰਲ ਪੋਲੀਟਿਕਸ 'ਚ ਲੋਕਾਂ ਦੇ ਸਾਹਮਣੇ ਜਾਣਾ, ਅਤੇ ਇਸ ਕਰਕੇ ਮੈਨੂੰ ਲੱਗਦਾ ਉਹ ਇਹਦੇ 'ਚ ਇੱਕ ਡਿਸੀਜ਼ਨ ਫੈਕਟਰ ਹੋ ਸਕਦਾ ਕਿ ਕਿੰਨਾ ਲੰਬਾ ਚੱਲੂ ਜਾਂ ਨਹੀਂ ਚੱਲੂ।
ਸੋ ਇਸ ਵੇਲੇ ਜੇ ਆਪਾਂ ਸਮ ਅਪ ਕਰਨਾ ਹੋਵੇ ਇਸ ਸੰਘਰਸ਼ ਨੂੰ, ਇਸ ਵੇਲੇ ਸੰਘਰਸ਼ ਕਿਸ ਮੋੜ ਤੇ ਖੜਾ ਹੈ? ਜਦੋਂ ਤੋਂ ਸੰਘਰਸ਼ ਚੱਲਿਆ ਤੁਸੀਂ ਉਦੋਂ ਤੋਂ ਨਾਲ ਹੋ, ਇਸ ਵੇਲੇ ਕਿੱਥੇ ਹੈ? ਇਸ ਵੇਲੇ ਸੰਘਰਸ਼ ਜਿੱਥੋਂ ਚੱਲਿਆ ਸੀ ਉਸ ਤੋਂ ਕਾਫੀ ਅਗਾਂਹ ਹੈ ਤੇ ਬਹੁਤ ਹੀ ਜ਼ਿਆਦਾ ਪਾਵਰਫੁਲ ਤਰੀਕੇ ਨਾਲ ਅੱਜ ਦੀ ਸਥਿਤੀ 'ਚ ਇਹ ਅੱਗੇ ਵਧ ਰਿਹਾ ਹੈ। ਬਿਕਾਜ਼ ਜਦੋਂ ਅਸੀਂ 26-27 ਨੂੰ ਤੁਰੇ ਸੀਗੇ, ਉਦੋਂ 26 ਨੂੰ ਪੰਜਾਬ ਸੀ ਤੇ ਨਾਲ ਹਰਿਆਣੇ ਨੇ ਮੋਢਾ ਜੋੜਿਆ ਸੀਗਾ। ਆਲਦੋ ਬਾਕੀ ਸਟੇਟਸ ਦੇ ਵਿੱਚ ਮੋਬਿਲਾਈਜੇਸ਼ਨ ਹੋ ਰਹੀ ਸੀ, ਬਟ ਉਹ ਉਸ ਗਿਣਤੀ 'ਚ ਨਹੀਂ ਸੀਗੀ ਜਿਸ ਗਿਣਤੀ 'ਚ ਉਹ ਅੱਜ ਹੈ। ਤੇ ਜਿਹੜੀਆਂ ਕੋਸ਼ਿਸ਼ਾਂ ਬੀਜੇਪੀ ਤੇ RSS ਦਾ ID ਸੈੱਲ ਉਸ ਟਾਈਮ ਕਰ ਰਿਹਾ ਸੀ ਪੂਰਾ ਅੰਦੋਲਨ ਨੂੰ ਇਹ ਪੋਰਟਰੇ ਕਰਨ ਦਾ ਕਿ ਦਿਸ ਇਜ਼ ਲਿਮਿਟਡ ਟੂ ਪੰਜਾਬ, ਜਾਂ ਸਿਰਫ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਹੀ ਦਿੱਕਤ ਹੈ, ਜਾਂ ਇਹ ਸਿਰਫ ਕਿਸਾਨੀ ਦਾ ਮਾਮਲਾ ਨਹੀਂ ਬਲਕਿ ਇਹਦੇ ਪਿੱਛੇ ਖਾਲਿਸਤਾਨੀ ਜਾਂ ਹੋਰ ਮੁੱਦੇ ਨੇ, ਉਹ ਜਿਹੜਾ ਉਹ ਪੋਰਟਰੇ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਸੀ ਉਹਦੀਆਂ ਹੁਣ ਇੱਕਦਮ ਧੱਜੀਆਂ ਉੱਡੀਆਂ ਹੋਈਆਂ ਨੇ। ਬਿਕਾਜ਼ ਅੱਜ ਦੇ ਟਾਈਮ 'ਚ ਗਾਜ਼ੀਪੁਰ ਬਾਰਡਰ ਜਿਸ ਤਰੀਕੇ ਨਾਲ ਉੱਭਰ ਕੇ ਸਾਹਮਣੇ ਆਇਆ ਹੈ, ਉਹ ਮੈਨੂੰ ਲੱਗਦਾ ਬਹੁਤ ਪਾਵਰਫੁਲ ਚੀਜ਼ ਹੈ। ਉਹ ਸਾਨੂੰ ਇਹ ਵੀ ਦੱਸਦਾ ਕਿ ਇਹ 26-27 ਨਵੰਬਰ ਨਾਲੋਂ ਕਿੰਨਾ ਜ਼ਿਆਦਾ ਸਟਰੋਂਗ ਹੋਇਆ ਪਹਿਲਾਂ ਨਾਲੋਂ ਇਹ ਅੰਦੋਲਨ। ਜਿਹੜਾ ਯੂਥ ਦੀਆਂ ਮੀਟਿੰਗਸ, ਕੀ ਜਿਹੜੇ ਬਜ਼ੁਰਗ ਆਗੂ ਹੈਗੇ ਆ, ਐਕਸਪੀਰੀਅੰਸਡ ਆਗੂ ਹੈਗੇ ਆ, ਉਹਨਾਂ ਦੇ ਨਾਲ ਕੋਈ ਰੈਗੂਲਰ ਮੀਟਿੰਗਸ ਹੋ ਰਹੀਆਂ? ਕਿਸ ਤਰ੍ਹਾਂ ਦੀ ਕਮਿਊਨੀਕੇਸ਼ਨ ਹੈ? ਕਮਿਊਨੀਕੇਸ਼ਨ ਮੋਰ ਲਾਈਕ ਆਰਗੇਨਾਈਜੇਸ਼ਨਲ ਲੈਵਲ ਤੇ ਹੈ, ਬਿਕਾਜ਼ ਜਿੰਨੇ ਵੀ ਲੀਡਰਸ ਨੇ ਉਹ ਆਪਣੀਆਂ ਆਰਗੇਨਾਈਜੇਸ਼ਨਸ ਨੂੰ ਉੱਥੇ ਰਿਪਰੈਜ਼ੈਂਟ ਕਰ ਰਹੇ ਨੇ, ਉਹਨਾਂ ਦਾ ਆਪਣਾ ਇੱਕ ਕੇਡਰ ਬੇਸ ਹੈ, ਉਹਨਾਂ ਨਾਲ ਕਹਿ ਲਓ ਰੈਗੂਲਰ ਜਿਹੜੀ ਹੈ ਤਾਲਮੇਲ ਉਹ ਹੋ ਰਿਹਾ। ਅਦਰਵਾਈਜ਼ ਜਿੰਨਾ ਫੈਲਿਆ ਹੋਇਆ ਸਾਰਾ ਅੰਦੋਲਨ, ਉਹਦੇ 'ਚ ਸਾਰਿਆਂ ਨਾਲ ਜਾ ਕੇ ਮੀਟਿੰਗਾਂ ਕਰਨਾ ਉਸ ਤਰੀਕੇ ਨਾਲ ਪੋਸੀਬਲ ਨਹੀਂ ਹੈ। ਬਾਕੀ ਜਿਹੜੇ ਕਿਸਾਨ ਏਕਤਾ ਮੋਰਚਾ ਦੇ ਓਫੀਸ਼ੀਅਲ ਹੈਂਡਲਸ ਨੇ ਉਹਨਾਂ ਦੇ ਥਰੂ ਜਿਹੜੇ ਕਿਸਾਨ ਨੇਤਾ ਨੇ ਉਹ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਂਦੇ ਨੇ। ਤੇ ਬਾਕੀ ਜਿਹੜੀਆਂ ਹੁਣ ਮਹਾ ਪੰਚਾਇਤਾਂ ਹੋਈਆਂ ਮੈਨੂੰ ਲੱਗਦਾ ਉਹ ਕਾਫੀ ਅਹਿਮ ਰੋਲ ਨਿਭਾ ਰਹੀਆਂ ਨੇ, ਕਿਉਂਕਿ ਉਹਦੇ 'ਚ ਵੀ ਲੋਕਾਂ ਦੀ ਜਿੰਨੀ ਸ਼ਮੂਲੀਅਤ ਹੋ ਰਹੀ ਹੈ ਤੇ ਉਹਦੇ 'ਚ ਜਦੋਂ ਜਾ ਕੇ ਜਿਹੜੇ ਲੀਡਰਸ ਨੇ ਉਹ ਆਮ ਜਨਤਾ ਨਾਲ ਜਿਹੜੀ ਹਲੇ ਵੀ ਸ਼ਾਇਦ ਵਾਪਸ ਪਿੱਛੇ ਘਰਾਂ 'ਚ ਬੈਠੀ ਹੈ, ਪਿੰਡਾਂ 'ਚ ਬੈਠੀ ਹੈ, ਉਹਨਾਂ ਨਾਲ ਇੰਟਰੈਕਟ ਕਰ ਰਹੇ ਨੇ, ਉਹ ਮੈਨੂੰ ਲੱਗਦਾ ਇੱਕ ਬੈਟਰ ਮੋਬਿਲਾਈਜੇਸ਼ਨ ਦੇ ਵਿੱਚ ਵੀ ਸਾਨੂੰ ਹੈਲਪ ਕਰ ਰਿਹਾ ਹੈ। ਨਵਕਿਰਨ, ਬਹੁਤ ਸਾਰੇ ਜਿਹੜੇ ਯੂਥ ਨੇ, ਨੌਜਵਾਨ ਨੇ, ਉਹ ਵਾਰ-ਵਾਰ ਇਹ ਗੱਲ ਕਹਿੰਦੇ ਆ ਕਿ ਸਾਨੂੰ ਲੀਡਰਸ਼ਿਪ ਦੇ ਵਿੱਚ ਭਰੋਸਾ ਹੈ, ਲੀਡਰਸ਼ਿਪ ਦੇ ਵਿੱਚ ਭਰੋਸਾ ਹੈ, ਪਰ ਕਿਤੇ ਥੋੜ੍ਹੀ ਦੱਬਵੀਂ ਆਵਾਜ਼ ਦੇ ਵਿੱਚ ਉਹ ਇਹ ਵੀ ਗੱਲਾਂ ਕਹਿੰਦੇ ਆ ਕਿ ਅਸੀਂ ਲੀਡਰਸ਼ਿਪ ਦੀਆਂ ਸਾਰੀਆਂ ਹੀ ਗੱਲਾਂ ਦੇ ਨਾਲ ਸਹਿਮਤ ਨਹੀਂ ਆ। ਤੁਸੀਂ ਵੀ ਇਹੋ ਜਿਹੀਆਂ ਗੱਲਾਂ ਸੁਣੀਆਂ? ਜੀ ਬਿਲਕੁਲ ਸੁਣੀਆਂ ਨੇ। ਮੈਨੂੰ ਲੱਗਦਾ ਜਿਸ ਉਹ ਜਿਹੜੀ ਕਹਿ ਅਸਹਿਮਤੀ ਲਓ ਕਿਹੜੀਆਂ ਗੱਲਾਂ ਪਲੇਟਫਾਰਮ ਤੇ ਆ? ਅਸਹਿਮਤੀ ਕਿਹੜੀਆਂ ਗੱਲਾਂ ਤੇ ਆ? ਮੈਂ ਬੇਸਿਕਲੀ ਜਿਹੜੀ ਜ਼ਿਆਦਾ ਸਹਿਮਤੀ ਆਈ ਹੈ ਉਹ 26 ਤੋਂ ਬਾਅਦ ਆਈ ਹੈ, ਕਿਉਂਕਿ ਇੱਕ ਹਿੱਸਾ ਓਨੈਸਟਲੀ ਸਪੀਕਿੰਗ ਇੱਕ ਹਿੱਸਾ ਜਿਹੜਾ ਦੀਪ ਸਿੱਧੂ ਦੇ ਹੱਕ 'ਚ ਖੜਦਾ, ਜਿਹਨੂੰ ਇਹ ਲੱਗ ਰਿਹਾ ਕਿ ਬਾਕੀ ਲੀਡਰਸ਼ਿਪ ਜਿਹੜੀ ਹੈ ਉਹ ਦੀਪ ਸਿੱਧੂ ਦੇ ਅਗੇਂਸਟ ਹੈ। ਆਲਦੋ ਇੱਦਾਂ ਹੋਇਆ ਨਹੀਂ ਗਾ। ਜਦੋਂ ਹੋਈ ਹੈ 26 ਵਾਲੀ ਘਟਨਾ, ਉਸ ਤੋਂ ਨੈਕਸਟ ਹੀ ਡੇ ਜਿਹੜੀ ਪ੍ਰੈਸ ਕਾਨਫਰੰਸ ਹੋਈ ਹੈ ਉਹਦੇ 'ਚ ਸਾਰੀ ਲੀਡਰਸ਼ਿਪ ਨੇ ਯੂਨਾਈਟਿਡਲੀ ਇਹ ਕਿਹਾ ਕਿ ਇਹ ਜਿਹੜੀ ਪਰੇਡ ਸੀ ਉਹ ਸਾਡੀ ਸਾਂਝੀ ਪਰੇਡ ਸੀ, ਇਸ ਕਰਕੇ ਜੋ ਹੋਇਆ ਅਸੀਂ ਉਹਦੀ ਜ਼ਿੰਮੇਵਾਰੀ ਲੈਂਦੇ ਹਾਂ, ਸਾਡੀ ਮੋਰਲ ਰਿਸਪੌਂਸਿਬਿਲਿਟੀ ਹੈ ਤੇ ਅਸੀਂ ਉਹ ਲੈਂਦੇ ਹਾਂ। ਇਸ ਕਰਕੇ ਉਹ ਜੋ ਵੀ ਹੋਇਆ ਉਹਨਾਂ ਨੇ ਕੋਈ ਉਹਦੇ ਤੋਂ ਕਹਿ ਲਓ ਆਪਣੇ ਹੱਥ ਨਹੀਂ ਧੋਏ, ਉਹਨਾਂ ਨੇ ਬਕਾਇਦਾ ਉਹਦੀ ਜ਼ਿੰਮੇਵਾਰੀ ਲਈ ਹੈ ਲੀਡਰਸ਼ਿਪ ਨੇ। ਤੇ ਦੂਜੀ ਗੱਲ ਜਿਹੜੀ ਇਹ ਆ ਰਹੀ ਸੀਗੀ, ਮੈਨੂੰ ਲੱਗਦਾ ਜਿੱਦਾਂ BJP IT ਸੈੱਲ ਦਾ ਫੇਕ ਪ੍ਰੋਪੇਗੈਂਡਾ ਚੱਲਦਾ ਨਾ, ਮੈਨੂੰ ਲੱਗਦਾ ਇੱਕ ਕਿਸਮ ਦਾ ਪ੍ਰੋਪੇਗੈਂਡਾ ਮੈਂ ਰੀਸੈਂਟਲੀ ਵਿਟਨੈਸ ਕਰ ਰਹੀ ਸੀ ਪੰਜਾਬ 'ਚ ਵੀ ਚੱਲ ਰਿਹਾ ਹੈ। ਤੇ ਉਹ ਬੇਸਿਕਲੀ ਇਹਨੂੰ ਕਿਤੇ ਨਾ ਕਿਤੇ ਇਹਨੂੰ ਸਿੱਖ ਵਰਸਸ ਲੈਫਟ ਬਣਾਉਣ ਲਈ ਇੱਕ ਪ੍ਰੋਪੇਗੈਂਡਾ ਚੱਲ ਰਿਹਾ, ਜੋ ਕਿ ਬਹੁਤ ਹੀ ਮੈਨੂੰ ਲੱਗਦਾ ਟ੍ਰੈਜਿਕ ਗੱਲ ਹੈ ਇਸ ਗਿਵਨ ਸਿਨੈਰੀਓ ਦੇ ਵਿੱਚ। ਬਿਕਾਜ਼ ਆਈ ਗੈਸ ਜਿੰਨੇ ਵੀ ਲੋਕ ਵੱਖੋ ਵੱਖਰੀਆਂ ਆਈਡੀਓਲੋਜੀਜ਼ ਨਾਲ ਸਹਿਮਤ, ਉਹ ਬੇਸ਼ੱਕ ਉਹ ਪੋਲੀਟੀਕਲ ਆਈਡੀਓਲੋਜੀਜ਼ ਨੇ ਜਾਂ ਰਿਲੀਜੀਅਸ ਆਈਡੀਓਲੋਜੀਜ਼ ਨੇ, ਉਹਨਾਂ ਨਾਲ ਸਹਿਮਤ ਨੇ, ਉਹ ਇਸ ਇੱਕ ਸਾਂਝੇ ਪਲੇਟਫਾਰਮ 'ਤੇ ਆਪਣੇ ਸਾਰੇ ਕਹਿ ਲਓ ਇੰਟਰਨਲ ਜਿਹੜੇ ਡਿਫਰੈਂਸਿਸ ਨੇ ਉਹ ਪਾਸੇ ਰੱਖ ਕੇ ਆਏ ਹੈ। ਇੱਥੇ ਅਸੀਂ ਬਸ ਤਿੰਨ ਜਿਹੜੀਆਂ ਸਾਡੀ ਇੱਕ ਮੰਗ ਹੈ ਕਿ ਜਿਹੜੇ ਤਿੰਨੋਂ ਕਾਲੇ ਕਾਨੂੰਨ ਨੇ, ਤਿੰਨੋਂ ਖੇਤੀ ਕਾਨੂੰਨ ਨੇ, ਉਹਨਾਂ ਨੂੰ ਵਾਪਸ ਲਿਆ ਜਾਵੇ। ਉਸ ਤੋਂ ਇਲਾਵਾ ਤਾਂ ਤੁਸੀਂ ਇਹ ਦੇਖ ਲਓ ਵੀ ਜਿੰਨੀਆਂ ਲੈਫਟ ਦੀਆਂ ਜਾਂ ਕਹਿ ਲਓ ਬਾਕੀ ਕਿਸਾਨ ਆਰਗੇਨਾਈਜੇਸ਼ਨਸ ਵੀ ਇੱਥੇ ਇੱਕ ਮੰਚ 'ਤੇ ਆਈਆਂ, ਉਹਨਾਂ ਦੇ ਕਿਹੜਾ ਆਪਸ 'ਚ ਡਿਫਰੈਂਸਿਸ ਹੈ ਨਹੀਂ। ਉਹ ਡਿਫਰੈਂਸਿਸ ਨੇ ਤਾਂ ਹੀ ਉਹ ਵੱਖੋ ਵੱਖਰੇ ਨੇ, ਬਟ ਉਹ ਸਾਰੇ ਆਪਣੇ ਉਹ ਡਿਫਰੈਂਸਿਸ ਭੁਲਾ ਕੇ ਇਸ ਮੰਚ 'ਤੇ ਇਕੱਠੇ ਨੇ। ਤੇ ਇੱਥੇ ਮੈਨੂੰ ਲੱਗਦਾ ਕਿ ਬਾਕੀ ਵੀ ਜਿੰਨੇ ਰਿਲੀਜੀਅਸ ਆਈਡੀਓਲੋਜੀਜ਼ ਨਾਲ ਸਹਿਮਤ ਲੋਕ ਨੇ ਪੰਜਾਬ, ਹਰਿਆਣਾ ਜਾਂ ਆਸੇ ਪਾਸੇ ਦੀਆਂ ਹੋਰ ਸਟੇਟਸ ਦੇ, ਉਹ ਵੀ ਸਾਰੇ ਇੱਥੇ ਇਕੱਠੇ ਆਏ ਨੇ। ਮੈਨੂੰ ਲੱਗਦਾ ਇੱਕ ਬਹੁਤ ਛੋਟਾ ਹਿੱਸਾ ਹੈਗਾ ਜਿਹੜਾ ਕਿਤੇ ਨਾ ਕਿਤੇ ਇਹਨੂੰ
ਅਗੇਨ ਉਹੀ ਬੀਜੇਪੀ ਆਰਐਸਐਸ ਦੀ ਜਿਹੜੀ ਪੂਰੀ ਪੋਲੀਟਿਕਸ ਹੈ ਕਿ ਡਿਵਾਈਡ ਐਂਡ ਰੂਲ ਵਾਲੀ ਉਹ ਖੇਡਣ ਦੀ ਕੋਸ਼ਿਸ਼ ਕਰ ਰਿਹਾ। ਬਟ ਇੱਥੇ ਟ੍ਰੈਜਡੀ ਇਹ ਹੈ ਕਿ ਉਹ ਮਤਲਬ ਪੰਜਾਬ ਦਾ ਇੱਕ ਹਿੱਸਾ ਵੀ ਉਹਦੇ 'ਚ ਸ਼ਾਮਿਲ ਹੈ, ਜਿਹਦੇ ਕਰਕੇ ਮੈਨੂੰ ਮਤਲਬ ਦੁੱਖ ਵੀ ਲੱਗਦਾ ਕਿ ਅਸੀਂ ਤਾਂ ਸਾਰੀਆਂ ਚੀਜ਼ਾਂ ਸਮਝਦੇ ਹਾਂ ਹੈ ਨਾ, ਅਤੇ ਫਿਰ ਵੀ ਅਸੀਂ ਇਹ ਕਰ ਰਹੇ ਹਾਂ। ਅਦਰਵਾਈਜ਼ ਮੈਨੂੰ ਨਹੀਂ ਲੱਗਦਾ ਕਿ ਉਸ ਤਰੀਕੇ ਨਾਲ ਕੋਈ ਵੀ ਡਿਫਰੈਂਸਿਸ ਲੋਕਾਂ ਦੇ ਵਿੱਚ ਹੈਗੇ ਆ, ਬਿਕਾਜ਼ ਉੱਥੇ ਕਹਿ ਲਓ ਸਿੱਖ ਬਿਲੀਵਰਸ ਨੇ, ਹਿੰਦੂ ਬਿਲੀਵਰਸ ਨੇ, ਮੁਸਲਿਮ ਬਿਲੀਵਰਸ ਨੇ, ਲੈਫਟ ਦੇ ਲੋਕ ਨੇ, ਮਜ਼ਦੂਰ ਨੇ, ਅਕ੍ਰੋਸ ਜੈਂਡਰ ਕਾਸਟ ਕਲਾਸ ਉੱਥੇ ਲੋਕ ਬੈਠੇ ਨੇ। ਸਾਰੇ ਆਪਣੇ ਪੋਲੀਟੀਕਲ ਡਿਫਰੈਂਸਿਸ ਪਾਸੇ ਰੱਖ ਕੇ ਇੱਕ ਮੁੱਦੇ 'ਤੇ ਇਕੱਠੇ ਹੋਏ ਹੋਏ ਹੈ। ਉਸ ਟਾਈਮ 'ਤੇ ਇਹ ਕਹਿਣਾ ਕਿ ਨਹੀਂ ਨਹੀਂ ਇਹ ਤਾਂ ਕਾਮਰੇਡਾਂ ਜਾਂ ਸਿੱਖਾਂ ਦੀ ਲੜਾਈ ਹੈ, ਮੈਨੂੰ ਲੱਗਦਾ ਉਹ ਸਹੀ ਨਹੀਂ ਹੈਗਾ। ਸਾਨੂੰ ਥੋੜ੍ਹਾ ਕਹਿ ਲਓ ਆਪਣਾ ਜਿਹੜਾ ਮੈਂਟਲ ਸਟੇਟ ਹੈ ਉਹਦਾ ਹੋਰਾਈਜ਼ਨ ਥੋੜ੍ਹਾ ਬਰੋਡ ਕਰਨਾ ਚਾਹੀਦਾ, ਅਤੇ ਸਾਨੂੰ ਸਮਝਣਾ ਚਾਹੀਦਾ ਕਿ ਅਸੀਂ ਇੱਥੇ ਇੱਕ ਮਾਤਰ ਏਜੰਡੇ ਦੇ ਨਾਲ ਇਕੱਠੇ ਹੋਏ ਹਾਂ, ਅਤੇ ਅਸੀਂ ਕੋਈ ਵੀ ਸਟੈਪ ਇੱਦਾਂ ਦਾ ਨਾ ਲਈਏ ਜਿਹਦੇ ਕਰਕੇ ਸਾਡਾ ਜਿਹੜਾ ਮੇਨ ਮੁੱਦਾ ਉਹਦੇ ਤੋਂ ਜਨਤਾ ਭਟਕੇ। ਟਰੋਲੀ ਟਾਈਮਸ ਦੀ ਮੈਂ ਗੱਲ ਤੁਹਾਡੇ ਨਾਲ ਛੇੜਨਾ ਚਾਹੁੰਦੀ ਹਾਂ। ਟਰੋਲੀ ਟਾਈਮਸ ਦਾ ਜਿਹੜਾ ਜਨਮ ਹੋਇਆ ਉਹਦੇ ਬਾਰੇ ਥੋੜ੍ਹਾ ਜਿਹਾ ਸਾਡੇ ਸੁਣਨ ਵਾਲਿਆਂ ਨੂੰ ਦੱਸੋ ਕਿ ਇੱਕਦਮ ਕਿਵੇਂ ਇਹਦਾ ਆਈਡੀਆ ਆਇਆ ਅਤੇ ਕਿਸ ਤਰ੍ਹਾਂ ਉਸ ਆਈਡੀਆ ਨੂੰ ਰੀਅਲਾਈਜ਼ ਕੀਤਾ ਗਿਆ। ਬੇਸਿਕਲੀ ਇੱਕਦਮ ਤਾਂ ਨਹੀਂ ਆਇਆ, ਉਹ ਲੰਬੇ ਪ੍ਰੋਸੈਸ 'ਚੋਂ ਆਇਆ, ਬਿਕਾਜ਼ ਜਿੰਨੇ ਅਸੀਂ ਕਹਿ ਲਓ ਕੋਰ ਟੀਮ ਦੇ ਵਿੱਚ ਹੈਗੇ ਆ ਮੈਂਬਰ, ਅਸੀਂ ਪਹਿਲੇ ਦਿਨੋਂ ਹੀ ਸਾਰੇ ਪ੍ਰੋਟੈਸਟ ਦਾ ਹਿੱਸਾ, ਅੰਦੋਲਨ ਦਾ ਹਿੱਸਾ। ਇੱਕ ਚੀਜ਼ ਜਿਹੜੀ ਅਸੀਂ ਲਗਾਤਾਰ ਰਿਅਲਾਈਜ਼ ਕਰ ਰਹੇ ਸੀ ਉਹ ਕਿ ਜਿੰਨਾ ਵੱਡਾ ਇਹ ਅੰਦੋਲਨ ਹੈ ਉਹਦੇ ਵਿੱਚ ਇੱਕ ਲੈਕ ਆਫ ਕਨੈਕਟੀਵਿਟੀ ਸੀ। ਸਟੇਜਾਂ 'ਤੇ ਕੀ ਹੋ ਰਿਹਾ ਉਹ ਪਿੱਛੇ ਤੱਕ ਲੋਕਾਂ ਨੂੰ ਨਹੀਂ ਸੀ ਪਤਾ ਚੱਲ ਰਿਹਾ, ਇੱਕ ਬਾਰਡਰ 'ਤੇ ਕੀ ਹੋ ਰਿਹਾ ਉਹ ਦੂਜੇ ਬਾਰਡਰ 'ਤੇ ਨਹੀਂ ਸੀ ਪਤਾ ਚੱਲ ਰਿਹਾ। ਅਤੇ ਸਾਨੂੰ ਲੱਗਿਆ ਕਿ ਇਸ ਲੈਕ ਨੂੰ ਜਿਹੜਾ ਸਾਨੂੰ ਭਰਨ ਦੀ ਲੋੜ ਹੈ, ਇਹਨੂੰ ਦੂਰ ਕਰਨ ਦੀ ਲੋੜ ਹੈ। ਅਤੇ ਦੂਜਾ ਇਹ ਵੀ ਸੀ ਕਿ ਜਿਸ ਤਰੀਕੇ ਨਾਲ ਸਾਡਾ ਪ੍ਰੋ ਸਟੇਟ ਮੀਡੀਆ ਪੂਰੇ ਨਰੇਟਿਵ ਨੂੰ ਡੀਰੇਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਸਾਨੂੰ ਲੱਗਿਆ ਉਹਨੂੰ ਵੀ ਕਾਊਂਟਰ ਕੀਤੇ ਜਾਣਾ ਜ਼ਰੂਰੀ ਹੈ, ਅਤੇ ਅੰਦੋਲਨ ਦੇ ਵਿੱਚੋਂ ਕਾਊਂਟਰ ਕਰਨਾ ਚਾਹੀਦਾ ਸਾਨੂੰ, ਕਿਉਂਕਿ ਤਾਂ ਹੀ ਕਹਿ ਲਓ ਜਿਹੜੀਆਂ ਅਸਲੀ ਸਟੋਰੀਜ਼ ਨੇ ਅੰਦੋਲਨ ਦੀਆਂ ਉਹ ਬਾਹਰ ਆਉਣਗੀਆਂ। ਅਤੇ ਇੰਨੇ ਸਾਰੀਆਂ ਡਿਬੇਟ ਡਿਸਕਸ਼ਨਸ ਦੇ ਵਿੱਚੋਂ ਸਾਨੂੰ ਲੱਗਿਆ ਕਿ ਇੱਕ ਨਿਊਜ਼ ਲੈਟਰ ਵਧੀਆ ਤਰੀਕਾ ਹੋ ਸਕਦਾ ਹੈ। ਦੂਜੀ ਗੱਲ ਇਹ ਵੀ ਅਸੀਂ ਸਮਝਦੇ ਹਾਂ ਕਿ ਆਲਦੋ ਬਹੁਤ ਸਾਰਾ ਅਲਟਰਨੇਟਿਵ ਮੀਡੀਆ ਸਾਡੇ ਕੋਲ ਅੱਜ ਦੇ ਦੌਰ 'ਚ ਮੌਜੂਦ ਹੈ। ਸੋਸ਼ਲ ਮੀਡੀਆ ਆਪਣੇ ਆਪ 'ਚ ਕਹਿ ਲਓ ਇੱਕ ਇਨਫੋਰਮੇਸ਼ਨ ਟੈਕਨੋਲੋਜੀ ਦੇ ਤੌਰ 'ਤੇ, ਮੀਡੀਆ ਦੇ ਤੌਰ 'ਤੇ ਕੰਮ ਕਰ ਰਿਹਾ। ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਨੂੰ ਹੀ ਯੂਜ਼ ਕਰ ਰਹੇ ਇਨਫੋਰਮੇਸ਼ਨ ਪਹੁੰਚਾਉਣ ਲਈ, ਬਟ ਉਹਦੀ ਇੱਕ ਲਿਮਿਟੇਸ਼ਨ ਇਹ ਆ ਕਿ ਉਹ ਥੋੜ੍ਹਾ ਟੈਕ ਸੇਵੀ ਹੈ, ਉਹਦੀ ਕਈ ਵਾਰ ਲੈਂਗੁਏਜ ਲਿਮਿਟੇਸ਼ਨ ਹੁੰਦੀ ਹੈ। ਅਤੇ ਸਾਡੀ ਜਿਹੜੀ ਜ਼ਿਆਦਾਤਰ ਸਾਡੇ ਪ੍ਰੋਟੈਸਟਰਸ ਨੇ, ਜਿਹੜੇ ਕਹਿ ਲਓ ਪਿੰਡਾਂ ਦੇ ਕਿਸਾਨ ਨੇ, ਮਜ਼ਦੂਰ ਨੇ, ਉਹ ਉਨੇ ਟੈਕ ਸੇਵੀ ਨਹੀਂ ਹੈਗੇ। ਉਹਨਾਂ ਲਈ ਅੱਜ ਵੀ ਮੀਡੀਆ ਦੇ ਮਾਇਨੇ ਅਖਬਾਰ ਦੀ ਹਾਰਡ ਕਾਪੀ ਹੈ ਨਾ, ਤਾਂ ਕਰਕੇ ਸਾਨੂੰ ਲੱਗਿਆ ਕਿ ਇੱਕ ਅਖਬਾਰ ਦਾ, ਇੱਕ ਨਿਊਜ਼ ਲੈਟਰ ਦਾ ਨਿਕਲਣਾ ਜ਼ਰੂਰੀ ਹੈ। ਅਤੇ ਬੇਸਿਕਲੀ ਇਹਦੀ ਸ਼ੁਰੂਆਤ ਕਰਨ ਵਾਲੇ ਦਾ ਆਈਡੀਆ ਨੂੰ ਅਮਲੀ ਜਾਮਾ ਪਹਿਨਾਉਣ ਵਾਲੇ ਅਤੇ ਇਹਦਾ ਨਾਮਕਰਨ ਕਰਨ ਵਾਲੇ 3 ਜਾਣੇ ਸੀਗੇ, ਸੁਰਮੀਤ ਮਾਵੀ, ਗੁਰਦੀਪ ਧਾਲੀਵਾਲ ਅਤੇ ਅਜੇਪਾਲ। ਅਤੇ ਉਸ ਤੋਂ ਬਾਅਦ ਜਦੋਂ ਸਾਡੇ ਨਾਲ ਆਈਡੀਆ ਡਿਸਕਸ ਹੋਇਆ ਤਾਂ ਉਹ ਕਹਿ ਲਓ ਟੀਮ ਹੋਰ ਫੈਲ ਗਈ। ਹੁਣ ਇਹਦੀ ਐਡੀਟੋਰੀਅਲ ਟੀਮ ਦੇ ਵਿੱਚ ਮੈਂ ਹਾਂ, ਜਸਦੀਪ ਨੇ, ਮੁਕੇਸ਼ ਕੁਲਰੀਆ ਅਤੇ ਮਤਲਬ ਹੋਰ ਬਹੁਤ ਸਾਰੇ ਦੋਸਤ ਨੇ ਜਿਹੜੇ ਸਾਡੇ ਨਾਲ ਨੇ, ਜਿਹੜੇ ਬੇਸਿਕਲੀ ਜਿੱਦਾਂ ਵਰੁਣ ਹੈ ਉਹ ਡਿਸਟਰੀਬਿਊਸ਼ਨ ਦਾ ਕੰਮ ਦੇਖਦੇ, ਉਹਨਾਂ ਨਾਲ ਹੋਰ ਬਹੁਤ ਸਾਰੇ ਜਾਣੇ ਅੱਗੇ ਜੁੜੇ ਹੋਏ ਆ। ਬਹੁਤ ਸਾਰੇ ਦੋਸਤ ਨੇ ਟਰਾਂਸਲੇਸ਼ਨ ਦਾ ਕੰਮ ਦੇਖਦੇ ਨੇ। ਬੇਸਿਕਲੀ ਇਹ ਵਲੰਟੀਅਰ ਐਫਰਟ ਦੇ ਨਾਲ ਹੀ ਚੱਲ ਰਿਹਾ ਹੈ। ਅਤੇ ਇੱਕ ਜਿਹੜੀ ਇੰਟਰਸਟਿੰਗ ਗੱਲ ਇਹ ਹੈ ਵੀ ਸਾਡੇ 'ਚੋਂ ਕੋਈ ਵੀ ਪ੍ਰੋਫੈਸ਼ਨਲੀ ਜਰਨਲਿਸਟ ਨਹੀਂ ਹੈਗਾ, ਕਿਸੇ ਨੇ ਜਰਨਲਿਜ਼ਮ ਦੀ ਪੜ੍ਹਾਈ ਨਹੀਂ ਕੀਤੀ। ਗੱਲ ਉਹੀ ਹੈ ਵੀ ਜਦੋਂ ਤਾਂ ਆਪਾਂ ਪ੍ਰੋਫੈਸ਼ਨ ਦੇ ਤੌਰ 'ਤੇ, ਕਰੀਅਰ ਦੇ ਤੌਰ 'ਤੇ ਚੀਜ਼ਾਂ ਚੂਜ਼ ਕਰਨੀਆਂ ਹੁੰਦੀਆਂ, ਸਾਨੂੰ ਲੱਗਦਾ ਕਿ ਜੇ ਇਸ ਲਾਈਨ 'ਚ ਜਾਣਾ ਤਾਂ ਮੈਨੂੰ ਕੋਈ ਡਿਗਰੀ ਹਾਸਿਲ ਕਰਨੀ ਪੈਣੀ ਹੈ। ਬਟ ਚੀਜ਼ਾਂ ਜਦੋਂ ਲੋੜ 'ਚੋਂ ਨਿਕਲਦੀਆਂ ਨੇ ਫਿਰ ਸਿੱਖਣਾ ਪੈਂਦਾ ਹੈ। ਇਸ ਕਰਕੇ ਅਸੀਂ ਜੋ ਕਰ ਰਹੇ ਹਾਂ ਨਾਲ ਨਾਲ ਸਿੱਖ ਵੀ ਰਹੇ ਹਾਂ। ਮੈਂ ਜਦੋਂ ਤੁਹਾਡੇ ਨਾਲ ਗੱਲ ਸ਼ੁਰੂ ਕੀਤੀ ਸੀ, ਮੈਂ ਸੋਚ ਰਹੀ ਸੀ ਕਿ ਤੁਹਾਡਾ ਮੈਂ ਇੰਟਰਵਿਊ ਕਰਨਾ, ਐਜ਼ ਅ ਪਰਸਨੈਲਿਟੀ ਇੰਟਰਵਿਊ ਕਰਨਾ, ਪਰ ਤੁਹਾਡੇ ਕੋਲ ਅੰਦੋਲਨ ਬਾਰੇ ਇੰਨੀਆਂ ਗੱਲਾਂ ਹੈ ਅਤੇ ਮੇਰੇ ਕੋਲ ਰਹਿ ਨਹੀਂ ਹੋ ਰਿਹਾ ਕਿ ਵੀ ਮੈਂ ਉਹ ਜਾਣਕਾਰੀ ਤੁਹਾਡੇ ਕੋਲੋਂ ਨਾ ਲਵਾਂ। ਜਿਹੜਾ ਟਰੋਲੀ ਟਾਈਮਸ ਹੈ ਇਹ ਔਨਲਾਈਨ ਵੀ ਅਵੇਲੇਬਲ ਹੈਗਾ? ਜੀ ਬਿਲਕੁਲ, ਇਹ ਬੇਸਿਕਲੀ ਬਾਈਲਿੰਗੁਅਲ ਬਾਈ ਵੀਕਲੀ ਨਿਊਜ਼ਪੇਪਰ ਹੈ। ਜਿਹੜਾ ਹਾਰਡ ਕਾਪੀ ਦੇ ਰੂਪ 'ਚ ਆਉਂਦਾ ਉਹ ਬਾਈਲਿੰਗੁਅਲ ਹੈ, ਹਿੰਦੀ ਅਤੇ ਪੰਜਾਬੀ 'ਚ ਅਸੀਂ ਉਹਨੂੰ ਪ੍ਰਿੰਟ ਕਰਦੇ ਹਾਂ। ਮਤਲਬ ਇੱਕੋ ਹੀ ਨਿਊਜ਼ ਲੈਟਰ ਦੇ ਵਿੱਚ ਪੰਜਾਬੀ 'ਚ ਵੀ ਕੰਟੈਂਟ ਹੁੰਦਾ, ਅੱਧਾ ਕੰਟੈਂਟ ਹਿੰਦੀ ਦੇ ਵਿੱਚ ਹੁੰਦਾ। ਇਸ ਤੋਂ ਇਲਾਵਾ ਇਹਦਾ ਜਿਹੜਾ ਇੰਗਲਿਸ਼ ਈ ਵਰਜ਼ਨ ਹੈ ਉਹ ਵੀ ਅਸੀਂ ਕੱਢਦੇ ਹਾਂ।
ਤੇ ਜਿਹੜੀ ਬਾਈਲਿੰਗੁਅਲ ਜਿਹੜੀ ਕਾਪੀ ਆ ਉਹ ਵੀ ਈ ਕਾਪੀ ਦੇ ਰੂਪ ਚ ਅਵੇਲੇਬਲ ਹੈ। ਇਹ ਸਾਡੀ ਵੈਬਸਾਈਟ ਹੈ, ਉਹਦੇ ਤੇ ਅਵੇਲੇਬਲ ਹੈ। ਉਸ ਤੋਂ ਇਲਾਵਾ ਜਿੰਨੇ ਸਾਡੇ ਸੋਸ਼ਲ ਮੀਡੀਆ ਹੈਂਡਲ ਆ, ਜਦੋਂ ਵੀ ਨਵਾਂ ਐਡੀਸ਼ਨ ਆਉਂਦਾ ਉਹਦੇ ਤੇ ਅਸੀਂ ਪਾਉਂਦੇ ਹਾਂ। ਇਹਦੀ ਹਾਰਡ ਕਾਪੀ ਨਾਲੋਂ ਜ਼ਿਆਦਾ ਸਾਡੀ ਆਨਲਾਈਨ ਸਰਕੂਲੇਸ਼ਨ ਹੈ, ਬਿਕਾਜ਼ ਇੱਕ ਹਿੱਸਾ ਜਿਹੜਾ ਨੌਜਵਾਨੀ ਦਾ ਇਸ ਅੰਦੋਲਨ ਦੇ ਵਿੱਚ ਸ਼ਾਮਿਲ ਹੈ ਉਹ ਤਾਂ ਸਾਰੇ ਟੈਕਸ ਸੇਵੀ ਹੈ, ਤੇ ਬਾਕੀ ਅਸੀਂ ਕਿਉਂਕਿ ਲਿਮਿਟਡ ਰਿਸੋਰਸਿਸ ਨਾਲ ਕੰਮ ਕਰਦੇ ਹਾਂ, ਤਾਂ ਅਸੀਂ ਜਿਹੜਾ ਯੂਥ ਆਉਂਦਾ ਉਹਨੂੰ ਕਹਿੰਦੇ ਹਾਂ ਬਈ ਆ ਸਕੈਨਰ ਲੱਗਿਆ, ਇਹਨੂੰ ਸਕੈਨ ਕਰ ਲਾ ਤੇ ਫੋਨ 'ਚ ਪੜ੍ਹ ਲਈ, ਸੋ ਦੈਟ ਹਾਰਡ ਕਾਪੀ ਅਸੀਂ ਬਾਕੀਆਂ ਨੂੰ ਵੰਡ ਦਈਏ। ਠੀਕ ਤੇ ਹੈ। ਇਸ ਤਰੀਕੇ ਨਾਲ ਅਸੀਂ ਗੱਲ ਕਰ ਰਹੇ ਹਾਂ, ਕੰਮ ਕਰ ਰਹੇ ਹਾਂ। ਤੇ ਜਿਸ ਤਰੀਕੇ ਦਾ ਸਾਨੂੰ ਰਿਸਪੌਂਸ ਮਿਲਿਆ ਉਹ ਅਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹਾਂ ਕਿ ਅੱਜ ਦੇ ਟਾਈਮ 'ਚ ਇਹ ਇੰਡੀਆ ਦੀ ਗੱਲ ਕਰੀਏ ਤਾਂ ਬਾਂਗਲਾ, ਮਰਾਠੀ, ਮਲਿਆਲਮ ਤੇ ਕੰਨੜ 'ਚ ਟਰਾਂਸਲੇਟ ਹੋ ਰਿਹਾ। ਉਸ ਤੋਂ ਇਲਾਵਾ ਇੰਟਰਨੈਸ਼ਨਲੀ ਗੱਲ ਕਰੀਏ ਤਾਂ ਫਰੈਂਚ, ਸਪੈਨਿਸ਼ ਤੇ ਪੁਰਤਗੀਜ਼ ਦੇ ਵਿੱਚ ਟਰਾਲੀ ਟਾਈਮਸ ਟਰਾਂਸਲੇਟ ਹੋ ਰਿਹਾ। ਉਹ ਅੱਛਾ, ਹਾਂ। ਵੈਬਸਾਈਟ ਹੈ, ਤੁਸੀਂ ਦੱਸਿਆ ਕਿ ਵੈਬਸਾਈਟ ਕਿਹੜੀ ਹੈ? ਜੇ ਸਾਡੇ ਸੁਣਨ ਵਾਲੇ, ਦੇਖਣ ਵਾਲੇ ਆਪੋ ਆਪਣੀ ਮਰਜ਼ੀ ਦੀ ਭਾਸ਼ਾ ਦੇ ਵਿੱਚ ਇਹਨੂੰ ਦੇਖਣਾ ਚਾਹੁੰਦੇ ਹੋਣ, ਪੜ੍ਹਨਾ ਚਾਹੁੰਦੇ ਹੋਣ। ਜੀ, ਹਾਲੇ ਵੈਬਸਾਈਟ ਤੇ ਥੋੜੀ ਲਿਮਿਟੇਸ਼ਨ ਆ, ਉੱਥੇ ਤੁਹਾਨੂੰ ਹਿੰਦੀ, ਪੰਜਾਬੀ, ਇੰਗਲਿਸ਼ ਮਿਲੂਗਾ। ਵੈਬਸਾਈਟ ਹੈ trolleys.online, ਬਿਕਾਜ਼ ਜਿੰਨੀਆਂ ਵੀ ਭਾਸ਼ਾਵਾਂ ਦੇ ਵਿੱਚ ਇਹ ਟਰਾਂਸਲੇਟ ਹੋ ਰਿਹਾ, ਉਹ ਜਿੰਨੇ ਵੀ ਲੋਕ ਕਰ ਰਹੇ ਨੇ ਉਹ ਆਪਣੇ ਲੈਵਲ ਤੇ ਕਰ ਰਹੇ। ਦੇ ਆਰ ਲਾਈਕ ਕੋਆਰਡੀਨੇਟਿੰਗ ਵਿਦ ਅਸ, ਬਟ ਹਲੇ ਅਸੀਂ ਉਹ ਸਾਰਾ ਕੰਟੈਂਟ ਆਪਣੀ ਵੈਬਸਾਈਟ ਤੇ ਨਹੀਂ ਪਾ ਸਕੇ ਬਿਕਾਜ਼ ਆਫ ਲਾਈਕ ਲਿਮਿਟਡ ਰਿਸੋਰਸਿਸ, ਲਿਮਿਟਡ ਪੀਪਲ। ਤੇ ਦੂਜਾ ਇਹ ਹੈ ਕਿ ਜਿੰਨੀ ਸਾਨੂੰ ਇਨਫੋਰਮੇਸ਼ਨ ਮਿਲੀ, ਬਹੁਤ ਸਾਰੇ ਦੇਸ਼ ਵਿਦੇਸ਼ 'ਚ ਰਹਿੰਦੇ ਪੰਜਾਬੀ ਸਾਥੀਆਂ ਨੇ, ਉਹਨਾਂ ਨੇ ਇਹ ਪ੍ਰਿੰਟ ਕਰਾ ਕੇ ਬਾਹਰ ਵੀ ਵੰਡਿਆ, ਆਪ ਪ੍ਰਿੰਟ ਕਰਾ ਕੇ, ਕਿਉਂਕਿ ਅਸੀਂ ਹਰ ਟਾਈਮ ਓਪਨ ਜਿਹੜੀ PDF ਹੈ ਉਹ ਸ਼ੇਅਰ ਕਰਦੇ ਹਾਂ, ਸੋ ਦੈਟ ਜਿਹੜਾ ਵੀ ਇਹਨੂੰ ਛਪਵਾ ਕੇ ਵੰਡਣਾ ਚਾਹੁੰਦਾ ਉਹ ਵੰਡ ਸਕਦਾ ਹੈਗਾ। ਸੋ ਬਿਕਾਜ਼ ਸਾਡਾ ਮੰਤਵ ਇਹੀ ਹੈ ਕਿ ਅੰਦੋਲਨ ਦੀ ਜਿਹੜੀ ਗੱਲ ਹੈ ਉਹ ਦੂਰ ਦੂਰ ਤੱਕ ਪਹੁੰਚਾਈ ਜਾ ਸਕੇ। ਬਸ ਸਾਡੀ ਇੱਕੋ ਹੀ ਰਿਕੁਐਸਟ ਰਹਿੰਦੀ ਹੈ ਕਿ ਕੰਟੈਂਟ ਨਾਲ ਕੋਈ ਛੇੜਛਾੜ ਨਾ ਕੀਤੀ ਜਾਵੇ। ਹੁਣ ਗੱਲ ਮੈਂ ਕਰਨਾ ਚਾਹੁੰਦੀ ਹਾਂ ਔਰਤਾਂ ਦੇ ਇਸ ਸੰਘਰਸ਼ ਦੇ ਵਿੱਚ ਰੋਲ ਦੀ। ਤੁਸੀਂ ਖੁਦ ਇੱਕ ਨੌਜਵਾਨ ਲੜਕੀ ਹੋ, ਹੋਰ ਬਹੁਤ ਸਾਰੀਆਂ ਨੌਜਵਾਨ ਲੜਕੀਆਂ ਜੁੜੀਆਂ ਹੋਈਆਂ। ਇਹ ਸਮਾਂ ਇੱਕ ਇਹੋ ਜਿਹਾ ਸਮਾਂ ਹੈ ਜਦੋਂ ਇਹ ਗੱਲ ਮਹਿਸੂਸ ਕੀਤੀ ਜਾ ਰਹੀ ਹੈ ਕਿ ਉਹ ਮਾਪੇ ਜਿਹੜੇ ਕੁੜੀਆਂ ਨੂੰ ਸ਼ਾਮ ਦੇ ਟਾਈਮ 'ਤੇ ਘਰੋਂ ਨਿਕਲਣ ਤੋਂ ਵਰਜਦੇ ਸੀ ਜਾਂ ਰੋਕਦੇ ਸੀ ਜਾਂ ਫਿਕਰਮੰਦ ਰਹਿੰਦੇ ਸੀ, ਉਹ ਮਾਪੇ ਵੀ ਬੈਠੇ ਨੇ ਇਸ ਸੰਘਰਸ਼ ਦੇ ਵਿੱਚ, ਉਹਨਾਂ ਦੇ ਧੀਆਂ ਪੁੱਤ ਵੀ ਬੈਠੇ ਆ। ਖਾਸ ਕਰਕੇ ਜਿਹੜੀ ਕੁੜੀਆਂ ਦੀ ਸ਼ਮੂਲੀਅਤ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਇਸ ਅੰਦੋਲਨ ਦੇ ਵਿੱਚ ਕਿੰਨੀਆਂ ਕੁ ਕੁੜੀਆਂ ਸ਼ਾਮਿਲ ਨੇ ਤੇ ਉਹਨਾਂ ਪ੍ਰਤੀ ਜਿਹੜਾ ਰਵੱਈਆ ਹੈ ਉੱਥੇ ਬੈਠੇ ਲੋਕਾਂ ਦਾ ਕਿਹੋ ਜਿਹਾ ਹੈ? ਪਹਿਲੀ ਗੱਲ ਤਾਂ ਇਹ, ਜੇ ਅਸੀਂ ਫੈਕਟਸ ਦੀ ਗੱਲ ਕਰੀਏ ਤਾਂ ਸ਼ਾਇਦ ਉਹ ਅੰਕੜਿਆਂ ਦੇ ਹਿਸਾਬ ਨਾਲ ਮਰਦਾਂ ਦੇ ਕੰਪੈरेटिवली ਉਨੇ ਜ਼ਿਆਦਾ ਅੰਕੜੇ ਨਾ ਹੋਣ ਔਰਤਾਂ ਦੀ ਸ਼ਮੂਲੀਅਤ ਦੇ, ਹਨ। ਲਾਈਕ ਹੋ ਸਕਦਾ ਇਹ 85% ਵਰਸਸ 15% ਹੀ ਹੋਵੇ, ਇੰਨਾ ਕੀ ਤਕਰੀਬਨ। ਬਟ ਜਿਹੜੀ ਇੱਕ ਸਭ ਤੋਂ ਇੰਟਰਸਟਿੰਗ ਚੀਜ਼ ਆ ਉਹ ਇਹ, ਬਿਕਾਜ਼ ਮੈਂ ਪੰਜਾਬ 'ਚ ਰਹਿੰਦੇ ਹਾਂ ਕਈ ਸਾਲ, ਕਹਿ ਲਓ ਵੱਖੋ ਵੱਖਰੇ ਕਿਸਾਨੀ ਅੰਦੋਲਨਾਂ ਨੂੰ ਮੈਂ ਦੇਖਿਆ, ਉਹਦਾ ਹਿੱਸਾ ਰਹੀ ਹਾਂ ਛੋਟੇ ਹੁੰਦਿਆਂ ਤੋਂ ਆਪਣੀ ਮਦਰ ਦੇ ਨਾਲ। ਤਾਂ ਇੱਕ ਗੱਲ ਮੈਂ ਜ਼ਰੂਰ ਐਕਸਪੀਰੀਅੰਸ ਕੀਤੀ ਆ ਕਿ ਪਹਿਲੀ ਦਫਾ ਕਿਸੇ ਕਿਸਾਨੀ ਅੰਦੋਲਨ ਦੇ ਵਿੱਚ ਇੰਨੀ ਗਿਣਤੀ ਦੇ ਵਿੱਚ ਔਰਤਾਂ ਨੇ ਜਿਹੜੀਆਂ ਉਹ ਸੜਕ 'ਤੇ ਉਤਰੀਆਂ ਨੇ। ਇਸ ਕਰਕੇ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ, ਕਿਉਂਕਿ ਇੱਕ ਪਾਸੇ ਅਸੀਂ ਦੇਖਦੇ ਹਾਂ ਕਿ ਖੇਤੀ ਦੀ ਜਿਹੜੀ ਵਰਕਫੋਰਸ ਹੈ ਉਹਦਾ, ਅਗਰੇਰੀਅਨ ਵਰਕਫੋਰਸ ਦਾ ਨੀਅਰਲੀ 50% ਔਰਤਾਂ ਨੇ, ਬਟ ਸਟਿਲ ਉਹਨਾਂ ਦੀ ਲੇਬਰ ਜਿਹੜੀ ਆ ਉਸ ਤਰੀਕੇ ਨਾਲ ਰੈਕੋਗਨਾਈਜ਼ ਨਹੀਂ ਕੀਤੀ ਜਾਂਦੀ। ਲੈਂਡ ਹੋਲਡਰਸ ਦੀ ਜੇ ਗੱਲ ਕਰੀਏ ਤਾਂ ਸਿਰਫ 2% ਔਰਤਾਂ ਨੇ। ਉਹਦੇ 'ਚ ਵੀ ਅਸੀਂ ਸਮਝਦੇ ਹਾਂ ਬਹੁਤ ਸਾਰੇ ਫੈਕਟਰਸ ਨੇ, ਕਿਉਂਕਿ ਟੈਕਸ ਘੱਟ ਲੱਗਦਾ ਔਰਤਾਂ ਦੇ ਨਾਮ 'ਤੇ ਜ਼ਮੀਨ ਕਰਾਉਣ 'ਤੇ, ਜਾਂ ਫਿਰ ਅਸੀਂ ਦੇਖਦੇ ਹਾਂ ਕਿ ਘਰ 'ਚ ਜੇ ਕੋਈ ਮਰਦ ਨਹੀਂ ਹੈ, ਭਰਾ ਨਹੀਂ ਹੈ, ਫਾਦਰ ਨਹੀਂ ਹੈ, ਤਾਂ ਕਰਕੇ ਕੁੜੀਆਂ ਦੇ ਨਾਮ 'ਤੇ ਜ਼ਮੀਨ ਹੋ ਜਾਂਦੀ ਹੈ। ਇੱਦਾਂ ਦੇ ਫੈਕਟਰਸ ਨੇ, ਹਨ। ਅਤੇ ਨਾ ਹੀ ਮੈਨੂੰ ਲੱਗਦਾ ਜਿਸ ਤਰੀਕੇ ਨਾਲ ਔਰਤਾਂ ਖੇਤੀ ਦੇ ਵਿੱਚ ਯੋਗਦਾਨ ਪਾਉਂਦੀਆਂ ਨੇ, ਉਹਨਾਂ ਦੀ ਉੱਦਾਂ ਕਹਿ ਲਓ ਲੇਬਰ ਨੂੰ ਰੈਕੋਗਨਾਈਜ਼ ਕੀਤਾ ਜਾਂਦਾ। ਜਦੋਂ ਅਸੀਂ ਅਗਰੇਰੀਅਨ ਲੇਬਰ ਦੀ ਗੱਲ ਵੀ ਕਰਦੇ ਹਾਂ ਤਾਂ ਸਿੱਧਾ ਉਹ ਔਰਤਾਂ ਨੇ ਜਿਹੜੀਆਂ ਕਹਿ ਲਓ ਖੇਤੀ 'ਚ ਜਾਂ ਪਸ਼ੂ ਪਾਲਣ ਦੇ ਕੰਮਾਂ 'ਚ ਲੱਗੀਆਂ ਹੋਈਆਂ ਨੇ, ਪਰ ਜਿਹੜੀਆਂ ਔਰਤਾਂ ਘਰਾਂ ਦੇ ਵਿੱਚ ਬਹਿ ਕੇ ਕਾਮਿਆਂ ਲਈ, ਜਿਹੜੇ ਖੇਤਾਂ 'ਚ ਕੰਮ ਕਰਦੇ ਨੇ, ਸੀਰੀ ਪਾਲੀ, ਉਹਨਾਂ ਲਈ ਜਦੋਂ 150-150 ਰੋਟੀਆਂ ਲਾਉਂਦੀਆਂ ਨੇ, ਉਹ ਡੋਮੈਸਟਿਕ ਲੇਬਰ ਕਿਤੇ ਕੰਸੀਡਰ ਵੀ ਨਹੀਂ ਹੁੰਦੀ, ਹੈ ਨਾ। ਲੇਕਿਨ ਸਟਿਲ ਕਹਿ ਲਓ ਔਰਤਾਂ ਪਹਿਲੀ ਦਫਾ ਐਡੀ ਵੱਡੀ ਗਿਣਤੀ 'ਚ ਨਿਕਲ ਕੇ ਬਾਹਰ ਆਈਆਂ ਨੇ। ਉਹਨੂੰ ਮੈਂ ਦੋ ਤਰੀਕੇ ਨਾਲ ਦੇਖਦੀ ਹਾਂ। ਇੱਕ ਤਾਂ ਇਹ ਵੀ ਆ ਕਿ
ਪਿਛਲੇ ਸਮਿਆਂ 'ਚ ਜਿੱਦਾਂ ਅਸੀਂ ਕਹਿ ਲਓ ਗਲੋਬਲ ਪੋਲੀਟਿਕਸ 'ਚ ਵੀ ਜਾਂ ਈਵਨ ਇੰਡੀਅਨ ਪੋਲੀਟਿਕਸ ਦੇ ਵਿੱਚ ਵੀ ਜੈਂਡਰ ਪੋਲੀਟਿਕਸ ਦਾ ਅਪਸਰਜ ਦੇਖਿਆ, ਤਾਂ ਮੈਂ ਇਹਨੂੰ ਉਹਦੀ ਕੜੀ 'ਚ ਵੀ ਦੇਖਦੀ ਹਾਂ ਕਿ ਔਰਤਾਂ ਹੁਣ ਆਪਣੇ ਆਪ ਨੂੰ ਜ਼ਿਆਦਾ ਅਸਰਟ ਕਰਨ ਲੱਗੀਆਂ ਨੇ, ਘਰਾਂ ਤੋਂ ਨਿਕਲ ਕੇ ਉਹ ਬਾਹਰ ਆ ਰਹੀਆਂ ਨੇ, ਉਹ ਆਪਣੀ ਲੇਬਰ ਨੂੰ ਅਕਨੋਲੇਜ ਕਰ ਰਹੀਆਂ ਨੇ ਅਤੇ ਕਰਵਾ ਰਹੀਆਂ ਨੇ। ਅਤੇ ਦੂਜਾ ਇਹ ਵੀ ਆ ਕਿ ਇਹ ਮੁੱਦਾ ਇੱਦਾਂ ਦਾ ਜਿਹਨੇ ਸਿੱਧਾ ਸਾਡੇ ਘਰਾਂ ਦੇ ਉੱਤੇ ਅਟੈਕ ਕੀਤਾ, ਜਿਹਨੇ ਸਿੱਧਾ ਸਾਡੀ ਰਸੋਈ ਦੇ ਉੱਤੇ ਅਟੈਕ ਕੀਤਾ, ਜਿਹਨੇ ਸਿੱਧਾ ਸਾਡੇ ਕਹਿ ਲਓ ਜਨ ਸਾਧਨਾਂ ਦੇ ਉੱਤੇ ਅਟੈਕ ਕੀਤਾ। ਬਿਕਾਜ਼ ਜੇ ਸਾਡੀ ਮਤਲਬ ਜੇ ਅਸੀਂ ਖੇਤੀ ਪਰਿਵਾਰਾਂ ਦੀ ਗੱਲ ਕਰੀਏ, ਸਾਡੀਆਂ ਜ਼ਮੀਨਾਂ ਸਾਡੇ ਤੋਂ ਖੁੱਸ ਜਾਣੀਆਂ, ਸਾਡੀ ਫਸਲ ਸਾਡੇ ਤੋਂ ਖੁੱਸ ਜੂਗੀ, ਤਾਂ ਸ਼ਾਇਦ ਜਿੰਨੀਆਂ ਕੁ ਕੁੜੀਆਂ ਸਕੂਲਾਂ ਕਾਲਜਾਂ ਤੱਕ ਜਾ ਪਾ ਰਹੀਆਂ ਉਹ ਵੀ ਨਹੀਂ ਜਾ ਸਕਣਗੀਆਂ, ਕਿਉਂਕਿ ਜਦੋਂ ਘਰ 'ਚ ਤੰਗੀ ਆਊਗੀ ਪਹਿਲਾ ਕੱਟ ਹੈ ਜਿਹੜਾ ਉਹ ਕੁੜੀਆਂ ਦੀ ਪੜ੍ਹਾਈ 'ਤੇ ਲੱਗਦਾ। ਅਤੇ ਇਸ ਕਰਕੇ ਮੈਨੂੰ ਲੱਗਦਾ ਕਿ ਇਹ ਸਿੱਧੇ ਰੂਪ 'ਚ ਕੁੜੀਆਂ ਨਾਲ ਇਹ ਮੁੱਦਾ ਜੁੜਿਆ ਹੋਇਆ, ਅਤੇ ਜਿੰਨੇ ਮਤਲਬ ਮਾਸ ਲੈਵਲ 'ਤੇ ਇਹ ਅੰਦੋਲਨ ਫੈਲਿਆ, ਅਤੇ ਉਹਦੇ ਕਰਕੇ ਮੈਨੂੰ ਲੱਗਦਾ ਕਿ ਪਰਿਵਾਰਾਂ ਦੇ ਵਿੱਚ ਵੀ ਲੋਕ ਜਿਹੜੇ ਨੇ ਉਹ ਪੁਸ਼ ਕਰ ਰਹੇ ਨੇ ਆਪਣੇ ਬੱਚਿਆਂ ਨੂੰ, ਕੁੜੀਆਂ ਨੂੰ, ਕਿ ਠੀਕ ਹੈ ਪੁੱਤ ਜਾਓ ਤੁਸੀਂ ਹਿੱਸਾ ਬਣੋ ਇਹਦਾ। ਅਤੇ ਦੂਜਾ ਗੱਲ ਇਹ ਵੀ ਆ ਕਿਉਂਕਿ ਲਗਭਗ 3 ਮਹੀਨੇ ਹੋਣ ਵਾਲੇ ਹੋ ਗਏ ਸਾਨੂੰ ਖੁਦ ਨੂੰ ਪ੍ਰੋਟੈਸਟ ਸਾਈਟਸ ਦੇ ਉੱਤੇ ਬੈਠਿਆਂ। ਇੱਕ ਚੀਜ਼ ਜਿਹੜੀ ਮੈਂ ਨੋਟਿਸ ਕੀਤੀ ਹੈ ਇੱਥੇ, ਇਹ ਨਹੀਂ ਮੈਂ ਕਹਿੰਦੀ ਵੀ ਬਹੁਤ ਸੇਫ ਹੈ ਕਿ ਮੈਨੂੰ ਕੋਈ ਇੱਕ ਵੀ ਘਟਨਾ ਇੱਦਾਂ ਦੀ ਦੇਖਣ 'ਚ ਸਾਹਮਣੇ ਨਹੀਂ ਆਈ। ਜੇ ਮੈਂ ਉਹ ਕਹੂੰਗੀ ਉਹ ਅੱਤਕਥਨੀ ਹੋਊਗੀ, ਹੈ ਨਾ, ਬਿਕਾਜ਼ ਆਫਟਰ ਆਲ ਸਮਾਜ ਦੇ ਵਿੱਚ ਜਿਸ ਤਰੀਕੇ ਦੇ ਅਨਸਰ ਹੁੰਦੇ ਆ ਉਹ ਸਾਰੇ ਅਨਸਰ ਇਸ ਅੰਦੋਲਨ ਦੇ ਵਿੱਚ ਵੀ ਹੈਗੇ ਨੇ। ਬਟ ਇੱਕ ਚੀਜ਼ ਜਿਹੜੀ ਮੈਨੂੰ ਬਹੁਤ ਇਹਦੇ 'ਚ ਵਧੀਆ ਲੱਗੀ ਉਹ ਇਹ ਆ ਕਿ ਕੁਛ ਵੀ ਜੇ ਗਲਤ ਹੁੰਦਾ, ਕੁਛ ਵੀ ਜੇ ਥੋੜ੍ਹੀ ਜਿਹੀ ਭਣਕ ਵੀ ਪੈਂਦੀ, ਜਿੱਦਾਂ ਸਾਡੇ ਪੂਰੇ ਪੰਜਾਬ ਦੇ ਵਿੱਚ ਜਾਂ ਇਸ ਰੀਜਨ ਦੇ ਵਿੱਚ ਗਾਲਾਂ ਕਿੰਨੀਆਂ ਕੱਢੀਆਂ ਜਾਂਦੀਆਂ, ਮਾਵਾਂ ਭੈਣਾਂ ਦੀਆਂ ਬਹੁਤ ਕਿੰਨੀਆਂ ਗਾਲਾਂ ਕੱਢੀਆਂ ਜਾਂਦੀਆਂ। ਮੈਨੂੰ ਲੱਗਦਾ ਪਹਿਲੀ ਦਫਾ ਮੈਂ ਕਿਸੇ ਅੰਦੋਲਨ ਦੇ ਵਿੱਚ ਇਹ ਦੇਖ ਰਹੀ ਹਾਂ ਕਿ ਸਟੇਜ ਤੋਂ ਮੇਲ ਲੀਡਰਸ਼ਿਪ ਇਸ ਗੱਲ ਨੂੰ ਕੰਡੈਮ ਕਰਦੀ ਹੈ, ਲਗਾਤਾਰ ਕੰਡੈਮ ਕਰਦੀ ਹੈ ਕਿ ਭਾਈ ਗਾਲਾਂ ਨਾ ਕੱਢੋ, ਔਰਤਾਂ ਤੁਹਾਡੇ ਬਰਾਬਰ ਬੈਠੀਆਂ ਨੇ, ਹੈ ਨਾ। ਜੇ ਕੁਛ ਵੀ ਕਹਿ ਲਓ ਮਾੜਾ ਜਿਹਾ ਵੀ ਕਿਤੇ ਇਨਫੋਰਮੇਸ਼ਨ ਆਉਂਦੀ ਹੈ ਵੀ ਕੋਈ ਵਧੀਕੀ ਹੋਈ ਜਾਂ ਕੋਈ ਵੀ ਕੰਪਲੇਂਟ ਆਉਂਦੀ ਹੈ ਤਾਂ ਉਹਨੂੰ ਸਟੇਜ ਤੋਂ ਕੰਡੈਮ ਕੀਤਾ ਜਾਂਦਾ। ਜਿੱਦਾਂ ਇੱਕ ਪੱਤਰਕਾਰ ਆਈ ਸੀ ਜੀ ਨਿਊਜ਼ ਦੀ, ਅਤੇ ਉਹਨਾਂ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਕਿਸਾਨਾਂ ਨੇ, ਬਿਕਾਜ਼ ਜੀ ਨਿਊਜ਼ ਨੂੰ ਪ੍ਰਤੀ ਉਹਨਾਂ ਦਾ ਇੱਕ ਆਪਣਾ ਗੁੱਸਾ ਹੈਗਾ, ਉਹ ਫੇਕ ਨਿਊਜ਼ ਫੈਲਾਉਂਦਾ। ਅਤੇ ਉਹ ਨਾਅਰੇਬਾਜ਼ੀ ਮਤਲਬ ਇੰਨੀ ਜ਼ਿਆਦਾ ਹੋ ਗਈ ਕਿ ਉਹ ਬਿਕਾਜ਼ ਉਹ ਫੀਮੇਲ ਪੱਤਰਕਾਰ ਸੀ, ਉਹਦੇ ਲਈ ਥੋੜ੍ਹਾ ਚੀਜ਼ਾਂ ਅਨਕੰਫਰਟੇਬਲ ਹੋ ਗਈਆਂ, ਤਾਂ ਉਸ ਗੱਲ ਨੂੰ ਸਟੇਜ ਤੋਂ ਕੰਡੈਮ ਕੀਤਾ ਗਿਆ। ਲੀਡਰਸ਼ਿਪ ਨੇ ਉਹਦੇ ਲਈ ਮਾਫੀ ਮੰਗੀ ਅਤੇ ਇਹ ਬਕਾਇਦਾ ਕਿਹਾ ਕਿ ਕੋਈ ਮਰਜ਼ੀ ਔਰਤ ਆ ਜਾਏ ਕਿਸੇ ਮਰਜ਼ੀ ਮੀਡੀਆ ਹਾਊਸ ਤੋਂ, ਉਹਦੀ ਰਿਸਪੈਕਟ ਕਰਨਾ ਸਾਡੀ ਪ੍ਰਾਇੋਰਟੀ ਹੈ। ਅਤੇ ਮੈਨੂੰ ਲੱਗਦਾ ਜਦੋਂ ਤੁਹਾਡੀ ਲੀਡਰਸ਼ਿਪ, ਜਦੋਂ ਤੁਹਾਨੂੰ ਲੀਡ ਕਰਨ ਵਾਲੇ ਲੋਕ ਹਨ, ਜਿਨ੍ਹਾਂ ਵੱਲ ਤੁਸੀਂ ਕਹਿ ਲਓ ਅਸਪਾਇਰ ਕਰਦੇ ਹੋ ਦੇਖ ਕੇ, ਜਦੋਂ ਉਹ ਇੱਦਾਂ ਦੇ ਸਟੈਂਡ ਲੈਂਦੇ ਨੇ, ਉਹ ਇੱਦਾਂ ਦੀਆਂ ਗੱਲਾਂ ਕਰਦੇ, ਮੈਨੂੰ ਲੱਗਦਾ ਫਿਰ ਜਿਹੜੀਆਂ ਸਪੇਸਿਸ ਨੇ ਉਹ ਸੇਫ ਬਣਦੀਆਂ ਨੇ ਜਾਂ ਸੇਫ ਮਹਿਸੂਸ ਹੁੰਦੀਆਂ ਨੇ। ਲੀਡਰਸ਼ਿਪ ਵੱਲੋਂ ਬਕਾਇਦਾ ਉੱਥੇ ਵਲੰਟੀਅਰਾਂ ਦੀ ਡਿਊਟੀ ਲੱਗਦੀ ਹੈ ਜਿਹੜੇ ਪੂਰੀ ਰਾਤ ਪਹਿਰਾ ਦਿੰਦੇ ਨੇ ਸੋ ਦੈਟ ਕੋਈ ਵੀ ਅਣਸੁਖਾਵੀ ਘਟਨਾ ਉੱਥੇ ਨਾ ਹੋਵੇ। ਮੈਨੂੰ ਲੱਗਦਾ ਕਿ ਇਹ ਨਹੀਂ ਆ ਕਿ ਅੰਦੋਲਨ ਸ਼ੁਰੂ ਹੋਇਆ ਤੇ ਸਾਰੇ ਲੋਕ ਵਧੀਆ ਸੀ ਤੇ ਇੱਕਦਮ ਉਹ ਬਹੁਤ ਸੇਫ ਮਾਹੌਲ ਬਣ ਗਿਆ, ਨਹੀਂ। ਉੱਥੇ ਜਿਹੜੇ ਲੋਕ ਨੇ, ਜਿਹੜੇ ਉੱਥੇ ਜ਼ਿੰਮੇਦਾਰ ਲੋਕ ਨੇ, ਉਹ ਲਗਾਤਾਰ ਇਹ ਜ਼ਿੰਮੇਦਾਰੀ ਲੈ ਰਹੇ ਨੇ ਕਿ ਜਿਹੜੀ ਉਹ ਸਪੇਸ ਹੈ ਉਹ ਔਰਤਾਂ ਲਈ ਸੇਫ ਬਣੇ। ਅਤੇ ਮੈਨੂੰ ਲੱਗਦਾ ਉਹ ਸਭ ਤੋਂ ਖੂਬਸੂਰਤ ਗੱਲ ਹੈ। ਸਮਾਜ 'ਚ ਵੀ ਸਾਨੂੰ ਇਹੀ ਕਹਿ ਲਓ ਕਿਤੇ ਨਾ ਕਿਤੇ ਕੋਸ਼ਿਸ਼ ਦੀ ਘਾਟ ਮਹਿਸੂਸ ਹੁੰਦੀ ਹੈ, ਕਿਉਂਕਿ ਸਾਡੀ ਸਟੇਟ ਦੇ ਵਿੱਚ ਹੀ ਇੱਦਾਂ ਦੇ ਬੰਦੇ ਬੈਠੇ ਨੇ BJP RSS ਦੇ, ਜਿਹੜੇ ਖੁਦ ਕਹਿ ਲਓ ਰੇਪ ਕਲਪ੍ਰਿਟਸ ਨੇ, ਜਾਂ ਜਦੋਂ ਰੇਪ ਹੁੰਦਾ ਉਹ ਕਹਿੰਦੇ ਨੇ ਕਿ ਕੁੜੀ ਬਾਹਰ ਕਿਉਂ ਨਿਕਲੀ ਸੀ, ਕੁੜੀ ਮੁੰਡੇ ਨਾਲ ਕਿਉਂ ਗਈ ਸੀ, ਕੁੜੀ ਨੇ ਕੱਪੜੇ ਛੋਟੇ ਕਿਉਂ ਪਾਏ ਸੀ। ਮਤਲਬ ਜਦੋਂ ਤੁਹਾਡੇ ਉੱਤੇ ਜਿਹੜੇ ਕਹਿ ਲਓ ਚੀਜ਼ਾਂ ਨੂੰ ਇਨਫੋਰਸ ਕਰਨ ਵਾਲੇ ਲੋਕ ਇੱਦਾਂ ਦੀ ਮਾਨਸਿਕਤਾ ਵਾਲੇ ਨੇ, ਤੁਸੀਂ ਕਿੱਦਾਂ ਐਕਸਪੈਕਟ ਕਰ ਸਕਦੇ ਹੋ ਕਿ ਸਮਾਜ ਬਦਲ ਜੂਗਾ। ਅਤੇ ਉਸ ਦੇ ਉਲਟ ਇਹ ਪ੍ਰੋਟੈਸਟ ਸਾਈਟਸ ਨੇ ਜਿਹੜੀਆਂ, ਇਹ ਬਹੁਤ ਵਧੀਆ ਐਗਜ਼ਾਮਪਲ ਨੇ ਕਿ ਕਿੱਦਾਂ ਅਸੀਂ ਸਮਾਜ ਬਦਲ ਸਕਦੇ ਹਾਂ, ਕਿੱਦਾਂ ਅਸੀਂ ਸਪੇਸਿਸ ਨੂੰ ਸੇਫ ਬਣਾ ਸਕਦੇ ਹਾਂ। ਨਵਕਿਰਨ, ਤੁਸੀਂ 2-3 ਵਾਰੀ ਇਹ ਚੀਜ਼ ਮੈਂਸ਼ਨ ਕੀਤੀ ਹੈ ਕਿ ਮੈਂ ਬਚਪਨ ਤੋਂ ਹੀ, ਮੈਂ ਛੋਟੀ ਹੁੰਦੀ ਹੀ ਕਿਸਾਨ ਅੰਦੋਲਨਾਂ ਦਾ ਹਿੱਸਾ ਬਣਦੀ ਰਹੀ ਹਾਂ। ਸਾਡੇ ਸੁਣਨ ਵਾਲਿਆਂ ਨੂੰ ਉਹਦੇ ਬਾਰੇ ਦੱਸੋ ਕਿ ਤੁਸੀਂ ਛੋਟੇ ਹੁੰਦਿਆਂ ਤੋਂ ਕਿਵੇਂ ਜੁੜੇ ਹੋਏ ਹੋ ਇਹਨਾਂ ਅੰਦੋਲਨਾਂ ਦੇ ਨਾਲ। ਜੀ, ਮੇਰੇ ਪੇਰੈਂਟਸ ਦੋਨੋਂ ਹੀ, ਮੇਰੇ ਫਾਦਰ ਵੀ ਅਤੇ ਮੇਰੇ ਮਦਰ ਵੀ, ਉਹ ਦੋਨੋਂ ਹੀ ਐਕਟਿਵਿਸਟ ਨੇ ਅਤੇ ਦੋਨੋਂ ਹੀ 1980s ਤੋਂ ਐਕਟਿਵ ਨੇ। ਅਤੇ ਜਿਹੜੇ ਵੀ ਕਹਿ ਲਓ ਜਦੋਂ WTO ਵਾਲੀਆਂ ਪੋਲਿਸੀਜ਼ ਇੰਡੀਆ 'ਚ ਇੰਟਰੋਡਿਊਸ ਹੋਈਆਂ ਨੇ, ਗੈਟ ਵਰਗੇ ਸਮਝੌਤੇ ਹੋਏ ਨੇ, ਉਦੋਂ ਤੋਂ ਇਹਨਾਂ ਦੇ ਖਿਲਾਫ ਉਹ ਲੜ ਰਹੇ ਨੇ, ਬੋਲ ਰਹੇ ਨੇ। ਅਤੇ ਪਹਿਲੇ ਦਿਨ ਉਹ ਕਿਸਾਨੀ ਸੰਘਰਸ਼ਾਂ ਦਾ ਹਿੱਸਾ ਰਹੇ ਨੇ। ਆਈ ਸਟਿਲ ਰਿਮੈਂਬਰ, ਮੇਰੇ ਖਿਆਲ 98 ਜਾਂ 99 ਦੀ ਗੱਲ ਹੈ, ਅਤੇ ਪੰਜਾਬ ਦੇ ਵਿੱਚ ਉਦੋਂ ਕਣਕਾਂ ਦੇ ਰੇਟ ਨੂੰ ਲੈ ਕੇ ਇੱਕ ਲੰਬਾ ਅੰਦੋਲਨ ਚੱਲਿਆ ਸੀ, ਰੇਲਾਂ ਰੋਕੀਆਂ ਗਈਆਂ ਸੀਗੀਆਂ। ਅਤੇ ਮੈਨੂੰ ਉਦੋਂ ਪੜ੍ਹਨਾ ਨਹੀਂ ਸੀ ਆਉਂਦਾ ਹੁੰਦਾ ਹਲੇ, ਅਤੇ ਮੇਰੇ ਮਦਰ ਮੈਨੂੰ
ਜੀ, ਜੀ, ਮੈਂ ਕਾਫ਼ੀ ਛੋਟੀ ਸਕੂਲ 'ਚ ਮਤਲਬ ਸ਼ਾਇਦ ਦੂਜੀ ਤੀਜੀ 'ਚ ਤੇ ਮੇਰੇ ਮਦਰ ਮੈਨੂੰ ਲੈ ਕੇ ਗਏ ਸੀ ਬਲਾਡੇ ਉੱਥੇ ਰੇਲ ਰੋਕੋ ਧਰਨਾ ਚੱਲ ਰਿਹਾ ਸੀਗਾ ਤੇ ਅੱਛਾ। ਉਹ ਵੀ ਲਿਵ ਇਨ ਪ੍ਰੋਟੈਸਟ ਸੀ ਲੰਬਾ ਚੱਲਿਆ ਸੀਗਾ ਤੇ ਉੱਥੇ ਮੈਨੂੰ ਲੈ ਕੇ ਗਏ ਸੀ ਤੇ ਪੂਰੀ ਰਾਤ ਜਾਣ ਤੋਂ ਪਹਿਲਾਂ ਪੂਰੀ ਰਾਤ ਉਹਨਾਂ ਨੇ ਮੈਨੂੰ ਸੰਤਰਾ ਉਦਾਸੀ ਦਾ ਗੀਤ ਯਾਦ ਕਰਾਇਆ ਸੀਗਾ ਅੱਛਾ। ਉੱਥੇ ਗਾਉਣ ਲਈ ਤੇ ਮੈਨੂੰ ਅੱਜ ਵੀ ਯਾਦ ਆ ਕਿ ਮੈਂ ਉੱਥੇ ਤਖਤ ਪੋਸ ਦੇ ਉੱਤੇ ਹੀ ਸਟੇਜ ਸੀਗੀ ਤੇ ਉਹਦੇ ਤੇ ਖੜ ਕੇ ਉਹ ਗੀਤ ਗਾਇਆ ਸੀ ਕਿਹੜਾ ਤੇ ਗੀਤ ਸੀ ਉਹ? ਉਹਨਾਂ ਵੇਲਿਆਂ 'ਚ ਅਹ, ਤੂੰ ਮੰਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਵੇੜੇ ਤੇ ਉਹਨਾਂ ਵੇਲਿਆਂ 'ਚ ਲੋਕਾਂ ਨੇ ਮੈਨੂੰ 70 ਰੁਪਏ ਦਿੱਤੇ ਸੀਗੇ 10 ਕਿਸੇ ਨੇ 5 ਅੱਛਾ। ਤੇ ਮਤਲਬ ਮੇਰੀ ਕਿਸਾਨੀ ਅੰਦੋਲਨਾਂ ਨਾਲ ਸਾਂਝ ਕਹਿ ਲਓ ਉੱਥੋਂ ਸ਼ੁਰੂ ਹੋਈ ਆ ਤੇ ਉਸ ਤੋਂ ਬਾਅਦ ਮਤਲਬ ਮੈਂ ਦੇਖਿਆ ਮੇਰੇ ਮਦਰ 5 ਵਾਰੀ ਜੇਲ੍ਹ ਗਏ ਨੇ ਕਿਸਾਨੀ ਅੰਦੋਲਨਾਂ ਦੇ ਵਿੱਚ ਜ਼ਮੀਨ ਦੇ ਸੰਘਰਸ਼ਾਂ ਦੇ ਵਿੱਚ ਮੇਰੇ ਫਾਦਰ ਹਲੇ ਤੱਕ 7 ਵਾਰੀ ਜੇਲ੍ਹ ਜਾ ਚੁੱਕੇ ਨੇ ਇਸ ਕਰਕੇ ਮੈਂ ਪਹਿਲੇ ਦਿਨੋਂ ਇਹਨਾਂ ਸੰਘਰਸ਼ਾਂ ਦਾ ਹਿੱਸਾ ਹੈਗੀ ਆ ਜੁੜੀ ਹੋਈ ਆ ਤੇ ਮੈਂ ਖੁਦ ਵੀ ਇੱਕ ਵਾਰੀ ਜੇਲ੍ਹ ਜਾ ਚੁੱਕੀ ਹਾਂ ਅੱਛਾ। ਉਹ ਕਹਿ ਲਓ ਚੰਡੀਗੜ੍ਹ ਦੇ ਵਿੱਚ ਉਹ ਕਿਸਾਨੀ ਦਾ ਅੰਦੋਲਨ ਨਹੀਂ ਸੀ ਬਟ ਉਹ ਇੱਕ ਵਰਕਿੰਗ ਕਲਾਸ ਏਰੀਆ ਦੇ ਵਿੱਚ ਲੋਕਾਂ ਦੇ ਘਰ ਬਚਾਉਣ ਦਾ ਇੱਕ ਅੰਦੋਲਨ ਸੀਗਾ ਉਹਦੇ ਦੌਰਾਨ ਚੰਡੀਗੜ੍ਹ 'ਚ ਸਾਨੂੰ ਅਰੈਸਟ ਕੀਤਾ ਗਿਆ ਸੀ ਕਸਟੋਡੀਅਲ ਟਾਰਚਰ ਵੀ ਹੋਇਆ ਤੇ ਫਿਰ ਜੇਲ੍ਹ ਵੀ ਰਹੇ ਨਵਕਿਰਨ, ਮੈਂ ਇਹ ਤੁਹਾਡੀਆਂ ਗੱਲਾਂ ਜਦੋਂ ਸੁਣ ਰਹੀ ਹਾਂ, ਤੁਸੀਂ ਦੱਸਿਆ ਕਿ ਦੂਜੀ ਤੀਜੀ 'ਚ ਤੁਸੀਂ ਪੜ੍ਹਦੇ ਸੀ ਜਦੋਂ ਦੇ ਤੁਸੀਂ ਇਹਨਾਂ ਅੰਦੋਲਨਾਂ ਦਾ ਹਿੱਸਾ ਬਣਦੇ ਹੋ, ਲੋਕਾਂ ਦੀ ਆਵਾਜ਼ ਬਣਨ ਦੀ ਤੁਸੀਂ ਕੋਸ਼ਿਸ਼ ਕਰਦੇ ਰਹੇ ਹੋ ਕਿਉਂਕਿ ਤੁਹਾਡੇ ਪੇਰੈਂਟਸ ਇਸ ਚੀਜ਼ ਦੇ ਵਿੱਚ ਨਾਲ ਜੁੜੇ ਹੋਏ ਸੀ। ਕਿੰਨੇ ਕੁ ਨੌਜਵਾਨ ਹੈਗੇ ਆ ਜਿਨ੍ਹਾਂ ਦਾ ਅਵੇਅਰਨੈਸ ਦਾ ਲੈਵਲ ਇਸ ਹੱਦ ਤੱਕ ਦਾ ਹੈ ਜਿਸ ਤਰ੍ਹਾਂ ਦਾ ਤੁਹਾਡਾ ਹੈ? ਕਾਫੀ ਗਿਣਤੀ 'ਚ ਨੌਜਵਾਨ ਨੇ ਮਤਲਬ ਕਹਿ ਲਓ ਮੇਰੇ ਕੋਲ ਇੱਕ ਪ੍ਰਿਵਲੇਜ ਸੀਗੀ ਕਿ ਮੇਰੇ ਮਾਂ-ਬਾਪ ਨੇ ਸ਼ੁਰੂ ਤੋਂ ਮੈਨੂੰ ਉਹ ਮਾਹੌਲ ਦਿੱਤਾ ਸਾਡੇ ਕਹਿ ਲਓ ਸਾਰੇ ਘਰਾਂ 'ਚ ਉਹ ਪ੍ਰਿਵਲੇਜ ਨਹੀਂ ਹੁੰਦੀ ਹੈ ਨਾ ਬਟ ਫਿਰ ਵੀ ਲੋਕ ਆਪ ਮੁਹਾਰੇ ਚੀਜ਼ਾਂ ਨੂੰ ਐਕਸਪੀਰੀਅੰਸ ਕਰਕੇ ਮਤਲਬ ਕੋਸ਼ਿਸ਼ਾਂ ਕਰਕੇ ਹੱਥ ਪੈਰ ਮਾਰ ਕੇ ਜਿੰਨਾ ਉਹ ਬੈਸਟ ਕਰ ਪਾਉਂਦੇ ਨੇ ਪੜ੍ਹ ਪਾਉਂਦੇ ਆ ਚੀਜ਼ਾਂ ਨੂੰ ਜਾਣ ਪਾਉਂਦੇ ਨੇ ਉਹ ਕਰਦੇ ਨੇ ਤੇ ਉਹ ਠੀਕ ਠਾਕ ਹਿੱਸਾ ਜਿਹੜਾ ਕਹਿ ਲਓ ਯੂਨੀਵਰਸਿਟੀ ਕਾਲਜਾਂ ਤੱਕ ਪਹੁੰਚਦਾ ਹੈ ਚੀਜ਼ਾਂ ਨੂੰ ਪੜ੍ਹਦਾ ਸਮਝਦਾ ਹੈ ਨਾ ਤੇ ਇਸੇ ਕਰਕੇ ਤੁਸੀਂ ਦੇਖੋਗੇ ਵੀ ਇੱਥੇ ਤੁਹਾਨੂੰ ਵੱਡੀ ਗਿਣਤੀ 'ਚ ਜਿਹੜੇ ਕਾਲਜ ਗੋਇੰਗ ਸਟੂਡੈਂਟਸ ਹੈ ਨਾ ਉਹ ਬਹੁਤ ਕਹਿ ਲਓ ਇਸ ਅੰਦੋਲਨ ਦੇ ਵਿੱਚ ਵੱਧ ਚੜ੍ਹ ਕੇ ਆਏ ਨੇ ਉਹ ਬੇਸ਼ੱਕ ਪੰਜਾਬੀ ਯੂਨੀਵਰਸਿਟੀ ਦੇ ਸਟੂਡੈਂਟਸ ਹੋਣ ਪੰਜਾਬ ਯੂਨੀਵਰਸਿਟੀ ਦੇ ਹੋਣ PAU ਦੇ ਸਟੂਡੈਂਟ GNDU ਦੇ ਸਟੂਡੈਂਟ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਜ਼ ਤੋਂ ਸਟੂਡੈਂਟ ਨੇ ਜਿਹੜੇ ਉਹ ਇਸ ਅੰਦੋਲਨ ਦਾ ਹਿੱਸਾ ਨੇ ਤੇ ਅਸੀਂ ਸਮਝਦੇ ਹਾਂ ਕਿ ਇੱਕ ਹਿੱਸਾ ਨੌਜਵਾਨਾਂ ਦਾ ਇੱਦਾਂ ਦਾ ਵੀ ਹੈ ਜਿਹਦੀ ਪੋਲੀਟੀਕਲ ਆਰਟੀਕੂਲੇਸ਼ਨ ਉਸ ਤਰੀਕੇ ਨਾਲ ਸਟਰੋਂਗ ਨਹੀਂ ਹੈ ਬਿਕਾਜ਼ ਉਹਨੂੰ ਇੰਟੈਂਸ਼ਨਲੀ ਦੂਰ ਰੱਖਿਆ ਜਾਂਦਾ ਚੀਜ਼ਾਂ ਤੋਂ ਬਿਕਾਜ਼ ਇੱਕ ਤਾਂ ਕਹਿ ਲਓ ਪੂਰਾ ਜਿਹੜਾ ਸਾਡੇ ਦਿਮਾਗਾਂ 'ਚ ਚੀਜ਼ ਬਿਠਾਤੀ ਨਾ ਵੀ ਰਾਜਨੀਤੀ ਬਹੁਤ ਗੰਦੀ ਚੀਜ਼ ਹੈ ਤੇ ਇਸ ਕਰਕੇ ਇਹਦੇ ਤੋਂ ਪਾਸੇ ਰਹਿਣਾ ਹੈ ਨਾ ਤੇ ਪੇਰੈਂਟਸ ਨੂੰ ਵੀ ਲੱਗਦਾ ਕਿ ਠੀਕ ਹੈ ਬੱਚਾ ਆਪਦੀ ਜ਼ਿੰਦਗੀ ਤਾਂ ਮਿਹਨਤ ਕਰਦਿਆਂ ਦੀ ਲੰਘ ਗਈ ਬੱਚੇ ਪੜ੍ਹ ਲਿਖ ਜਾਣ ਰਾਜਨੀਤੀ ਤੋਂ ਦੂਰ ਰਹਿਣ ਤੇ ਕਰੀਅਰ ਚੱਲਦਾ ਕੁਛ ਚੰਗਾ ਕਰ ਲੈਣ ਤੇ ਇਹਨਾਂ ਦੀ ਜੂਨ ਸੁਧਰ ਜੂਗੀ ਬਟ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਸਾਡੀ ਹਰ ਚੀਜ਼ ਜਿਹੜੀ ਆ ਉਹ ਪੋਲੀਟਿਕਸ ਤੈਅ ਕਰ ਰਹੀ ਹੈ ਅਸੀਂ ਕਿਹੜੇ ਸਕੂਲ 'ਚ ਪੜ੍ਹਾਂਗੇ ਕਿਹੜੇ 'ਚ ਨਹੀਂ ਪੜ੍ਹਾਂਗੇ ਅਸੀਂ ਕੀ ਪੜ੍ਹਾਂਗੇ ਸਾਡੀ ਰਾਜਨੀਤੀ ਤੈਅ ਕਰਦੀ ਹੈ ਨਾ ਸਾਨੂੰ ਸਰਕਾਰੀ ਕਾਲਜ ਯੂਨੀਵਰਸਿਟੀ 'ਚ ਐਡਮਿਸ਼ਨ ਮਿਲੂਗੀ ਜਾਂ ਨਹੀਂ ਮਿਲੂਗੀ ਉੱਥੇ ਐਡਮਿਸ਼ਨ ਲੈ ਕੇ ਵੀ ਅਸੀਂ ਸਸਤੀ ਪੜ੍ਹਾਈ ਕਰ ਸਕਾਂਗੇ ਜਾਂ ਸੈਲਫ ਸਪੋਰਟਿੰਗ ਕੋਰਸਿਸ ਦੇ ਨਾਮ ਤੇ ਸਾਡੀ ਛਿੱਲ ਲਾਈ ਜਾਊਗੀ ਇਹ ਸਾਡੀ ਰਾਜਨੀਤੀ ਤੈਅ ਕਰਦੀ ਆ ਡਿਗਰੀਆਂ ਲੈ ਕੇ ਸਾਨੂੰ ਪ੍ਰਾਈਵੇਟ ਸੈਕਟਰ ਦੇ ਵਿੱਚ ਜੌਬ ਮਿਲਣੀ ਹੈ ਜਾਂ ਸਰਕਾਰੀ ਨੌਕਰੀਆਂ ਮਿਲਣੀਆਂ ਇਹ ਸਾਡੀ ਰਾਜਨੀਤੀ ਤੈਅ ਕਰਦੀ ਹੈ ਮੈਨੂੰ ਲੱਗਦਾ ਫਿਰ ਆਪਾਂ ਕਿੱਦਾਂ ਰਾਜਨੀਤੀ ਤੋਂ ਬਚ ਸਕਦੇ ਹਾਂ ਇਸ ਕਰਕੇ ਬਜਾਏ ਕਿ ਮਤਲਬ ਉਹ ਗੰਦੀ ਰਾਜਨੀਤੀ ਤੁਹਾਡੀਆਂ ਸਾਰੀਆਂ ਚੀਜ਼ਾਂ ਤੈਅ ਕਰੇ ਤੁਹਾਡੇ ਤੋਂ ਇੱਕ ਇੱਕ ਕਰਕੇ ਤੁਹਾਡੇ ਸਾਰੇ ਹੱਕ ਖੋਹ ਲਏ ਇਸ ਤੋਂ ਚੰਗੀ ਗੱਲ ਇਹੀ ਆ ਕਿ ਆਪ ਆਪਣੀ ਰਾਜਨੀਤੀ ਚੁਣੋ ਤੇ ਇੱਕ ਇੱਦਾਂ ਦੇ ਸਮਾਜ ਦੀ ਅਸੀਂ ਕਲਪਨਾ ਕਰਨ ਵੱਲ ਨੂੰ ਵਧੀਏ ਜਿੱਥੇ ਸ਼ਾਇਦ ਸਾਡੇ ਤੋਂ ਬਾਅਦ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਇੰਨੀ ਮਿਹਨਤ ਨਾ ਕਰਨੀ ਪਵੇ ਉਹ ਸਾਰਾ ਕੁਛ ਕਰ ਸਕਣ ਜਿਹੜਾ ਉਹ ਕਰਨਾ ਚਾਹੁੰਦੇ ਨੇ ਉਹ ਆਪਣੇ ਕਰੀਅਰ ਬਣਾ ਸਕਣ ਉਹ ਆਰਟ ਕਰ ਸਕਣ ਉਹ ਨੱਚ ਗਾ ਸਕਣ ਉਹਨਾਂ ਦੀ ਜ਼ਿੰਦਗੀ 'ਚ ਜ਼ਿਆਦਾ ਟਾਈਮ ਹੋਵੇ ਨਵਕਿਰਨ, ਤੁਸੀਂ ਇੱਕ ਨੌਜਵਾਨ ਆਗੂ ਹੋ ਅਸੀਂ ਉਮੀਦ ਕਰਦੇ ਹਾਂ ਕਿ ਅਗਾਂਹ ਚੱਲ ਕੇ ਜਿਵੇਂ ਹੁਣ ਤੁਸੀਂ ਪੋਲੀਟੀਕਲ ਜਾਂ ਪੋਲੀਟਿਕਸ ਬਾਰੇ ਵੀ ਆਪਣਾ ਓਪੀਨੀਅਨ ਬਹੁਤ ਕਲੀਅਰ ਰੱਖਦੇ ਹੋ ਕਿ ਅਸੀਂ ਪੋਲੀਟਿਕਸ ਤੋਂ ਬਚ ਨਹੀਂ ਸਕਦੇ ਜਾਣ ਬੁੱਝ ਕੇ ਤੁਹਾਡੇ ਵਰਗੇ ਨੌਜਵਾਨਾਂ ਨੂੰ ਪੋਲੀਟਿਕਸ ਤੋਂ ਦੂਰ ਰੱਖਿਆ ਜਾਂਦਾ ਜਾਂ ਇੱਕ ਇਹੋ ਜਿਹਾ ਵਰਗ ਤਿਆਰ ਕੀਤਾ ਜਾਂਦਾ ਕਿ ਉਹ ਇਸ ਚੀਜ਼ ਤੋਂ ਅਵੇਸਲਾ ਰਹੇ ਕਿਹੜੇ ਇਹੋ ਜਿਹੇ ਮੁੱਦੇ ਨੇ ਜਿਨ੍ਹਾਂ ਬਾਰੇ ਤੁਹਾਨੂੰ ਲੱਗਦਾ ਕਿ ਤੁਸੀਂ ਅੱਗੇ ਚੱਲ ਕੇ ਕੰਮ ਕਰੋਗੇ ਜਾਂ ਨੌਜਵਾਨਾਂ ਨੂੰ ਕੰਮ ਕਰਨ ਦੀ ਜ਼ਰੂਰਤ ਹੈਗੀ ਆ ਬਿਲਕੁਲ ਉਸੇ ਤਰੀਕੇ ਦੇ ਨਾਲ ਇਕਮੁੱਠ ਹੋ ਕੇ ਜਿਸ ਤਰ੍ਹਾਂ ਹੁਣ ਤੁਸੀਂ ਲੱਗੇ ਹੋਏ ਹੋ ਇਹਨਾਂ ਕਿਸਾਨੀ ਬਿੱਲਾਂ ਦੇ ਖਿਲਾਫ?
ਤੇ ਤੁਹਾਡੇ ਆਪਣੇ ਮਾਈਂਡ 'ਚ ਜ਼ਰੂਰ ਕੋਈ ਚੀਜ਼ਾਂ ਹੋਣਗੀਆਂ ਕਿ ਹਾਂ ਆਹ ਚੀਜ਼ਾਂ ਆ ਜਿਨ੍ਹਾਂ ਦੇ ਲਈ ਅਸੀਂ ਅੱਗੋਂ ਲੜਦੇ ਰਹਿਣਾ ਜਾਂ ਤੁਸੀਂ ਲੜਦੇ ਰਹੇ ਹੋ। ਜੀ, ਮੈਨੂੰ ਲੱਗਦਾ ਕਿ ਨੌਜਵਾਨ ਹੋਣ ਦੇ ਨਾਤੇ ਜਿਹੜੀ ਸਾਡੀ ਪ੍ਰਾਇਓਰਿਟੀ ਹੋਣੀ ਚਾਹੀਦੀ ਹੈ ਪੋਲੀਟੀਕਲ ਮੁੱਦਿਆਂ ਦੇ ਵਿੱਚ ਵੀ, ਉਹ ਹੈ ਪਹਿਲੀ ਤਾਂ ਹੈ ਐਜੂਕੇਸ਼ਨ। ਐਜੂਕੇਸ਼ਨ ਦੇ ਵਿੱਚ ਵੀ ਮੁੱਢਲੀ ਐਜੂਕੇਸ਼ਨ, ਬਿਕੋਜ਼ ਅਸੀਂ ਦੇਖ ਰਹੇ ਹਾਂ ਕਿ ਜਦੋਂ ਦੀ ਮੋਦੀ ਸਰਕਾਰ ਵੀ ਆਈ ਹੈ, ਉਹਨੇ ਪਹਿਲਾ ਹਮਲਾ ਸਾਡੀ ਸਕੂਲੀ ਸਿੱਖਿਆ 'ਤੇ ਕੀਤਾ ਹੈ। ਇੱਕ ਤਾਂ ਮਤਲਬ ਸਾਡੇ ਤੋਂ ਪਿਛਲੀ ਜਨਰੇਸ਼ਨ ਜਿੰਨੀ ਆ, ਮਤਲਬ ਮੇਰੇ ਪੇਰੈਂਟਸ ਹੋ ਗਏ, ਉਹ ਸਾਰੇ ਸਰਕਾਰੀ ਸਕੂਲਾਂ 'ਚ ਪੜ੍ਹੇ ਨੇ ਨਾ। ਸਰਕਾਰੀ ਸਕੂਲਾਂ 'ਚ ਪੜ੍ਹ ਕੇ ਸਾਰਿਆਂ ਨੇ ਕਹਿ ਲਓ ਮਤਲਬ ਆਪਣੀ ਜ਼ਿੰਦਗੀ 'ਚ ਇੰਨਾ ਕੁਛ ਅਚੀਵ ਕੀਤਾ। ਕਈ IAS IPS ਬਣੇ ਨੇ, ਮਤਲਬ ਫੋਰਨ ਦੇ ਵਿੱਚ ਜਾ ਕੇ ਸੈਟਲ ਹੋਏ ਨੇ, ਇੱਥੇ ਚੰਗੀਆਂ ਸਰਕਾਰੀ ਨੌਕਰੀਆਂ ਲਈਆਂ। ਬਟ ਹੁਣ ਸਾਡੇ ਸਮੇਂ 'ਚ ਸਥਿਤੀ ਇਹ ਆ ਕਿ ਸਰਕਾਰੀ ਸਕੂਲ ਦੇ ਨਾਮ ਤੋਂ ਹੀ ਲੋਕ ਚਿੜਦੇ ਨੇ। ਉਹਨਾਂ ਨੂੰ ਲੱਗਦਾ ਵੀ ਸਰਕਾਰੀ ਸਕੂਲ ਉੱਤੇ ਤਾਂ ਕੋਈ ਪੜ੍ਹਾਈ ਨਹੀਂ ਹੁੰਦੀ ਹੈ ਨਾ। ਤੇ ਜੇ ਉਹ ਸਥਿਤੀ ਬਣੀ ਹੈ ਤਾਂ ਉਹ ਕਿਹਨੇ ਬਣਾਈ ਆ? ਉਹ ਬਕਾਇਦਾ ਮਤਲਬ ਸੋਚ ਸਮਝ ਕੇ ਉਹ ਬਣਾਈ ਗਈ ਆ। ਸਰਕਾਰੀ ਸੈਕਟਰ ਨੂੰ ਪਹਿਲਾਂ ਤੋਂ ਕਹਿ ਲਓ ਨਕਾਰਾ ਕੀਤਾ ਗਿਆ, ਤੇ ਉਸ ਤੋਂ ਬਾਅਦ ਉਹਦਾ ਪ੍ਰਚਾਰ ਵੀ ਕੀਤਾ ਗਿਆ ਕਿ ਨਕਾਰਾ, ਸੋ ਦੈਟ ਪ੍ਰਾਈਵੇਟ ਜਿਹੜੇ ਕੰਪਨੀਆਂ ਨੇ, ਪ੍ਰਾਈਵੇਟ ਜਿਹੜੇ ਕਹਿ ਲਓ ਹੋਲਡਰਸ ਨੇ, ਉਹਨਾਂ ਦੀ ਕਮਾਈਆਂ ਹੋ ਸਕਣ। ਤੇ ਦੂਸਰਾ ਉਹਦੇ ਨਾਲ ਇਹ ਵੀ ਹੁੰਦਾ ਕਿ ਤੁਹਾਡੀ ਇੱਕ ਜਿਹੜਾ ਤਬਕਾ ਹੈ ਜਿਹੜਾ ਉਹ ਪ੍ਰਾਈਵੇਟ ਐਜੂਕੇਸ਼ਨ ਅਫੋਰਡ ਨਹੀਂ ਕਰ ਸਕਦਾ, ਉਹ ਵੈਸੇ ਹੀ ਐਜੂਕੇਸ਼ਨ ਸੈਕਟਰ ਤੋਂ ਬਾਹਰ ਰਹਿ ਜਾਂਦਾ। ਤੇ ਇਸ ਕਰਕੇ ਮਤਲਬ ਜੇ ਫੈਕਟਸ ਦੀ ਗੱਲ ਕਰਾਂ ਤਾਂ ਮੌਜੂਦਾ ਸਮੇਂ 'ਚ ਜੇ 100 ਬੱਚਾ ਪਹਿਲੀ ਕਲਾਸ 'ਚ ਐਡਮਿਸ਼ਨ ਲੈਂਦਾ ਤੇ ਕੇਵਲ 2% ਬੱਚੇ ਨੇ ਜਿਹੜੇ ਯੂਨੀਵਰਸਿਟੀ ਲੈਵਲ ਤੇ ਪਹੁੰਚ ਪਾਉਂਦੇ ਨੇ। ਤੇ ਮਤਲਬ ਸਾਡਾ 98 ਦਾ ਡ੍ਰੌਪ ਆਊਟ ਰੇਟ ਹੈ ਇੰਡੀਆ ਦੇ ਵਿੱਚ। ਤੇ ਅਸੀਂ ਗੱਲ ਕਰ ਰਹੇ ਹਾਂ ਜਿਹੜੇ ਸਕੂਲ 'ਚ ਐਡਮਿਸ਼ਨ ਲੈ ਰਹੇ ਨੇ, ਇੱਕ ਹਿੱਸਾ ਉਹ ਹੈ ਜਿਹਨੇ ਕਦੇ ਸਕੂਲ ਦਾ ਮੂੰਹ ਵੀ ਨਹੀਂ ਦੇਖਿਆ। ਤੇ ਮੈਨੂੰ ਲੱਗਦਾ ਕਿ ਇਹ ਜਾਣਬੁੱਝ ਕੇ ਕੀਤਾ ਜਾ ਰਿਹਾ ਤਾਂ ਕਿ ਸਾਡੇ ਨੌਜਵਾਨ ਪੜ੍ਹ ਲਿਖ ਕੇ ਇਹਨਾਂ ਨੀਤੀਆਂ ਨੂੰ ਸਮਝ ਨਾ ਸਕਣ ਤੇ ਇਹਨਾਂ ਦੇ ਖਿਲਾਫ ਬੋਲ ਨਾ ਸਕਣ। ਇਸ ਕਰਕੇ ਮੈਨੂੰ ਲੱਗਦਾ ਕਿ ਐਜੂਕੇਸ਼ਨ ਤੇ ਸਾਡਾ ਸਭ ਤੋਂ ਜ਼ਿਆਦਾ ਜ਼ੋਰ ਹੋਣਾ ਚਾਹੀਦਾ ਕਿ ਸਾਰਿਆਂ ਨੂੰ, ਜਿਹੜਾ ਵੀ ਬੱਚਾ ਇਸ ਦੇਸ਼ ਦੇ ਵਿੱਚ ਜਨਮ ਲੈ ਰਿਹਾ, ਉਹਦੇ ਲਈ ਮੁੱਢਲੀ ਸਿੱਖਿਆ ਸਸਤੇ ਰੇਟਾਂ ਦੇ ਵਿੱਚ ਤੇ ਚੰਗੀ ਸਿੱਖਿਆ ਉਹਨੂੰ ਦਿੱਤੀ ਜਾਵੇ। ਇਹ ਨਾ ਹੋਵੇ ਕਿ ਰਾਈਟ ਟੂ ਐਜੂਕੇਸ਼ਨ ਅਸੀਂ ਲਾਗੂ ਕਰਤਾ ਕਿਉਂਕਿ ਅਸੀਂ ਵਰਲਡ ਬੈਂਕ ਤੋਂ ਫੰਡ ਚੱਕਣਾ, ਤੇ ਦੂਜੇ ਪਾਸੇ ਅਸੀਂ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾ ਵੀ ਨਹੀਂ ਰਹੇ। ਅਸੀਂ 9ਵੀਂ ਤੱਕ ਸਾਰਿਆਂ ਨੂੰ ਪਾਸ ਕਰ ਰਹੇ ਹਾਂ ਬਟ ਪੜ੍ਹਾ ਨਹੀਂ ਰਹੇ। ਇਸ ਤਰੀਕੇ ਦੀਆਂ ਪਾਲਿਸੀਜ਼ ਨਹੀਂ ਚਾਹੀਦੀਆਂ ਸਾਨੂੰ। ਚੰਗੀ ਤੇ ਮੁਫਤ ਸਿੱਖਿਆ ਚਾਹੀਦੀ ਆ ਹਰ ਇੱਕ ਬੱਚੇ ਦੇ ਲਈ। ਉਸ ਤੋਂ ਬਾਅਦ ਜਦੋਂ ਅਸੀਂ ਯੂਨੀਵਰਸਿਟੀ ਕਾਲਜਿਸ 'ਚ ਪਹੁੰਚਦੇ ਹਾਂ, ਸਾਨੂੰ ਸਿੱਖਿਆ ਦਾ ਪ੍ਰਾਈਵੇਟਾਈਜੇਸ਼ਨ ਨਹੀਂ ਚਾਹੀਦਾ। ਸਾਨੂੰ ਸਰਕਾਰੀ ਇੰਸਟੀਟਿਊਟਾਂ ਦੇ ਵਿੱਚ ਕਹਿ ਲਓ ਸੈਲਫ ਸਪੋਰਟਿੰਗ ਦੇ ਨਾਮ 'ਤੇ ਲੁੱਟ ਨਹੀਂ ਚਾਹੀਦੀ, ਬਿਕੋਜ਼ ਉਹਦੇ 'ਚ ਅਗੇਨ ਉਹੀ ਆ ਜਾਊਗਾ, ਸਾਡਾ ਇੱਕ ਹਿੱਸਾ ਤਾਂ ਉਹ ਅਫੋਰਡ ਹੀ ਨਹੀਂ ਕਰ ਪਾਊਗਾ। ਅਸੀਂ ਮਤਲਬ ਪਿਛਲੇ ਦਿਨਾਂ 'ਚ ਦੇਖਿਆ ਕਿੱਦਾਂ ਮਤਲਬ ਸਟੂਡੈਂਟ ਦੇ ਵਿੱਚ ਸੁਸਾਈਡ ਰੇਟ ਵਧੇ ਨੇ ਕਿਉਂਕਿ ਉਹਨਾਂ ਦੇ ਮਾਂ-ਬਾਪ ਇੰਨੀ ਮਿਹਨਤ ਕਰਕੇ ਉਹਨਾਂ ਨੂੰ ਪੜ੍ਹਾਉਂਦੇ ਨੇ ਤੇ ਫਿਰ ਵੀ ਉਹ ਅਫੋਰਡ ਨਹੀਂ ਕਰ ਪਾਉਂਦੇ ਉਹ ਸਾਰੇ ਖਰਚੇ ਸਿੱਖਿਆ ਦੇ, ਤੇ ਬਹੁਤ ਸਾਰੇ ਸਟੂਡੈਂਟਸ ਪ੍ਰੈਸ਼ਰ ਦੇ ਵਿੱਚ ਆ ਕੇ ਸੁਸਾਈਡ ਕਮਿਟ ਕਰ ਜਾਂਦੇ ਨੇ। ਅਸੀਂ ਮਤਲਬ ਆਪਣੇ ਕਹਿ ਲਓ ਜਿਹੜੇ ਭਵਿੱਖ ਨੇ ਉਹਨੂੰ ਇੱਦਾਂ ਗਵਾ ਰਹੇ ਹਾਂ। ਇਸ ਕਰਕੇ ਮੈਨੂੰ ਲੱਗਦਾ ਸਿੱਖਿਆ ਸਾਡੀ ਪਹਿਲੀ ਪ੍ਰਾਇੋਰਟੀ ਹੈ ਤੇ ਦੂਜੀ ਚੀਜ਼ ਹੈ ਇੰਪਲੋਇਮੈਂਟ। ਇੰਪਲੋਇਮੈਂਟ ਸਾਡਾ ਰਾਈਟ ਬਣਨਾ ਚਾਹੀਦਾ। ਰਾਈਟ ਟੂ ਇੰਪਲੋਇਮੈਂਟ ਦੀ ਕੈਂਪੇਨ ਜਿਹੜੀ ਹੈ ਉਹ ਅਲੱਗ-ਅਲੱਗ ਸੰਗਠਨ ਲੈ ਕੇ ਕਈ ਸਾਲਾਂ ਤੋਂ ਤੁਰੇ ਵੀ ਹੋਏ ਨੇ। ਅਸੀਂ ਸਮਝਦੇ ਕਿ ਜਿਹੜਾ ਵੀ ਨੌਜਵਾਨ ਇਸ ਦੇਸ਼ 'ਚ ਜਨਮ ਲੈਂਦਾ ਉਹਦੇ ਹੱਥਾਂ ਨੂੰ ਰੁਜ਼ਗਾਰ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਇਟਸ ਨਾਟ ਕਿ ਅਸੀਂ ਕੋਈ ਖੈਰਾਤ ਮੰਗ ਰਹੇ ਹਾਂ। ਸਰਕਾਰਾਂ ਅਸੀਂ ਤਾਂ ਹੀ ਚੁਣੀਆਂ ਨੇ ਤਾਂ ਕਿ ਉਹ ਸਾਨੂੰ ਰੁਜ਼ਗਾਰ ਦੇ ਸਕਣ। ਇੱਕ ਗੱਲ ਜਿਹੜੀ ਇਹਦੇ 'ਚ ਲੌਜਿਕ ਦਿੱਤਾ ਜਾਂਦਾ ਕਿ ਸਰਕਾਰ ਕਿੰਨੇ ਕੁ ਲੋਕਾਂ ਨੂੰ ਰੁਜ਼ਗਾਰ ਦੇ ਦੂਗੀ ਕਿਉਂਕਿ ਇੰਡੀਆ ਦੀ ਤਾਂ ਆਬਾਦੀ ਇੰਨੀ ਜ਼ਿਆਦਾ ਹੈ। ਜਿੰਨੇ ਦੇਸ਼ 'ਚ ਲੋਕ ਜ਼ਿਆਦਾ ਨੇ ਉਨੇ ਹੀ ਤੁਹਾਨੂੰ ਰਿਸੋਰਸਿਸ ਵੀ ਤਾਂ ਜ਼ਿਆਦਾ ਲੋੜ ਪੈਣਗੇ ਨਾ, ਉਨੇ ਹੀ ਤੁਹਾਨੂੰ ਹਰ ਚੀਜ਼ ਦੀ ਪ੍ਰੋਡਕਸ਼ਨ ਵੀ ਤਾਂ ਜ਼ਿਆਦਾ ਹੀ ਲੋੜ ਪਊਗੀ ਨਾ। ਤਾਂ ਫਿਰ ਕਿਉਂ ਨਹੀਂ ਅਸੀਂ ਹਰ ਹੱਥ ਨੂੰ ਰੁਜ਼ਗਾਰ ਦੇ ਸਕਦੇ। ਇਸ ਕਰਕੇ ਮੈਨੂੰ ਲੱਗਦਾ ਕਿ ਇੱਕ ਮਤਲਬ ਯੰਗਸਟਰ ਹੋਣ ਦੇ ਨਾਤੇ ਇਹ ਜਿਹੜੇ ਦੋ ਮੁੱਦੇ ਨੇ ਇਹ ਪ੍ਰਾਇੋਰਟੀ ਨੇ। ਤੀਜਾ ਜਿਹੜਾ ਹੈ ਉਹ ਜੈਂਡਰ ਇਨਕਲੂਸਿਵਿਟੀ ਦਾ, ਬਿਕੋਜ਼ ਬਹੁਤ ਸਾਲ ਹੋ ਗਏ ਸਪੈਸ਼ਲੀ ਇੰਡੀਆ 'ਚ, ਉਹ ਵੀ ਨਾਰਥ ਇੰਡੀਆ 'ਚ ਰਹਿੰਦੇ, ਜਿਸ ਤਰੀਕੇ ਦਾ ਜੈਂਡਰ ਓਪਰੈਸ਼ਨ ਅਸੀਂ ਵਿਟਨੈਸ ਕੀਤਾ, ਮੈਨੂੰ ਲੱਗਦਾ ਉਹਨੂੰ ਹੁਣ ਸੁਸਾਇਟੀ ਨੂੰ ਓਪਨਲੀ ਇਕਨੋਲੇਜ ਕਰਨਾ ਚਾਹੀਦਾ। ਜੈਂਡਰ ਤੇ ਕਾਸਟ ਓਪਰੈਸ਼ਨ ਨੂੰ ਇਕਨੋਲੇਜ ਕਰਨਾ ਚਾਹੀਦਾ ਓਪਨਲੀ, ਤੇ ਮਤਲਬ ਬਿਨਾਂ ਕਿਸੇ ਸ਼ਰਤ ਅਪੋਲੋਜੈਟਿਕ ਹੋਣਾ ਪਊਗਾ। ਤੇ ਉਹਦੇ ਲਈ ਸਾਨੂੰ ਆਪਣੀ ਸਾਰੀ ਜੇ ਲੋਕ ਕਹਿ ਲਓ ਟ੍ਰੈਡੀਸ਼ਨਲ ਕੰਮ ਕਰਨ ਦੇ ਤਰੀਕੇ ਨੇ, ਵਿਵਹਾਰ ਨੇ, ਉਹ ਸਾਰੇ ਸਾਨੂੰ ਬਦਲਨੇ ਪੈਣਗੇ ਸੋ ਦੈਟ ਅਸੀਂ ਜੈਂਡਰ ਪਰਸਪੈਕਟਿਵ ਤੋਂ ਵੀ ਇਨਕਲੂਸਿਵ ਹੋ ਸਕੀਏ, ਕਾਸਟ ਪਰਸਪੈਕਟਿਵ ਤੋਂ ਵੀ ਇਨਕਲੂਸਿਵ ਹੋ ਸਕੀਏ। 47 ਦੇ ਅਸੀਂ ਆਜ਼ਾਦ ਹੋਏ ਹਾਂ, ਸਾਡਾ ਸੰਵਿਧਾਨ ਲਿਖਿਆ ਗਿਆ 48 ਦੇ ਵਿੱਚ। ਇੰਨੇ ਸਾਲਾਂ ਬਾਅਦ ਵੀ ਮਤਲਬ ਬਾਬਾ ਸਾਹਿਬ ਅੰਬੇਦਕਰ
ਇਹ ਸਾਰੀਆਂ ਨੀਤੀਆਂ ਨੇ, ਗੱਲਾਂ ਨੇ ਜਿਹੜੀਆਂ ਉਦੋਂ ਦੀਆਂ ਸੰਵਿਧਾਨ 'ਚ ਲਿਖ ਕੇ ਗਏ ਨੇ, ਬਟ ਅਸੀਂ ਦੇਖਦੇ ਹਾਂ ਕਿ ਅੱਜ ਵੀ ਕਾਸਟ ਤੇ ਜੈਂਡਰ ਬੇਸਡ ਜਿਹੜਾ ਓਪਰੇਸ਼ਨ ਉਹ ਸਾਡੇ ਦੇਸ਼ 'ਚੋਂ ਮੁੱਕਿਆ ਨਹੀਂ। ਤੇ ਮੈਨੂੰ ਲੱਗਦਾ ਇਹ ਤਾਂ ਸਾਡੇ ਪ੍ਰਾਇੋਰਟੀ ਦੇ ਮੁੱਦੇ ਨੇ। ਉਸ ਤੋਂ ਇਲਾਵਾ ਜੇ ਤੁਸੀਂ ਸੋਚਣ ਸਮਝਣ ਵਾਲੇ ਕੋਈ ਵੀ ਇਨਸਾਨ ਹੋ ਤਾਂ ਤੁਹਾਨੂੰ ਦਿਸ ਜੂਗਾ ਕਿ ਹਰ ਮੁੱਦਾ ਜਿਹੜਾ ਉਹ ਕਿੰਨਾ ਇੰਪੋਰਟੈਂਟ ਹੈ। ਨਵਕਿਰਨ, ਮੈਂ ਆਹੀ ਗੱਲਾਂ ਤੁਹਾਡੇ ਨਾਲ 2-3 ਕਰਨੀਆਂ ਸੀ ਜਿਹੜੀਆਂ ਹੁਣ ਤੁਸੀਂ ਅਖੀਰ 'ਤੇ ਕੀਤੀਆਂ ਕਿ ਇੱਕ ਕਾਸਟ ਦੀ ਗੱਲ ਹੈ, ਜੈਂਡਰ ਦੀ ਗੱਲ ਹੈ। ਮੈਂ ਕਈ ਦਿਨਾਂ ਤੋਂ ਇਹ ਚੀਜ਼ ਸੋਚਦੀ ਆ ਰਹੀ ਹਾਂ, ਮੈਂ ਕਿਹਾ ਕਿ ਜਿਸ ਤਰ੍ਹਾਂ ਸਾਰਾ ਕੁਝ ਲੈਵਲ ਹੋ ਰਿਹਾ, ਸਭ ਕੁਝ ਇੱਕੋ ਜਿਹਾ ਲੱਗਦਾ ਹੈ, ਕੀ ਇਹ ਆਸ ਕੀਤੀ ਜਾ ਸਕਦੀ ਹੈ ਕਿ ਜਦੋਂ ਲੋਕ ਇਹ ਅੰਦੋਲਨ ਖਤਮ ਹੋਣ ਤੋਂ ਬਾਅਦ ਉੱਠ ਕੇ ਆਪਣੇ ਘਰਾਂ ਨੂੰ ਜਾਣਗੇ ਤਾਂ ਉਹ ਇੱਕ ਨਵਾਂ ਪਰਸਪੈਕਟਿਵ ਲੈ ਕੇ ਜਾਣਗੇ, ਜਿਹੜੀ ਕਾਸਟ ਵਾਲੀ ਚੀਜ਼ ਹੈ ਜਾਂ ਜੈਂਡਰ ਡਿਫਰੈਂਸਿਸ ਵਾਲੀ ਚੀਜ਼ ਹੈ ਉਹ ਭੁੱਲ ਜਾਣਗੇ? ਇਸ ਅੰਦੋਲਨ ਦਾ ਇਹ ਵੀ ਫਾਇਦਾ ਹੋਣ ਜਾ ਰਿਹਾ ਜਾਂ ਨਹੀਂ? ਇੰਨੀ ਛੇਤੀ ਚੀਜ਼ਾਂ ਇੰਨੀ ਸਿੰਪਲੀ ਬਦਲਦੀਆਂ ਨਹੀਂ। ਫਰਕ ਜ਼ਰੂਰ ਪਊਗਾ। ਮਤਲਬ ਤੁਸੀਂ ਇਹ ਦੇਖੋ ਕਿ ਛੋਟੀ ਜਿਹੀ ਇੱਕ ਮਤਲਬ ਸੈਲਫ ਐਕਸਪੀਰੀਅੰਸ ਹੀ ਸੁਣਾ ਰਹੀ ਹਾਂ ਕਿ ਸ਼ੁਰੂ ਦੇ ਦਿਨਾਂ 'ਚ ਵॉल ਰਾਈਟਿੰਗ ਕਰ ਰਹੀ ਸੀ, ਦੋਨੋਂ ਦੇ ਉੱਤੇ ਕੰਨਾਂ ਤੇ ਜਾ ਕੇ ਸਲੋਗਨਸ ਲਿਖ ਰਹੀ ਸੀ। ਇੱਕ ਜਗ੍ਹਾ ਮੈਨੂੰ ਭੁੱਖ ਲੱਗੀ ਤੇ ਉੱਥੇ ਨਾ ਲਾਈਕ ਗਰੁੱਪ ਆਫ ਮੈਨ ਦੇ ਵਰ ਲਾਈਕ ਮੇਕਿੰਗ ਰੋਟੀਜ਼। ਮੈਂ ਉੱਥੇ ਜਾ ਕੇ ਉਹਨਾਂ ਨੂੰ ਕਿਹਾ, ਮੈਂ ਕਿਹਾ ਮੈਨੂੰ ਭੁੱਖ ਲੱਗੀ, ਰੋਟੀ ਖਵਾ ਦਿਓ। ਕਹਿੰਦੇ ਬਹਿ ਜਾਓ। ਤੇ ਮੈਂ ਰੋਟੀ ਖਾ ਰਹੀ ਤੇ ਉਹਨਾਂ ਦੀ ਰੋਟੀ ਬਣਾਉਂਦੇ ਦੀ ਆਪਸ ਡਿਸਕਸ਼ਨ ਚੱਲ ਰਹੀ, ਮੇਰੇ ਨਾਲ ਗੱਲਾਂ ਕਰਨ ਲੱਗ ਗਏ। ਇੱਕ ਬੜਾ ਯੰਗ ਜਿਹਾ ਮੁੰਡਾ 21-22 ਸਾਲਾਂ ਦਾ ਮੈਨੂੰ ਕਹਿੰਦਾ ਦੀਦੀ ਜਿੱਦਣ ਆਇਆ ਸੀ ਨਾ ਆਟਾ ਵੀ ਨਹੀਂ ਸੀ ਗੁੰਨਣਾ ਆਉਂਦਾ, ਅੱਜ ਦੇਖੋ ਰੋਟੀਆਂ ਕਿਵੇਂ ਫੁੱਲਦੀਆਂ ਨੇ। ਤੇ ਮੈਂ ਕਿਹਾ ਚਲੋ ਵਧੀਆ। ਤੇ ਉਹਦੇ ਨਾਲ ਇੱਕ ਹੋਰ ਬੈਠੇ ਸੀ 45 ਸਾਲਾਂ ਦੇ ਨਾ, ਤੇ ਉਹ ਮੈਨੂੰ ਕਹਿੰਦੇ ਗੁੜੀਆ ਕਹਿੰਦੇ ਜਦੋਂ ਪਹਿਲਾਂ ਘਰ ਜਾਈਦਾ ਸੀ ਨਾ ਤੇ ਘਰ ਵਾਲੀ ਕਈ ਵਾਰੀ ਸੁੱਤੀ ਵੀ ਹੁੰਦੀ, ਉਹਨੂੰ ਉਠਾ ਕੇ ਕਹੀਦਾ ਸੀ 5 ਜਣਿਆਂ ਦੀ ਰੋਟੀ ਬਣਾ ਦੇ। ਕਹਿੰਦਾ ਉਦੋਂ ਲੱਗਦਾ ਸੀ 5 ਜਣਿਆਂ ਦੀ ਰੋਟੀ ਬਣਾਉਣੀ ਕਿੱਡੀ ਗੱਲ ਹੈ। ਕਹਿੰਦਾ ਅੱਜ ਜਦੋਂ ਆਪ ਬਣਾਉਣੀ ਪੈ ਰਹੀ ਹੈ ਨਾ ਫਿਰ ਸਮਝ ਆ ਰਿਹਾ ਵੀ 5 ਜਣਿਆਂ ਦੀ ਰੋਟੀ ਬਣਾਉਣੀ ਕਿੱਡੀ ਗੱਲ ਹੁੰਦੀ ਆ। ਤੇ ਉਸ ਤੋਂ ਬਾਅਦ ਹੈ ਨਾ, ਮੈਂ ਜਦੋਂ ਖਾ ਰਹੀ ਸੀ, ਇੱਕ ਬਜ਼ੁਰਗ ਸੀਗੇ ਉਹ ਮੈਨੂੰ ਸਰਵ ਕਰ ਰਹੇ ਸੀ। ਤੇ ਜਦੋਂ ਮੈਂ ਉੱਠ ਕੇ ਹੱਥ ਧੋਣ ਲੱਗੀ ਉਹਨਾਂ ਨੇ ਮੇਰੇ ਹੱਥ ਧੋਆਏ। ਮੈਨੂੰ ਕਹਿੰਦੇ ਤੇਰੇ ਲਈ ਤਾਂ ਆ ਗਈ ਕ੍ਰਾਂਤੀ। ਮੈਂ ਦੇਖਿਆ, ਮੈਂ ਕਿਹਾ ਵੀ ਸਮਝ ਨਹੀਂ ਆਈ ਜੀ, ਹੈ ਨਾ। ਕਹਿੰਦੇ ਆਹੋ ਪਹਿਲਾਂ ਤੁਸੀਂ ਕਹਿੰਦੇ ਕੁੜੀਆਂ ਕੜੀਆਂ ਸਾਨੂੰ ਰੋਟੀ ਬਣਾ ਬਣਾ ਕੇ ਖਵਾਉਂਦੀਆਂ ਹੁੰਦੀਆਂ ਸੀ, ਹੁਣ ਦੇਖ ਲਾ ਅਸੀਂ ਬੰਦੇ ਤੈਨੂੰ ਰੋਟੀ ਖਵਾ ਰਹੇ ਹਾਂ, ਤੁਹਾਡੇ ਲਈ ਤਾਂ ਕਹਿੰਦੇ ਆ ਗਈ ਆਜ਼ਾਦੀ। ਮੈਨੂੰ ਉਹਦੇ ਹੀ ਸਟਰਾਈਕ ਕੀਤਾ। ਮੈਂ ਕਿਹਾ ਇਹ ਜਿਹੜਾ ਐਕਨੋਲੇਜ ਕਰ ਰਹੇ ਨੇ ਨਾ ਉਹ ਡੋਮੈਸਟਿਕ ਲੇਬਰ ਨੂੰ, ਤੇ ਦੂਸਰਾ ਇਹ ਕਿ ਮਤਲਬ ਇੱਕ ਦੂਜੇ ਜੈਂਡਰ ਲਈ ਆਜ਼ਾਦੀ ਦੇ ਕੀ ਮਾਇਨੇ ਨੇ। ਇਹ ਬਹੁਤਾ ਕੁਛ ਨਾ ਕਰੂ ਤਾਂ ਕੁਛ ਸੋਸ਼ਲ ਚੇਂਜਸ ਤਾਂ ਲੈ ਕੇ ਹੀ ਆਊਗਾ। ਮਤਲਬ ਸੱਚਮੁੱਚ ਜਿਹੜਾ ਬੰਦਾ ਕਹਿ ਰਿਹਾ ਵੀ ਹੁਣ ਪਤਾ ਲੱਗਦਾ 5 ਜਣਿਆਂ ਦੀ ਰੋਟੀ ਬਣਾਉਣੀ ਕੀ ਹੁੰਦੀ ਹੈ, ਉਹ ਸ਼ਾਇਦ ਅਗਲੀ ਵਾਰ ਤੋਂ ਘਰ ਵਾਲੇ ਨੂੰ ਉਠਾ ਕੇ ਨਾ ਕਵੇ ਵੀ ਭਾਈ ਉੱਠ 5 ਜਣਿਆਂ ਦੀ ਰੋਟੀ ਲਾ ਦੇ, ਜਾਂ ਹੋ ਸਕਦਾ ਸ਼ਾਇਦ ਕਵੇ ਵੀ ਆ ਜਾ ਆਪਾਂ ਦੋਨੋਂ ਮਿਲ ਕੇ ਲਾ ਲੈਂਦੇ ਹਾਂ। ਇਸ ਕਰਕੇ ਮੈਨੂੰ ਲੱਗਦਾ ਵੀ ਕੁਛ ਸੋਸ਼ਲ ਚੇਂਜਸ ਤਾਂ ਜ਼ਰੂਰ ਆਉਣਗੇ, ਕਿਉਂਕਿ ਪ੍ਰੋਟੈਸਟ ਸਾਈਡ ਦੇ ਉੱਤੇ ਜਿਹੜੀ ਇੱਕ ਇੰਟਰਸਟਿੰਗ ਚੀਜ਼ ਹੈ ਸਪੈਸ਼ਲੀ ਟਿਕਰੀ ਦੇ ਉੱਤੇ, ਕਿਉਂਕਿ ਟਿਕਰੀ 'ਚ ਗਿਣਤੀ 'ਚ ਲੰਗਰ ਘੱਟ ਨੇ, ਜਿੱਦਾਂ ਸਿੰਘੂ ਤੇ ਲੰਗਰ ਬਹੁਤ ਜ਼ਿਆਦਾ ਨੇ, ਤਾਂ ਮੈਨੂੰ ਲੱਗਦਾ ਬਹੁਤ ਲੋਕ ਉੱਥੇ ਨਾ ਟਰਾਲੀਆਂ ਦੇ ਵਿੱਚ ਆਪ ਘੱਟ ਕੁੱਕ ਕਰਦੇ ਨੇ, ਐਟਲੀਸਟ ਸ਼ੁਰੂ ਵਾਲਾ ਜਿਹੜਾ ਪੋਰਸ਼ਨ ਹੈ ਸਿੰਘੂ ਦਾ। ਬਟ ਟਿਕਰੀ 'ਚ ਥਰੂ ਆਊਟ ਮੈਂ ਦੇਖਿਆ ਕਿ ਖੁਦ ਲੋਕ ਰੋਟੀ ਬਣਾ ਕੇ ਆਪਣੀ ਖਾਂਦੇ ਨੇ। ਤਾਂ ਉੱਥੇ ਜਿਹੜੀ ਕਹਿ ਲਓ ਡੋਮੈਸਟਿਕ ਲੇਬਰ ਦੀ ਜਿਹੜੀ ਐਕਨੋਲੇਜਮੈਂਟ ਹੋ ਰਹੀ ਹੈ, ਜਿਹੜੀ ਉਹਨਾਂ ਦੇ ਵਿੱਚ ਸਮਝ ਪੈਦਾ ਹੋ ਰਹੀ ਹੈ, ਉਹ ਲੌਂਗ ਟਰਮ 'ਚ ਕੁਛ ਇੰਪੈਕਟ ਤਾਂ ਜ਼ਰੂਰ ਛੱਡ ਕੇ ਜਾਊਗੀ। ਕਾਸਟ ਦੇ ਮਾਮਲੇ 'ਚ ਅਸੀਂ ਕਿੰਨੇ ਕੁ ਇਨਕਲੂਸਿਵ ਹੋਵਾਂਗੇ ਉਹਦੇ 'ਤੇ ਮੈਨੂੰ ਡਾਊਟ ਹੈ, ਕਿਉਂਕਿ ਉਸ ਤਰੀਕੇ ਨਾਲ ਇਹ ਸਾਰੇ ਅੰਦੋਲਨ ਦੇ ਵਿੱਚ ਕਾਸਟ ਵਾਲਾ ਫੈਕਟਰ ਉਵੇਂ ਉੱਭਰ ਕੇ ਨਹੀਂ ਆਇਆ। ਬਿਲਕੁਲ ਅਸੀਂ ਕਿਸਾਨ ਮਜ਼ਦੂਰ ਏਕਤਾ ਦੀ ਗੱਲ ਕਰਦੇ ਹਾਂ, ਕਿਉਂਕਿ ਮਜ਼ਦੂਰਾਂ ਨੂੰ ਵੀ ਪਤਾ ਹੈ ਕਿ ਜੇ ਇਹ ਮਤਲਬ ਜ਼ਮੀਨਾਂ ਖੁੱਸਦੀਆਂ ਨੇ ਤਾਂ ਸਾਡਾ ਵੀ ਰੁਜ਼ਗਾਰ ਜਾਊਗਾ। ਬਟ ਫਿਰ ਵੀ ਉਹ ਕਹਿ ਲਓ ਕਾਸਟ ਓਪਰੈਸ਼ਨ ਨੂੰ ਕਿਵੇਂ ਘਟਾਊਗਾ, ਉਹ ਮੈਨੂੰ ਹਲੇ ਨਹੀਂ ਸਮਝ ਆ। ਮਤਲਬ ਹਲੇ ਕੁਛ ਵੀ ਉਹਦੇ ਬਾਰੇ ਕਹਿਣਾ ਕਹਿ ਲਓ ਜ਼ਿਆਦਾ ਜਲਦੀ ਹੋਊਗਾ। ਦੂਜੀ ਗੱਲ ਇਹ ਜ਼ਰੂਰ ਹੈ ਕਿ ਜਦੋਂ ਅਸੀਂ ਆਪਣੇ ਹੱਕਾਂ ਲਈ ਖੜ੍ਹਦੇ ਹਾਂ, ਜਦੋਂ ਸਾਨੂੰ ਦਬਾਇਆ ਜਾਂਦਾ, ਅਸੀਂ ਓਪਰੈਸ਼ਨ ਨੂੰ ਮਹਿਸੂਸ ਕਰਦੇ ਹਾਂ, ਤਾਂ ਮੈਨੂੰ ਲੱਗਦਾ ਸਾਡੇ 'ਚ ਇੱਕ ਸਮਝ ਜ਼ਰੂਰ ਡਿਵੈਲਪ ਹੁੰਦੀ ਹੈ ਕਿ ਜਦੋਂ ਅਸੀਂ ਕਿਸੇ ਨੂੰ ਓਪਰੈਸ ਕਰਾਂਗੇ ਤਾਂ ਸਾਹਮਣੇ ਵਾਲੇ ਨੂੰ ਕਿੱਦਾਂ ਮਹਿਸੂਸ ਹੋਊਗਾ। ਉਹ ਜਿਹੜਾ ਇੱਕ ਫੈਕਟਰ ਹੈ ਉਹ ਜ਼ਰੂਰ ਫਰਕ ਪਾ ਸਕਦਾ ਚੀਜ਼ਾਂ ਦੇ ਵਿੱਚ। ਤੁਸੀਂ ਹੁਣ ਟਰਾਲੀ ਟਾਈਮਸ ਕੱਢਦੇ ਹੋ, ਪਿਛਲੇ ਕਈ ਦਿਨਾਂ ਤੋਂ ਲਗਾਤਾਰ ਜਿੱਦਾਂ ਖਬਰਾਂ ਸਾਡੇ ਤੱਕ ਪਹੁੰਚ ਰਹੀਆਂ ਨੇ ਕਿ ਬਹੁਤ ਸਾਰੇ ਜਰਨਲਿਸਟ ਆ ਉਹਨਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਆਮ ਬੰਦੇ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨੌਦੀਪ ਦਾ ਜਿਹੜਾ ਮਾਮਲਾ ਉਹ ਵੀ ਕਾਫੀ ਉੱਭਰ ਕੇ ਸਾਹਮਣੇ ਆ ਰਿਹਾ। ਕਮਾਲ ਦੀ ਗੱਲ ਹੈ ਕਿ ਮੈਂ ਕੱਲ੍ਹ ਹੀ ਦੇਖ ਰਹੀ ਸੀ ਕਿ ਉਹ ਨੌਦੀਪ ਦੇ ਪਿੰਡ ਵਾਲੇ ਹੀ ਕਈ ਉਹਦੇ ਆਪਣੇ ਖਿਲਾਫ ਬੋਲ ਰਹੇ ਨੇ, ਜਦੋਂ ਕਿ ਨੌਦੀਪ ਦੀ ਸਿਸਟਰ ਦੇ ਨਾਲ ਮੇਰੀ ਥੋੜ੍ਹੇ ਦਿਨ ਪਹਿਲਾਂ ਗੱਲ ਹੋਈ ਹੈ। ਉਹਨਾਂ ਨੇ ਵੀ ਦੱਸਿਆ ਕਿ ਬੈਕਗਰਾਊਂਡ ਕੀ ਹੈਗੀ ਹੈ। ਉਹ ਵੀ ਅਚਨਚੇਤ
ਖਬਰਾਂ ਦੇ ਵਿੱਚ ਨਹੀਂ ਆ ਗਈ, ਕਾਫੀ ਸਮੇਂ ਤੋਂ ਉਹ ਲਿਖਦੀ ਆ ਰਹੀ ਸੀ। ਜਿਹੜੀ ਇਹ ਬੋਲਣ ਦੀ ਜਾਂ ਗੱਲ ਖੋਲ੍ਹ ਕੇ ਕਹਿਣ ਦੀ ਆਜ਼ਾਦੀ ਹੈ, ਇਹਦੇ ਬਾਰੇ ਅਸੀਂ ਇੱਥੇ ਬੈਠੇ ਲੋਕ ਕਾਫੀ ਖਤਰਾ ਮਹਿਸੂਸ ਕਰ ਰਹੇ ਹਾਂ, ਕਿਉਂਕਿ ਇੱਕ ਪਾਸੇ ਤਾਂ ਤੁਸੀਂ ਆਪਣੀ ਗੱਲ ਕਹਿਣ ਲਈ ਸਟਰਗਲ ਕਰ ਰਹੇ ਹੋ, ਦੂਸਰੇ ਪਾਸੇ ਜਿਹੜਾ ਭੰਡੀ ਪ੍ਰਚਾਰ ਹੋ ਰਿਹਾ ਹੈ, ਪ੍ਰੋਪੇਗੈਂਡਾ ਹੋ ਰਿਹਾ ਹੈ, ਉਹ ਦੂਜਾ ਮੀਡੀਆ ਜਿਹਨੂੰ ਗੋਦੀ ਮੀਡੀਆ ਕਿਹਾ ਜਾ ਰਿਹਾ ਹੈ। ਹੁਣ ਸਿਰਫ ਮੀਡੀਆ ਜਿਹੜਾ ਤੁਹਾਡਾ ਜਿਸ ਤਰ੍ਹਾਂ ਅਖਬਾਰ ਦੀ ਗੱਲ ਹੈ, ਤੁਸੀਂ ਸਿਰਫ ਆਪਣੀ ਗੱਲ ਨਹੀਂ ਕਰ ਰਹੇ, ਤੁਹਾਨੂੰ ਉਹਨੂੰ ਵੀ ਕਾਊਂਟਰ ਕਰਨਾ ਪੈ ਰਿਹਾ ਹੈ। ਕਿਸੇ ਤਰ੍ਹਾਂ ਦੀਆਂ ਥ੍ਰੈਟਸ ਜੇ ਇਸ ਵੇਲੇ ਤੁਸੀਂ ਮਹਿਸੂਸ ਕਰ ਰਹੇ ਹੋ ਜਦੋਂ ਟਰੋਲੀ ਟਾਈਮਸ ਦੇ ਤੁਸੀਂ ਵਨ ਆਫ ਦਾ ਐਡੀਟਰਸ ਹੋ, ਜ਼ਰੂਰ ਸ਼ੇਅਰ ਕਰੋ। ਜੀ ਉਹ ਜਿਹੜੇ ਕਹਿ ਲਓ ਫਰੀडम ਆਫ ਸਪੀਚ ਤੇ ਜਾਂ ਸਾਡੇ ਕਹਿ ਲਓ ਜਿਹੜੇ ਫੋਰਥ ਪਿਲਰ ਜਿਹਨੂੰ ਆਪਾਂ ਕਹਿੰਦੇ ਆ ਡੈਮੋਕ੍ਰੇਸੀ ਦਾ, ਸਾਡਾ ਮੀਡੀਆ, ਉਹਦੇ ਤੇ ਜਿਸ ਕਿਸਮ ਦੇ ਪਹਿਲੀ ਗੱਲ ਤਾਂ ਇਹ ਹੈ ਕਿ ਸਾਡਾ ਫੋਰਥ ਪਿਲਰ ਅੱਧਾ ਤਾਂ ਵੈਸੇ ਹੀ ਸਟੇਟ ਵੱਲ ਨੂੰ ਝੁਕਿਆ ਹੋਇਆ, ਅੱਧਾ ਕੀ 80% ਹੀ ਜਿੰਨਾ ਕੁ ਬਚਿਆ ਹੈਗਾ ਜਾਂ ਆਲਟਰਨੇਟਿਵ ਮੀਡੀਆ ਜਿੰਨਾ ਵੀ ਆ, ਉਹਦੇ ਤੇ ਲਗਾਤਾਰ ਜਿਹੜੇ ਅਟੈਕਸ ਨੇ ਉਹ ਪਿਛਲੇ 6-7 ਸਾਲਾਂ ਤੋਂ ਅਸੀਂ ਲਗਾਤਾਰ ਵਿਟਨੈਸ ਕਰ ਰਹੇ ਹਾਂ। ਉਹ ਰੀਸੈਂਟ ਇਸ ਅੰਦੋਲਨ ਦੇ ਦੌਰਾਨ ਵੀ ਅਸੀਂ ਦੇਖਿਆ ਜਦੋਂ ਮਨਦੀਪ ਪੁਨੀਆ ਨੂੰ ਚੱਕ ਲਿਆ ਗਿਆ, ਹੋਰ ਬਹੁਤ ਸਾਰੇ ਟਵਿੱਟਰ ਹੈਂਡਲਸ ਜਿਹੜੇ ਸਸਪੈਂਡ ਕਰ ਦਿੱਤੇ ਗਏ ਨੇ ਕੈਰਾਵਾਨ ਦੇ, ਮਤਲਬ ਇੱਦਾਂ ਦੇ ਨਿਊਜ਼ ਪੋਰਟਲਸ ਜਿਹੜੇ ਲਗਾਤਾਰ ਕਿਸਾਨੀ ਅੰਦੋਲਨ ਨੂੰ ਰਿਪੋਰਟ ਕਰ ਰਹੇ ਸੀਗੇ, ਉਹ ਵੀ ਉਸ ਤਰੀਕੇ ਦੇ ਅਟੈਕਸ ਵੀ ਹੋਏ। ਤੇ ਗੱਲ ਕਰੀਏ ਟਰੋਲੀ ਟਾਈਮਸ ਦੀ, ਤਾਂ ਅਸੀਂ ਰੀਸੈਂਟਲੀ ਦੇਖ ਰਹੇ ਸੀ ਆਪ ਇੰਡੀਆ ਕਰਕੇ ਇੱਕ ਮਤਲਬ ਕੱਟੜ ਬੀਜੇਪੀ RSS ਦਾ ਨਿਊਜ਼ ਪੋਰਟਲ ਹੈ ਨਾ, ਉਹਦੇ ਤੇ ਲਗਾਤਾਰ ਮਤਲਬ ਪ੍ਰਚਾਰ ਇਹਦੇ ਖਿਲਾਫ ਪ੍ਰਚਾਰ, ਟਰੋਲੀ ਟਾਈਮਸ ਦੇ ਖਿਲਾਫ ਸਾਡਾ ਬਾਈ ਨੇਮ ਸਾਰਿਆਂ ਦਾ ਲਿਖ ਕੇ ਉਹਦੇ ਤੇ ਆਰਟੀਕਲ ਛਾਪੇ ਜਾ ਰਹੇ ਨੇ ਕਿ ਇਹ ਸਾਡੇ ਦੇਸ਼ ਦੀ ਪ੍ਰਭੂ ਸੱਤਾ ਲਈ ਖਤਰਾ ਨੇ ਤੇ ਦੇਸ਼ ਤੇ ਅਟੈਕ ਕਰ ਰਹੇ ਨੇ। ਉਹੀ ਗੱਲ ਆ ਕਿ ਬੇਸਿਕਲੀ ਸਰਕਾਰ ਨੂੰ ਪੂਰਾ ਦੇਸ਼ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਮੋਦੀ ਸਰਕਾਰ ਨੂੰ ਪੂਰਾ ਦੇਸ਼ ਦੇ ਤੌਰ ਤੇ ਪੋਰਟਰੇ ਕੀਤਾ ਜਾ ਰਿਹਾ। ਜਦੋਂ ਅਸੀਂ ਆਪਣੀ ਸਰਕਾਰ ਨੂੰ ਅਪੋਜ਼ ਕਰਦੇ ਹਾਂ ਕਿਸੇ ਵੀ ਰੂਪ 'ਚ, ਉਹਦੀਆਂ ਗਲਤ ਨੀਤੀਆਂ ਦੇ ਖਿਲਾਫ ਬੋਲਦੇ ਹਾਂ, ਤਾਂ ਉਹਨੂੰ ਇੱਦਾਂ ਪੋਰਟਰੇ ਕੀਤਾ ਜਾਂਦਾ ਕਿ ਜਿੱਦਾਂ ਦੇਸ਼ ਦੇ ਖਿਲਾਫ ਬੋਲ ਰਿਹਾ। ਮੈਨੂੰ ਲੱਗਦਾ ਕਿ ਜਨਤਾ ਨੂੰ ਇਸ ਗੱਲ ਨੂੰ ਡਿਫਰੈਂਸ਼ੀਏਟ ਕਰਕੇ ਦੇਖਣਾ ਬਹੁਤ ਜ਼ਰੂਰੀ ਆ ਕਿ ਸਰਕਾਰ ਦੇਸ਼ ਨਹੀਂ ਹੁੰਦੀ। ਸਰਕਾਰ ਅਸੀਂ ਤਾਂ ਹੀ ਚੁਣਦੇ ਹਾਂ ਸੋ ਦੈਟ ਅਸੀਂ ਉਹਨਾਂ ਨੂੰ ਕੱਲ੍ਹ ਨੂੰ ਸਵਾਲ ਕਰ ਸਕੀਏ ਜੇ ਉਹ ਸਾਡੇ ਨਾਲ ਗਲਤ ਕਰ ਰਹੀਆਂ ਨੇ, ਤੇ ਉਹੀ ਸਵਾਲ ਕਰਨ ਦੀ ਜਿਹੜੀ ਸਾਡੀ ਕਹਿ ਲਓ ਸਾਡੀ ਖਮਤਾ ਜਾਂ ਸਾਡਾ ਜਿਹੜਾ ਹੱਕ ਹੈ ਉਹਨੂੰ ਲਗਾਤਾਰ ਸਨੱਬ ਕਰਨ ਦੀ ਇਹ ਸਰਕਾਰ ਕੋਸ਼ਿਸ਼ ਕਰ ਰਹੀ ਹੈ। ਤੇ ਬਾਕੀ ਇਹ ਆ ਕਿ ਹਾਂ ਸੋਸ਼ਲ ਮੀਡੀਆ ਹੈਂਡਲਸ ਦੇ ਥਰੂ ਤੇ BJP RSS ਦਾ ਜਿਹੜਾ IT ਸੈੱਲ ਹੈ ਉਹਦੇ ਥਰੂ, ਤੇ ਈਵਨ ਜਿਹੜਾ ਗੋਦੀ ਮੀਡੀਆ ਉਹਦੇ ਥਰੂ ਸਾਡੇ ਤੇ ਵੀ ਅਟੈਕ ਤਾਂ ਜ਼ਰੂਰ ਕੀਤਾ ਜਾ ਰਿਹਾ ਟਰੋਲੀ ਟਾਈਮਸ ਤੇ। ਬਾਕੀ ਅੱਗੇ ਹੋਊ ਕੀ ਜਾਂ ਕਿਸ ਕਿਸਮ ਦਾ ਡਰ ਹੈ, ਮੈਨੂੰ ਲੱਗਦਾ ਡਰ ਉਹ ਇੱਦਾਂ ਦਾ ਹਾਲੇ ਤੱਕ ਤਾਂ ਨਹੀਂ ਸਾਡੇ 'ਚ ਤਾਂ ਨਹੀਂ ਕਿਸੇ 'ਚ ਹੈਗਾ, ਕਿਉਂਕਿ ਅਸੀਂ ਕੋਈ ਆਪਣੇ ਆਪ ਨੂੰ ਇਕੱਲਾ ਕਹਿਰਾ ਕਰਕੇ ਨਹੀਂ ਦੇਖਦੇ। ਅਸੀਂ ਸਮਝਦੇ ਹਾਂ ਕਿ ਅਸੀਂ ਇੱਕ ਬਹੁਤ ਵੱਡੇ ਅੰਦੋਲਨ ਦਾ ਹਿੱਸਾ ਹਾਂ। ਸਾਡੀ ਲੀਡਰਸ਼ਿਪ ਹੈ, 40 ਤੇ 40 ਲੀਡਰਾਂ ਦੇ ਉੱਤੇ, ਜਿਹੜੇ ਯੂਨਾਈਟਿਡ ਫਰੰਟ ਦੇ ਲੀਡਰ ਨੇ, ਸਾਰਿਆਂ ਦੇ ਉੱਤੇ ਕੇਸ ਕਰ ਦਿੱਤਾ ਗਿਆ ਹੈ ਨਾ। ਜਿੱਥੇ ਉਹ ਨੇ ਸਾਰੇ, ਅਸੀਂ ਵੀ ਉਹਨਾਂ ਦੇ ਨਾਲ ਹੀ ਕਹਿ ਲਓ ਸਟਰਗਲ ਕਰ ਰਹੇ ਹਾਂ। ਕੱਲ੍ਹ ਨੂੰ ਸਾਨੂੰ ਕੁਛ ਵੀ ਹੁੰਦਾ, ਸਾਡੇ ਖਿਲਾਫ ਕੁਛ ਵੀ ਹੁੰਦਾ, ਤੇ ਸਾਰੀ ਜਨਤਾ ਜਿਹੜੀ ਹੈ ਉਹ ਸਾਡੇ ਨਾਲ ਖੜੀ ਹੋਊਗੀ। ਇਸ ਕਰਕੇ ਜਦੋਂ ਆਪਾਂ ਇਕੱਲੇ ਕਹਿਰੇ ਲੜਦੇ ਹਾਂ ਉਦੋਂ ਲੜਨਾ ਔਖਾ ਹੁੰਦਾ, ਬਟ ਜਦੋਂ ਤੁਸੀਂ ਲੱਖਾਂ ਦੀ ਗਿਣਤੀ 'ਚ ਲੜਦੇ ਹੋ ਆਪਣੇ ਓਪਰੈਸਰ ਦੇ ਖਿਲਾਫ, ਮੈਨੂੰ ਲੱਗਦਾ ਉਦੋਂ ਫਿਰ ਡਰ ਨਹੀਂ ਲੱਗਦਾ। ਤੁਸੀਂ ਇਸ ਵੇਲੇ ਜਿਹੜੇ ਲੱਖਾਂ ਲੋਕ ਅੰਦੋਲਨ ਦੇ ਵਿੱਚ ਬੈਠੇ ਹੋ, ਆਪਣੇ ਆਪਣੇ ਕੰਮਕਾਰ ਤੁਸੀਂ ਛੱਡ ਕੇ ਬੈਠੇ ਹੋ, ਤੁਹਾਡੇ ਆਪਣੇ ਕਰੀਅਰ ਜਿਹੜੇ ਆ ਉਹ ਦਾਅ 'ਤੇ ਲੱਗੇ ਹੋਏ ਆ। ਤੁਸੀਂ ਡੈਂਟਲ ਸਰਜਰੀ ਦੀ ਡਿਗਰੀ ਕੀਤੀ ਹੋਈ ਹੈ, ਉਸ ਤੋਂ ਬਾਅਦ ਤੁਸੀਂ ਫਿਲਮ ਸਟੱਡੀਜ਼ 'ਤੇ ਵੀ ਆਪਣੀ ਜਿਹੜੀ ਮਾਸਟਰਸ ਕੰਪਲੀਟ ਕੀਤੀ ਹੈ। ਤੁਹਾਡੇ ਵਰਗੇ ਹੋਰ ਬਹੁਤ ਸਾਰੇ ਨੌਜਵਾਨ ਜਿਨ੍ਹਾਂ ਨੇ ਹਾਲੇ ਆਪਣੇ ਕਰੀਅਰ ਦੀ ਸ਼ੁਰੂਆਤ ਕਰਨੀ ਆ ਜਾਂ ਬਹੁਤ ਸਾਰੇ ਸੁਪਨੇ ਬੁਣੇ ਹੋਏ ਆ, ਕਿੰਨੀ ਦੇਰ ਤੱਕ ਤੁਹਾਨੂੰ ਲੱਗਦਾ ਕਿ ਤੁਸੀਂ ਇਸ ਚੀਜ਼ ਨੂੰ, ਆਪਣੇ ਕਰੀਅਰ ਨੂੰ ਪੋਸਟਪੋਨ ਕਰ ਸਕਦੇ ਹੋ ਤੇ ਇੱਥੇ ਬੈਠੇ ਰਹੋ? ਮੈਨੂੰ ਲੱਗਦਾ ਕਿ ਜਦੋਂ ਤੱਕ ਲੋੜ ਹੈ ਅਸੀਂ ਬੈਠੇ ਰਹਾਂਗੇ, ਬਿਕਾਜ਼ ਇਸ ਵਾਰੀ ਇਹ ਆ ਕਿ ਇਹ ਅਟੈਕ ਸਾਡੇ 'ਤੇ ਕੋਈ ਪਹਿਲਾ ਨਹੀਂ ਆ। ਜਿਹੜੀਆਂ ਗੱਲਾਂ ਅਸੀਂ ਪਹਿਲਾਂ ਵੀ ਕੀਤੀਆਂ, ਇੱਕ ਮਤਲਬ ਯੰਗ ਇੰਡੀਵਿਜੂਅਲ ਹੋਣ ਦੇ ਨਾਤੇ ਮੈਂ ਕਹਿ ਸਕਦੀ ਹਾਂ ਕਿ ਸਾਡੀ ਐਜੂਕੇਸ਼ਨ 'ਤੇ ਆਲਰੇਡੀ ਹਮਲਾ ਹੋ ਚੁੱਕਿਆ। ਰੁਜ਼ਗਾਰ ਸਾਨੂੰ ਕਹਿ ਲਓ ਮਤਲਬ ਲੱਤਾਂ ਘੜੀਸ ਕੇ ਮਿਲਦੇ ਨੇ, ਜਾ ਕੇ 100 ਜਗ੍ਹਾ ਇੰਟਰਵਿਊਆਂ ਦੇ ਕੇ ਸਾਨੂੰ ਕਿਤੇ ਜਾ ਕੇ ਨੌਕਰੀ ਮਿਲਦੀ, ਉਹ ਵੀ ਪ੍ਰਾਈਵੇਟ ਸੈਕਟਰ 'ਤੇ। ਲਗਾਤਾਰ ਸਾਡੇ 'ਤੇ ਮਤਲਬ ਤਲਵਾਰ ਲਟਕਦੀ ਰਹਿੰਦੀ, ਅੱਜ ਤੁਹਾਨੂੰ ਰੱਖਿਆ ਕੱਲ੍ਹ ਨੂੰ ਤੁਹਾਨੂੰ ਕੱਢਿਆ। ਤੇ ਮੈਨੂੰ ਲੱਗਦਾ ਉਸੇ ਕੜੀ 'ਚ ਜੇ ਦੇਖੀਏ ਤਾਂ ਹੁਣ ਤਾਂ ਹਮਲਾ ਸਿੱਧਾ ਮਤਲਬ ਸਾਡੀਆਂ ਜ਼ਮੀਨਾਂ 'ਤੇ, ਜਿਹੜੀਆਂ ਕਹਿ ਲਓ ਸਾਡੀ
ਹੋਂਦ ਨੂੰ ਬਚਾ ਕੇ ਰੱਖਿਆ ਹੋਇਆ ਸੀ ਜਿਨ੍ਹਾਂ ਜ਼ਮੀਨਾਂ ਨੇ। ਤੇ ਉਸ ਤੋਂ ਇਲਾਵਾ ਇਹ ਹਮਲਾ ਸਾਡੀ ਥਾਲੀ ਤੇ ਵੀ ਆ, ਬਿਕਾਜ਼ ਇਦਾਂ ਨਹੀਂ ਹੈਗਾ ਵੀ ਜੇ ਜਿਹੜੀਆਂ ਫਸਲਾਂ ਨੇ ਉਹ ਕਾਰਪੋਰੇਟ ਕੰਪਨੀਆਂ ਖਰੀਦਣੀਆਂ, ਜੇ ਉਹ ਮੋਨੋਪੋਲਾਈਜ਼ ਕਰਨੀਆਂ ਤਾਂ ਸਾਨੂੰ ਕੋਈ ਖਾਣਾ ਸਸਤਾ ਮਿਲ ਜੂਗਾ। ਜੇ ਕੁਛ ਲੋਕਾਂ ਨੂੰ ਹਲੇ ਵੀ ਇਹ ਵਹਿਮ ਹੈ ਤਾਂ ਮੈਨੂੰ ਲੱਗਦਾ ਉਹਨਾਂ ਨੂੰ ਵਹਿਮ ਕੱਢ ਦੇਣਾ ਚਾਹੀਦਾ, ਬਿਕਾਜ਼ ਪ੍ਰਾਈਵੇਟ ਕੰਪਨੀਆਂ ਦਾ ਇੱਕਮਾਤਰ ਏਜੰਡਾ ਜਿਹੜਾ ਉਹ ਮੁਨਾਫਾ ਕਮਾਉਣਾ ਹੁੰਦਾ। ਸਟੇਟ ਅਸੀਂ ਕਿਉਂ ਕਹਿੰਦੇ ਹਾਂ ਕਿ ਸਾਰਾ ਜਿਹੜਾ ਸਭ ਕੁਛ ਆ ਉਹ ਪਬਲਿਕ ਹੋਣਾ ਚਾਹੀਦਾ, ਕਿਉਂਕਿ ਸਟੇਟ ਦੀ ਰਿਸਪੌਂਸਿਬਿਲਿਟੀ ਹੁੰਦੀ ਹੈ, ਸੋਸ਼ਲ ਵੈਲਫੇਅਰ ਸਟੇਟ ਅਸੀਂ ਉਹਨੂੰ ਕਹਿੰਦੇ ਹਾਂ, ਉਹਦੀ ਰਿਸਪੌਂਸਿਬਿਲਿਟੀ ਹੁੰਦੀ ਹੈ ਕਿ ਉਹ ਪਬਲਿਕ ਲਈ ਕੰਮ ਕਰੇ। ਬਟ ਪ੍ਰਾਈਵੇਟ ਕੰਪਨੀਆਂ ਤੇ ਇਦਾਂ ਦੀ ਕੋਈ ਓਬਲੀਗੇਸ਼ਨ ਨਹੀਂ, ਉਹਨਾਂ ਦਾ ਇੱਕ ਮਾਤਰ ਏਜੰਡਾ ਹੈ ਕਿ ਉਹਨਾਂ ਨੇ ਮੁਨਾਫਾ ਕਮਾਉਣਾ। ਜੇ ਉਹ ਕਿਸਾਨਾਂ ਤੋਂ ਸਸਤੇ ਦਰਾਂ ਤੇ ਅਨਾਜ ਚੱਕ ਵੀ ਲੈਣਗੇ, ਉਹਨਾਂ ਨੇ ਸਾਡੀਆਂ ਥਾਲੀਆਂ 'ਚ ਜਿਹੜਾ ਅਨਾਜ ਹੈ ਉਹ ਦੁੱਗਣੇ ਤਿੱਗਣੇ ਜਾਂ ਹੋ ਸਕਦਾ 10 ਗੁਣਾ ਰੇਟਾਂ ਤੇ ਹੀ ਪਹੁੰਚਾਉਣਾ ਹੈਗਾ। ਅੱਜ ਜੇ ਸਾਨੂੰ ਸਰਕਾਰੀ ਗੋਦਾਮ ਤੋਂ ਅਨਾਜ ਕੋਈ 10 ਰੁਪਏ 15 ਰੁਪਏ ਕਿਲੋ ਵੀ ਮਿਲਦਾ ਹੋਊਗਾ, ਕੱਲ ਨੂੰ ਜੇ ਰਿਲਾਇੰਸ ਤੇ ਅਡਾਨੀ ਵਰਗਿਆਂ ਦੇ ਇਹਦਾ ਕੰਟਰੋਲ ਹੋ ਗਿਆ ਅਨਾਜ ਤੇ, ਤਾਂ ਹੋ ਸਕਦਾ ਮਤਲਬ ਸਾਨੂੰ ਰਿਲਾਇੰਸ ਦੇ ਸਟੋਰਾਂ ਤੋਂ ਆਟਾ 150 ਰੁਪਏ ਕਿਲੋ ਲੈਣਾ ਪਵੇ। ਇਸ ਕਰਕੇ ਮੈਨੂੰ ਲੱਗਦਾ ਕਿ ਜੇ ਹਲੇ ਵੀ ਨਾ ਲੜੇ ਤਾਂ ਫਿਰ ਸਾਡੇ ਕੋਲ ਕੁਛ ਬਚਿਆ ਨਹੀਂ ਗਾ। ਦੂਜੀ ਗੱਲ ਇਹ ਆ, ਪਹਿਲੀ ਵਾਰ ਕਿਉਂ ਅਸੀਂ ਮਤਲਬ ਤਿਆਰ ਹੈ ਕਿ ਕਿਉਂ ਮਤਲਬ ਜਿਹੜੇ ਪ੍ਰੋਟੈਸਟਰ ਨੇ ਕਹਿ ਰਹੇ ਵੀ ਜਾਂ ਜਿੱਤਾਂਗੇ ਜਾਂ ਮਰਾਂਗੇ, ਜਾਂ ਕਿਉਂ ਕਹਿ ਲਓ ਅਸੀਂ ਮਹੀਨਿਆਂ ਬੱਧੀ ਵੀ ਇੱਥੇ ਬਹਿਣ ਨੂੰ ਤਿਆਰ ਹੈ, ਬਿਕਾਜ਼ ਇਸ ਤੋਂ ਪਹਿਲਾਂ ਵੀ ਮੋਦੀ ਸਰਕਾਰ ਦੇ ਅਗੇਂਸਟ ਜਿਹੜੀਆਂ ਨੀਤੀਆਂ ਦੇ ਅਗੇਂਸਟ ਮੋਬਿਲਾਈਜੇਸ਼ਨਸ ਹੋਈਆਂ ਨੇ, ਜਿਹੜੀਆਂ ਇਹਨਾਂ ਨੇ ਇੱਕ ਇੱਕ ਕਰਕੇ ਸਾਰੀਆਂ ਸਨੱਬ ਕਰਤੀਆਂ। ਬਟ ਹੁਣ ਜਿਹੜੇ ਅੰਦੋਲਨ ਦਾ ਅਸੀਂ ਹਿੱਸਾ ਹੈ, ਇਹਨੂੰ ਸਾਰੀ ਦੁਨੀਆ ਮੰਨ ਰਹੀ ਹੈ ਵੀ ਇਹ ਹਿਸਟਰੀ ਦਾ ਵਨ ਆਫ ਦਾ ਬਿਗੇਸਟ ਮੂਵਮੈਂਟ ਹੈ ਨਾ। ਜੇ ਇਹ ਵੀ ਅੰਦੋਲਨ ਕਾਮਯਾਬ ਨਾ ਹੋਇਆ ਜਾਂ ਇਹਦੇ 'ਚ ਜੇ ਅਸੀਂ ਥੱਕ ਗਏ, ਜੇ ਅਸੀਂ ਹਾਰ ਕੇ ਬਹਿ ਗਏ, ਫਿਰ ਮੋਦੀ ਸਰਕਾਰ ਦੀ ਮਤਲਬ ਚੜ੍ਹ ਇੰਨੀ ਮੱਚ ਜਾਣੀ ਹੈ, ਫਿਰ ਹੋ ਸਕਦਾ ਇਸ ਤੋਂ ਬਾਅਦ ਅਸੀਂ ਆਪਦੇ ਜਿਉਂਦੇ ਜੀ ਕਦੇ ਐਡੀ ਮੋਬਿਲਾਈਜੇਸ਼ਨ ਕਰ ਹੀ ਨਾ ਸਕੀਏ। ਕਿਉਂਕਿ ਇੱਕ ਤਾਂ ਲੋਕਾਂ ਦੇ ਹੌਸਲੇ ਟੁੱਟਣਗੇ, ਦੂਜੇ ਪਾਸੇ ਸਰਕਾਰਾਂ ਦੇ ਹੌਸਲੇ ਵੱਧ ਜਾਣਗੇ ਵੀ ਜੇ ਹਿਸਟਰੀ ਦਾ ਸਭ ਤੋਂ ਵੱਡਾ ਮੂਵਮੈਂਟ ਵੀ ਸਾਡੇ ਸਾਹਮਣੇ ਫੇਲ ਹੋ ਗਿਆ, ਫਿਰ ਸਾਨੂੰ ਕੌਣ ਦਬਾ ਲੂ। ਫਿਰ ਤਾਂ ਮੋਦੀ ਦੇ ਹਿਟਲਰ ਬਣਨ 'ਚ ਦੇਰ ਨਹੀਂ ਹੈਗੀ, ਹੋ ਸਕਦਾ 2024 ਦੀਆਂ ਇਲੈਕਸ਼ਨਾਂ ਇਹ ਕਰਵਾਉਣ ਵੀ ਨਾ। ਇਸ ਕਰਕੇ ਸੱਚਮੁੱਚ ਇਹ ਸਾਡੇ ਸਾਹਮਣੇ ਕਹਿ ਲਓ ਵੀ ਜਾਂ ਜਿੱਤਾਂਗੇ ਜਾਂ ਮਰਾਂਗੇ ਵਾਲੀ ਸਿਚੁਏਸ਼ਨ ਹੈ। ਸਾਡੇ ਲਈ ਇਹ ਮੂਵਮੈਂਟ ਜਿੱਤਣੀ ਲਾਜ਼ਮੀ ਹੈ। ਇਸ ਕਰਕੇ 2 ਮਹੀਨੇ 3 ਮਹੀਨੇ 4 ਮਹੀਨੇ ਜਿੰਨੇ ਵੀ ਲੱਗਣ, ਅਸੀਂ ਤਿਆਰ ਹਾਂ ਲਾਉਣ ਲਈ। ਨਵਕਿਰਨ, ਅਖੀਰ 'ਚ ਮੈਂ ਚਾਹੁੰਦੀ ਹਾਂ ਕਿ ਜਿੰਨੇ ਲੋਕ ਬਾਹਰ ਵਸੇ ਹੋਏ ਨੇ, ਬਾਹਰ ਭਾਰਤ ਤੋਂ ਬਾਹਰ ਬੈਠੇ ਨੇ, ਉਹਨਾਂ ਦੀ ਪੂਰੀ ਨਜ਼ਰ ਇੰਡੀਆ ਦੇ ਉੱਤੇ ਹੈ ਇਸ ਵੇਲੇ। ਉਹਨਾਂ ਦੇ ਲਈ ਕੋਈ ਖਾਸ ਸੁਨੇਹਾ, ਤੁਹਾਡੇ ਤੱਕ ਵੀ ਖਬਰਾਂ ਪਹੁੰਚਦੀਆਂ ਹੋਣਗੀਆਂ ਕਿ ਇੱਥੇ ਬੈਠੇ ਲੋਕ ਇਹ ਮਹਿਸੂਸ ਕਰ ਰਹੇ ਆ ਜਿਵੇਂ ਹਾਲੇ ਵੀ ਕਿਤੇ ਸੰਘਰਸ਼ 2 ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਹੈ, ਉਹ 26 ਜਨਵਰੀ ਦੀ ਘਟਨਾ ਤੋਂ ਬਾਅਦ। ਜੇ ਤੁਸੀਂ ਸਪਸ਼ਟ ਤੌਰ ਤੇ ਸਾਡੇ ਇੱਥੇ ਬੈਠੇ ਲੋਕਾਂ ਨੂੰ, ਭਾਰਤ ਤੋਂ ਬਾਹਰ ਬੈਠੇ ਲੋਕ ਨੇ, ਚਾਹੇ ਕੈਨੇਡਾ, ਅਮਰੀਕਾ, US, ਆਸਟ੍ਰੇਲੀਆ, ਜਿੱਥੇ ਜਿੱਥੇ UK ਵੀ ਬੈਠੇ ਨੇ, ਕਲੀਅਰ ਕੱਟ ਜੇ ਤੁਸੀਂ ਮੈਸੇਜ ਦੇਣਾ ਚਾਹੋ ਤਾਂ ਕੀ ਕਹੋਗੇ? ਮੈਂ ਸਾਰਿਆਂ ਨੂੰ ਇਹੀ ਦੱਸਣਾ ਚਾਹੁੰਦੀ ਹਾਂ ਕਿ ਜੇ ਤੁਸੀਂ ਸੱਚਮੁੱਚ ਗਰਾਊਂਡ ਸਿਚੁਏਸ਼ਨ ਪੁੱਛੋ ਤਾਂ ਅੰਦੋਲਨ ਦੇ ਵਿੱਚ ਕੋਈ ਦੋਫਾੜ ਨਹੀਂ ਹੈ। ਅੰਦੋਲਨ ਬਹੁਤ ਯੂਨਿਟੀ ਨਾਲ ਤੇ ਬਹੁਤ ਏਕਤਾ ਨਾਲ ਚੱਲ ਰਿਹਾ। ਜਿਹੜਾ ਇੱਕ ਛੋਟਾ ਹਿੱਸਾ ਜਿਹਦੀ ਮੈਂ ਪਹਿਲਾਂ ਵੀ ਗੱਲ ਕੀਤੀ, ਜਿਹੜਾ ਕਹਿ ਲਓ ਇਹ ਸਾਰਾ ਫੇਕ ਪ੍ਰੋਪੇਗੈਂਡਾ ਅੰਦੋਲਨ ਬਾਰੇ ਵੀ ਚਲਾ ਰਿਹਾ, ਉਹ ਉਹੀ ਲੋਕ ਨੇ ਜਿਹੜੇ ਕਿਤੇ ਨਾ ਕਿਤੇ ਬਹਿ ਕੇ ਸੋਸ਼ਲ ਮੀਡੀਆ ਤੇ ਥੋੜਾ ਹੱਥ ਪੈਰ ਮਾਰ ਰਹੇ ਨੇ। ਤੇ ਤੁਹਾਡੇ ਮੂਰੇ ਉਹ ਗੱਲਾਂ ਜ਼ਿਆਦਾ ਤਾਂ ਆਉਂਦੀਆਂ ਕਿਉਂਕਿ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅੰਦੋਲਨ ਬਾਰੇ ਉਹ ਸੋਸ਼ਲ ਮੀਡੀਆ ਦੇ ਥਰੂ ਹੀ ਪਤਾ ਚੱਲ ਰਹੀਆਂ। ਇਸ ਕਰਕੇ ਉਹਨਾਂ ਦੀ ਸੋਸ਼ਲ ਮੀਡੀਆ ਦੀ ਜਿਹੜੀ ਹਰਕਤ ਹੈ ਉਹ ਤੁਹਾਨੂੰ ਲੱਗਦਾ ਕਿ ਸ਼ਾਇਦ ਉਹ ਐਕਚੁਅਲ 'ਚ ਬਹੁਤ ਵੱਡਾ ਰੂਪ ਹੈ, ਜੋ ਕਿ ਸੱਚਾਈ ਨਹੀਂ ਹੈ। ਜੇ ਮੈਂ ਗਰਾਊਂਡ ਜ਼ੀਰੋ ਦੀ ਗੱਲ ਕਰਾਂ ਤਾਂ ਪੂਰਾ ਅੰਦੋਲਨ ਬਹੁਤ ਖੂਬਸੂਰਤੀ ਨਾਲ, ਬਹੁਤ ਏਕਤਾ ਨਾਲ ਤੇ ਲਗਾਤਾਰ ਸਟਰੈਂਥ 'ਚ ਵਾਧਾ ਹੋਇਆ ਅੱਗੇ ਚੱਲ ਰਿਹਾ ਹੈ। ਤੇ ਮੇਰੀ ਤੁਹਾਡੇ ਸਾਰਿਆਂ ਨੂੰ ਇਹੀ ਗੁਜ਼ਾਰਿਸ਼ ਹੈ, ਬਿਕਾਜ਼ ਅਸੀਂ ਜਿਹੜੇ ਅੰਦੋਲਨ ਤੇ ਬੈਠੇ ਹਾਂ, ਸਾਡੇ ਸੋਸ਼ਲ ਮੀਡੀਆ ਉਹਨੇ ਕਹਿ ਲਓ ਸਟਰੋਂਗਲੀ ਨਹੀਂ ਚੱਲ ਰਹੇ, ਅਸੀਂ ਹੋਰ 100 ਚੀਜ਼ਾਂ 'ਚ ਫਸੇ ਹੋਏ ਹਾਂ। ਤੁਹਾਡੇ 'ਚੋਂ ਬਹੁਤ ਸਾਰੇ ਲੋਕ ਨੇ ਜਿਹੜੇ ਸੋਸ਼ਲ ਮੀਡੀਆ ਤੇ ਸਾਨੂੰ ਸਪੋਰਟ ਕਰ ਰਹੇ ਹੋ, ਸਾਡੀ ਆਵਾਜ਼ ਨੂੰ ਹੋਰ ਕਹਿ ਲਓ ਦੇਸ਼ ਦੁਨੀਆ ਤੱਕ ਪਹੁੰਚਾ ਰਹੇ ਹੋ। ਤੁਹਾਡੇ ਸਾਰਿਆਂ ਨੂੰ ਵੀ ਇਹੀ ਗੁਜ਼ਾਰਿਸ਼ ਹੈ ਕਿ ਇੱਦਾਂ ਦੇ ਜਿਹੜੇ ਵੀ ਅਨਸਰ ਤੁਹਾਨੂੰ ਕਿਤੇ ਮਿਲਣ, ਉਹਨਾਂ ਨੂੰ ਕਾਊਂਟਰ ਕਰੋ ਤੇ ਉਹਨਾਂ ਨੂੰ ਸਮਝਾਓ ਕਿ ਇਸ ਟਾਈਮ ਸਾਡੀ ਏਕਤਾ 'ਚ ਹੀ ਸਾਡਾ ਬਲ ਹੈ। ਬਾਕੀ ਇੰਟਰਨਲ ਸਾਡੇ ਕਹਿ ਲਓ ਡਿਫਰੈਂਸਿਸ ਸਾਰਿਆਂ ਦੇ ਆ, ਉਹਦੇ ਤੋਂ ਮੈਂ ਕੋਈ ਨਕਾਰਾ ਨਹੀਂ ਆ, ਬਟ ਗੱਲ ਉਹੀ ਆ ਕਿ ਇਹ ਮੌਕਾ ਨਹੀਂ ਆ ਉਹਨਾਂ ਨੂੰ ਡਿਸਕਸ ਕਰਨ ਦਾ। ਜਿਹੜੀ ਲੀਡਰਸ਼ਿਪ ਨੇ ਇੰਨੀ ਸਫਲਤਾ ਨਾਲ ਸਾਨੂੰ ਇੱਥੋਂ ਤੱਕ ਲਿਆਂਦਾ, ਅਸੀਂ ਉਮੀਦ ਕਰਦੇ ਹਾਂ ਸਾਨੂੰ ਜਿਤਾਊਗੀ ਵੀ। ਤੇ ਮੈਨੂੰ ਲੱਗਦਾ ਕਿ ਇਸ ਟਾਈਮ ਤੇ ਉਹ ਭਰੋਸਾ ਰੱਖਣਾ ਬਹੁਤ ਜ਼ਰੂਰੀ ਹੈ। ਨਵਕਿਰਨ, ਇਸ ਗੱਲਬਾਤ ਦੇ ਲਈ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ। ਅੱਗੋਂ ਤੋਂ ਵੀ ਤੁਹਾਡੇ ਨਾਲ ਅਸੀਂ ਅਪਡੇਟਸ ਦੇ ਲਈ ਗੱਲਬਾਤ ਕਰਦੇ ਰਹਾਂਗੇ। ਧੰਨਵਾਦ।
ਧੰਨਵਾਦ ਜੀ।